31 52 52 15 locations to serve you. क्या आपकी पॉलिसी इस पेंडेमिक में आपको कवर कर रही है? मालूम कीजिए मुझसे कांटेक्ट करके। मैं हूं फजल वदूद इंश्योर प्रो फाइनेंशियल सर्विसेज से। मेरा नंबर है 9056075000। ਸੈਵਨ 70 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਡਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 9054525127 905 452 51। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਸਾਡੇ ਨਾਲ ਫੇਸਬੁੱਕ ਦੁਆਰਾ ਰੇਡੀਓ ਉੱਤੇ ਜਿੱਥੇ ਜਿੱਥੇ ਵੀ ਸਾਡੇ ਸੁਣਨ ਵਾਲੇ ਜਿਹੜੇ ਆ ਜੁੜੇ ਹੋਏ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਐਤਵਾਰ ਫਿਰ ਹਰ ਐਤਵਾਰ ਦੀ ਤਰ੍ਹਾਂ ਇੱਕ ਨਵਾਂ ਐਸਾ ਟੌਪਿਕ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਹਾਂ, ਜਿਹੜਾ ਕਿ ਤਕਰੀਬਨ ਸਾਨੂੰ ਕਿਤੇ ਨਾ ਕਿਤੇ ਫੇਸ ਕਰਨਾ ਪੈਂਦਾ, ਸੁਣਨਾ ਪੈਂਦਾ, ਜਾਂ ਕਿਤੇ ਨਾ ਕਿਤੇ ਸਾਡੀ ਪਰਿਵਾਰਾਂ ਦੇ ਵਿੱਚ ਉਹਨੂੰ ਹੈਂਡਲ ਕਰਨਾ ਪੈਂਦਾ। ਅੱਜ ਦਾ ਜਿਹੜਾ ਮੁੱਦਾ ਆ ਜਿਹਦੇ ਉੱਤੇ ਅਸੀਂ ਗੱਲ ਕਰਾਂਗੇ, ਆਪਣੇ ਐਕਸਪਰਟ ਸਾਡੇ ਨਾਲ ਸਤਵਿੰਦਰ ਜੀ ਨੇ, ਜਿਹੜੇ ਕਿ ਐਕਸਪਰਟ ਨੇ, ਰਜਿਸਟਰਡ ਸਾਈਕੋਥੈਰੇਪਿਸਟ ਨੇ, ਕਾਉਂਸਲਰ ਨੇ, ਔਰ ਬਹੁਤ ਸਾਰੇ ਸਮੇਂ ਤੋਂ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਪੀਲ ਰੀਜਨ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਦੇ ਰਹੇ ਨੇ। ਅਸੀਂ ਉਹਨਾਂ ਦੇ ਵੀ ਵਿਚਾਰ ਲਵਾਂਗੇ, ਉਹਨਾਂ ਦੇ ਐਕਸਪਰਟ ਕਮੈਂਟ ਲਏ ਜਾਣਗੇ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਕਿ ਸੈਪਰੇਸ਼ਨ ਜਾਂ ਡਾਈਵੋਰਸ ਜੋ ਹੈ ਉਹਨੂੰ ਕਿਵੇਂ ਹੈਂਡਲ ਕੀਤਾ ਜਾਏ। ਅੱਜ ਇਸ ਪ੍ਰੋਗਰਾਮ ਦਾ ਪਾਰਟ 1 ਹੈ, ਪਹਿਲਾ ਹਿੱਸਾ ਹੈ, ਜਿਹਦੇ ਵਿੱਚ ਅੱਜ ਗੱਲ ਕਰਾਂਗੇ ਕਿ ਸੈਪਰੇਸ਼ਨ ਔਰ ਡਿਵੋਰਸ ਤੱਕ ਦੀ ਜਿਹੜੀ ਸਿਚੁਏਸ਼ਨ ਹੈ ਉਹ ਕਿੰਨਾ ਵਜ੍ਹਾ ਕਰਕੇ, ਕਿਉਂ ਇੱਕ ਫੈਮਿਲੀ ਜਿਹੜੀ ਆ ਉਹ ਇੱਕ ਸੈਪਰੇਸ਼ਨ ਔਰ ਡਿਵੋਰਸ ਤੱਕ ਜਾਂਦੀ ਹੈ, ਕੀ ਉਹ ਕਾਰਨ ਹੁੰਦੇ ਨੇ, ਔਰ ਕੀ ਉਹਨਾਂ ਕਾਰਨਾਂ ਨੂੰ ਜੇ ਅਸੀਂ ਜਾਣਦੇ ਹਾਂ ਤਾਂ ਉਹਨਾਂ ਨੂੰ ਅਸੀਂ ਕਿਵੇਂ ਉਹਨਾਂ ਤੋਂ ਬਚ ਸਕਦੇ ਹਾਂ। ਔਰ ਅਗਲੇ ਐਤਵਾਰ ਪਾਰਟ 2 ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਅਗਰ ਸੈਪਰੇਸ਼ਨ ਜਾਂ ਡਿਵੋਰਸ ਹੋ ਜਾਂਦਾ ਹੈ ਤਾਂ ਉਹਨੂੰ ਕਿਵੇਂ ਹੈਂਡਲ ਕੀਤਾ ਜਾਏ, ਬੱਚਿਆਂ ਦੇ ਉੱਤੇ ਕੀ ਅਸਰ ਹੋਏਗਾ, ਉਹਨੂੰ ਕਿਵੇਂ ਹੈਂਡਲ ਕੀਤਾ ਜਾਏਗਾ, ਤੁਹਾਡੇ 'ਤੇ ਇਮੋਸ਼ਨਲੀ, ਫਿਜ਼ੀਕਲੀ ਜੋ ਵੀ ਅਸਰ ਹੋਣਗੇ ਉਹ ਜਿਹੜੇ ਆ ਉਹ ਕਿਵੇਂ ਹੈਂਡਲ ਕੀਤੇ ਜਾਣਗੇ। ਅਤੇ ਅਗਲੇ ਐਤਵਾਰ ਸਾਡੇ ਐਕਸਪਰਟ ਸਾਡੇ ਨਾਲ ਹੋਣਗੇ ਔਰ ਇਸ ਟੌਪਿਕ ਉੱਤੇ 2 ਹਿੱਸਿਆਂ ਦੇ ਵਿੱਚ ਗੱਲਬਾਤ ਕੀਤੀ ਜਾਏਗੀ। ਤੁਸੀਂ ਸਾਡੇ ਨਾਲ ਆਪਣੇ ਵਿਚਾਰ ਦੇਣ ਨੂੰ ਸਟੂਡੀਓ ਦੇ ਨੰਬਰ 'ਤੇ ਜੁੜ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ 416 620 1778 416-620-1778 ਔਰ ਤੁਸੀਂ eAwaaz.com ਅਫੀਸ਼ੀਅਲ ਐਪ ਜਿਹੜੀ ਆ ਉਹਨੂੰ ਡਾਊਨਲੋਡ ਕਰਕੇ ਵੀ ਦੁਨੀਆ ਦੇ ਕਿਸੇ ਵੀ ਹਿੱਸੇ 'ਚੋਂ ਤੁਸੀਂ ਜਿਹੜਾ ਇਹ ਪ੍ਰੋਗਰਾਮ ਸੁਣ ਸਕਦੇ ਹੋ। ਸੋ ਅੱਜ ਅਸੀਂ ਜਿਹੜੇ ਟੌਪਿਕ ਉੱਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਸੈਪਰੇਸ਼ਨ ਔਰ ਡਿਵੋਰਸ, ਕਿ ਕੀ ਕਾਰਨ ਨੇ ਕਿ ਸੈਪਰੇਸ਼ਨ ਹੁੰਦੀ ਹੈ ਜਾਂ ਡਿਵੋਰਸ ਤੱਕ ਸਿਚੁਏਸ਼ਨ ਪਹੁੰਚਦੀ ਆ। ਔਰ ਸਾਡੇ ਐਕਸਪਰਟ ਜਿਹੜੇ ਨਾਲ ਸਾਡੇ ਬੈਠੇ ਨੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਆਪਣੇ ਐਕਸਪਰਟ ਐਡਵਾਈਸ 'ਚੋਂ ਇਹ ਦੱਸਣਾ ਹੈ ਕਿ ਕਿਵੇਂ ਉਹਨਾਂ ਸਿਚੁਏਸ਼ਨਸ ਨੂੰ ਅਸੀਂ ਹੈਂਡਲ ਕਰ ਸਕਦੇ ਹਾਂ ਤਾਂ ਕਿ ਕਿਸੇ ਵੀ ਫੈਮਿਲੀ ਵਿੱਚ ਸੈਪਰੇਸ਼ਨ ਔਰ ਡਿਵੋਰਸ ਦੀ ਸਿਚੁਏਸ਼ਨ ਨਾ ਆਏ। ਸਤਵਿੰਦਰ ਜੀ, ਤੁਹਾਡਾ 770 ਤੇ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਜੀ, ਥੈਂਕ ਯੂ। ਅੱਜ ਫਿਰ ਤੋਂ ਦੁਬਾਰਾ ਤੋਂ ਇੱਕ ਬਹੁਤ ਹੀ ਸੈਂਸਿਟਿਵ ਟੌਪਿਕ ਤੇ ਗੱਲ ਕਰਨ ਵਾਸਤੇ ਤੁਸੀਂ ਮੈਨੂੰ ਅੱਜ ਸੱਦਿਆ ਹੈ, ਤੇ ਥੈਂਕ ਯੂ ਵੈਰੀ ਮਚ। ਔਰ ਸਾਰੇ ਸੁਣਨ ਵਾਲਿਆਂ ਨੂੰ ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਬਿਕੋਜ਼ ਸੰਡੇ ਹੈਗਾ, ਸਾਰੇ ਇੰਜੋਏ ਕਰਨਾ ਚਾਹੁੰਦੇ ਹੈ। ਸੋ ਸੁਣਨ ਵਾਸਤੇ ਅੱਜ ਦੇ ਟੌਪਿਕ ਨੂੰ ਪਲੀਜ਼ ਸਾਰੇ ਜਾਣੇ ਸੁਣ ਲਿਓ, ਬਹੁਤ ਕੁਝ ਡਿਸਕਸ ਕਰਨ ਵਾਲੇ ਹਾਂ। ਹਾਂਜੀ, ਔਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਅਸੀਂ ਹਮੇਸ਼ਾ ਹੀ ਇੱਕ ਐਸੇ ਗੀਤ ਨਾਲ ਕਰਦੇ ਹਾਂ ਜੋ ਕਿ ਇੱਕ ਸੁਨੇਹਾ ਵੀ ਦਿੰਦਾ ਹੈ, ਔਰ ਪ੍ਰੋਗਰਾਮ ਦਾ ਆਗਾਜ਼ ਜਿਹੜਾ ਹੈ ਉਹ ਵੀ ਇੱਕ ਵਧੀਆ ਮਿਊਜ਼ਿਕ ਤੋਂ ਸ਼ੁਰੂ ਹੁੰਦਾ ਹੈ। ਉਸ ਗੀਤ ਤੋਂ ਬਾਅਦ ਵਾਪਸ ਜੁੜਦੇ ਹਾਂ ਇਸ ਟੌਪਿਕ ਤੇ, ਸੈਪਰੇਸ਼ਨ ਔਰ ਡਿਵੋਰਸ ਕਿਵੇਂ ਹੈਂਡਲ ਕਰਦੇ ਹਾਂ। ਜਦੋਂ ਕਿਸੇ ਨੇ ਬਾਬਾ ਬੁੱਲੇ ਸ਼ਾਹ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਇੰਨੀ ਗਰੀਬੀ 'ਚ ਵੀ ਰਹਿ ਕੇ ਰੱਬ ਦਾ ਸ਼ੁਕਰੀਆ ਕਿੱਦਾਂ ਅਦਾ ਕਰਦੇ ਹੋ, ਤੇ ਬਾਬਾ ਜੀ ਨੇ ਕੀ ਕਿਹਾ? ਚੜ੍ਹਦੇ ਸੂਰਜ ਢਲਦੇ ਦੇਖੇ, ਬੁਝਦੇ ਦੀਵੇ ਬਲਦੇ ਦੇਖੇ, ਹੀਰੇ ਦਾ ਕੋਈ ਮੋਲ ਨਾ ਜਾਣੇ, ਖੋਟੇ ਸਿੱਕੇ ਚੱਲਦੇ ਦੇਖੇ। ਚੜ੍ਹਦੇ ਸੂਰਜ ਢਲਦੇ ਦੇਖੇ, ਬੁਝਦੇ ਦੀਵੇ ਬਲਦੇ ਦੇਖੇ, ਹੀਰੇ ਦਾ ਕੋਈ ਮੋਲ ਨਾ ਜਾਣੇ, ਖੋਟੇ ਸਿੱਕੇ ਚੱਲਦੇ ਦੇਖੇ। ਜਿਨ੍ਹਾਂ ਦਾ ਨਾ ਜਗ ਤੇ ਕੋਈ, ਜਿਨ੍ਹਾਂ ਦਾ ਨਾ ਜਗ ਤੇ ਕੋਈ, ਉਹ ਵੀ ਪੁੱਤਰ ਪਲਦੇ ਦੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ। ਲੋਕੀ ਕਹਿੰਦੇ ਦਾਲ ਨੀ ਗਲਦੀ, ਲੋਕੀ ਕਹਿੰਦੇ ਦਾਲ ਨੀ ਗਲਦੀ, ਮੈਂ ਤੇ ਪੱਥਰ ਗਲਦੇ ਦੇਖੇ, ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ, ਹੱਥ ਖਾਲੀ ਉਹ ਮਲਦੇ ਦੇਖੇ, ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ, ਹੱਥ ਖਾਲੀ ਉਹ ਮਲਦੇ ਦੇਖੇ। ਕਈ ਪੈਰਾਂ ਤੋਂ ਨੰਗੇ ਫਿਰਦੇ ਫਿਰਦੇ ਫਿਰਦੇ, ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਦੇ ਛਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ, ਮੈਨੂੰ ਦਾਤਾ ਸਭ ਕੁਝ ਦਿੱਤਾ, ਕਿਉਂ ਨਾ ਸ਼ੁਕਰ ਮਨਾਵਾਂ, ਕਿਉਂ ਨਾ ਸ਼ੁਕਰ ਮਨਾਵਾਂ, ਕਿਉਂ ਨਾ ਸ਼ੁਕਰ ਮਨਾਵਾਂ। ਵੇ ਜੁਗਣੀ ਕਹਿੰਦੀ ਆ, ਵੇ ਜੁਗਣੀ ਕਹਿੰਦੀ ਆ, ਉਹ ਮਨ ਵਿੱਚ ਅੰਦਰ ਵਸਦਾ ਏ, ਵੇ ਜੁਗਣੀ ਕਹਿੰਦੀ ਆ, ਉਹ ਹਰ ਵੇਲੇ ਮੈਨੂੰ ਦਿਸਦਾ ਏ, ਵੇ ਜੁਗਣੀ ਕਹਿੰਦੀ ਆ, ਉਹ ਕਣ ਕਣ ਦੇ ਵਿੱਚ ਰਿਸਦਾ ਏ, ਵੇ ਜੁਗਣੀ ਕਹਿੰਦੀ ਆ, ਉਹ ਅੱਖਾਂ ਵਿੱਚ ਮੇਰੇ ਵਸਦਾ ਏ, ਵੇ ਜੁਗਣੀ ਕਹਿੰਦੀ ਆ, ਉਹ ਜਗਮਗ। ਰੇਡੀਓ ਜ਼ਿੰਦਾਬਾਦ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਫੇਰ ਤੋਂ ਜੀ ਆਇਆਂ। ਅੱਜ ਦਾ ਸਾਡਾ ਟੌਪਿਕ ਸੈਪਰੇਸ਼ਨ ਤੇ ਡਿਵੋਰਸ ਦੇ ਉੱਤੇ ਹੈ। ਪਾਰਟ 1 ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਕੀ ਐਸੇ ਖਾਸ ਫੈਕਟਰਸ ਨੇ, ਕੀ ਐਸੇ ਖਾਸ ਕਾਰਨ ਨੇ ਜਿਹਦੇ ਕਰਕੇ ਕੋਈ ਵੀ ਪਰਿਵਾਰ ਜਿਹੜਾ ਆ ਉਹ ਸੈਪਰੇਸ਼ਨ ਜਾਂ ਡਿਵੋਰਸ ਤੱਕ ਉਹਦੇ ਹਾਲਾਤ ਪਹੁੰਚਦੇ ਨੇ। ਸਾਡੇ ਨਾਲ ਸਾਡੇ ਐਕਸਪਰਟ ਨੇ ਸਤਵਿੰਦਰ ਜੀ, ਉਹਨਾਂ ਦੇ ਵੀ ਵਿਚਾਰ ਲਏ ਜਾਣਗੇ, ਕਿਉਂਕਿ ਇਹ ਐਸੇ ਕੇਸ ਜਿਹੜੇ ਆ ਤਕਰੀਬਨ ਹਰ ਰੋਜ਼ ਕਈ ਵਾਰ ਜਿਹੜੇ ਆ ਉਹ ਡਿਸਕਸ ਕਰਦੇ ਨੇ, ਔਰ ਕੈਨੇਡਾ ਦੇ ਵਿੱਚ ਕਈ ਸਾਲਾਂ ਤੋਂ ਇਹ ਪ੍ਰੈਕਟਿਸ ਕਰ ਰਹੇ ਨੇ। ਸਤਵਿੰਦਰ ਜੀ, ਮੈਂ ਗੱਲ ਸ਼ੁਰੂਆਤ ਕਰਨ ਲੱਗਾ ਕਿਉਂਕਿ ਇਹ ਇੱਕ ਐਸਾ ਟੌਪਿਕ ਹੈ ਜਿਹੜਾ ਕੋਈ ਵੀ ਜਿਹੜਾ ਹੈ ਚਾਹੁੰਦਾ ਨਹੀਂ ਕਿ ਉਹਦੀ ਲਾਈਫ 'ਚ ਜਾਂ ਉਹਦੀ ਫੈਮਿਲੀ ਦੇ ਨਾਲ ਹੋਏ, ਮਗਰ ਇਹ ਹਕੀਕਤ ਹੈ ਕਿ ਜਿਸ ਤਰੀਕੇ ਦੇ ਨਾਲ ਦੁਨੀਆ ਚੱਲ ਰਹੀ ਆ ਅੱਜ ਦੇ ਦਿਨ 'ਚ ਤਕਰੀਬਨ 43 ਤੋਂ 46%, 43 to 46% ਜਿਹੜਾ ਆ ਉਹ ਡਾਈਵੋਰਸ ਰੇਟ ਹੈ। ਦੈਟ ਮੀਨਸ ਜੇ ਤੁਹਾਡੇ 2 ਬੱਚੇ ਨੇ ਜਾਂ ਮੇਰੇ 2 ਬੱਚੇ ਨੇ, ਸੋ ਬਹੁਤ ਸਾਰੇ ਚਾਂਸਿਸ ਨੇ ਕਿ ਉਹਨਾਂ 'ਚੋਂ ਇੱਕ ਜਣੇ ਦਾ ਜਿਹੜਾ ਆ ਉਹ ਸੈਪਰੇਸ਼ਨ ਜਾਂ ਡਿਵੋਰਸ ਜਿਹੜਾ ਆ ਹੋਏਗਾ। ਓਕੇ, ਔਰ ਨਾਲ ਇਹ ਵੀ ਗੱਲ ਮੈਂ ਤੁਹਾਨੂੰ ਜਿਹੜੀ ਪੁੱਛਣਾ ਚਾਹੁੰਦਾ ਹਾਂ ਕਿ ਬੜੀ ਇੱਕ ਮਸ਼ਹੂਰ ਗੱਲ ਹੈ ਕਿ ਕਹਿੰਦੇ ਆ ਕਿ ਅਸੀਂ ਬਚਪਨ ਛੱਡ ਦਿੰਦੇ ਹਾਂ ਪਰ ਬਚਪਨ ਸਾਨੂੰ ਕਦੀ ਨਹੀਂ ਛੱਡਦਾ, ਰਾਈਟ? ਸੋ ਇਟਸ ਅ ਵੈਰੀ ਫੇਮਸ, ਤੁਸੀਂ ਵੇਖੋ ਸਾਈਕੋਲੋਜੀ ਪੜ੍ਹੀ ਆ, ਅਸੀਂ ਜਿੰਨੀ ਪੜ੍ਹੀ ਆ ਉਹਦੇ 'ਚ ਬੜਾ ਕਲੀਅਰ ਲਿਖਿਆ ਕਿ we leave our childhood but childhood never leaves us. ਓਕੇ, ਔਰ ਮੈਂ ਜਿਹੜੀ ਸ਼ੁਰੂਆਤ ਇੱਥੇ ਤਾਂ ਕਰਨਾ ਚਾਹੁੰਦਾ ਕਿਉਂਕਿ ਜਿਨ੍ਹਾਂ ਦੇ ਸੈਪਰੇਸ਼ਨ ਹੋ ਚੁੱਕੀ ਹੈ ਜਾਂ ਡਿਵੋਰਸ ਹੋ ਗਿਆ ਉਹ ਤਾਂ ਇੱਕ ਚਲੋ ਵੱਖਰੀ ਗੱਲ ਹੈ, ਮਗਰ ਕਈ ਵਾਰ ਅਸੀਂ ਇਸ ਚੀਜ਼ ਦੀ ਅਹਿਮੀਅਤ ਜਿਹੜੀ ਆ ਨਹੀਂ ਸਮਝਦੇ ਕਿ ਇਹਦੀ ਐਕਚੁਅਲ ਪਰਸਨੈਲਿਟੀ ਦੀ ਜਿਹੜੀ ਬੁਨਿਆਦ ਹੈ ਉਹ ਸਾਡੇ ਬਚਪਨ 'ਚ ਰੱਖੀ ਗਈ ਹੈ ਕਿਤੇ ਨਾ ਕਿਤੇ, ਰਾਈਟ? ਅਤੇ ਤੁਸੀਂ ਐਜ਼ ਐਨ ਐਕਸਪਰਟ ਕੀ ਦੱਸਦੇ ਹੋ ਕਿ ਜਿਵੇਂ ਉਹ ਕਹਿੰਦੇ ਆ ਕਿ ਜਿਹੜੇ ਬਹੁਤ ਲੱਕੀ ਹੁੰਦੇ ਆ ਉਹ ਬੱਚੇ ਜਿਹੜੇ ਪੋਜ਼ੀਟਿਵ ਐਕਸਪੀਰੀਅੰਸ ਲੈ ਕੇ ਆਪਣੇ ਬਚਪਨ 'ਚ ਜਾਂ ਉਹ ਘੱਟ ਡੈਮੇਜ ਦੇ ਨਾਲ ਜਿਹੜੇ ਆ ਉਹ ਅਡਲਟਹੁੱਡ 'ਚ ਵੜਦੇ ਆ, ਮਗਰ ਬਹੁਤ ਸਾਰੇ ਸਾਡੇ 'ਚੋਂ ਜਿਹੜੇ ਆ ਬੱਚੇ ਜਿਹੜੇ ਅਸੀਂ ਅਡਲਟ ਬਣੇ ਆ
ਉਹ ਇੱਕ ਪੁਰਾਣੀਆਂ ਮੈਮਰੀਜ਼, ਓਲਡ ਟ੍ਰਿਗਰਸ, ਓਲਡ ਜਿਹੜੀਆਂ ਐਂਗਜ਼ਾਈਟੀਜ਼, ਉਹ ਜਿਹੜੀਆਂ ਜੋ ਉਹਨਾਂ ਨੇ ਵੇਖੀਆਂ ਹਾਲਾਤਾਂ ਦੇ ਵਿੱਚ, ਖਾਸ ਤੌਰ 'ਤੇ ਆਪਣੇ ਘਰ ਦੇ ਵਿੱਚ, ਉਹ ਲੈ ਕੇ ਵੀ ਵੱਡੇ ਹੋਏ ਆ। ਔਰ ਹਰ ਸਿਚੁਏਸ਼ਨ ਨੂੰ, ਹਰ ਸਰਕਮਸਟਾਂਸ ਨੂੰ ਅਸੀਂ ਉਸ ਬੇਸ ਦੇ ਉੱਤੇ ਹੀ ਜਿਹੜਾ ਆ ਸਾਰੀ ਲਾਈਫ ਅਸੀਂ ਟੈਕਲ ਕਰਦੇ ਹਾਂ, ਰਾਈਟ। ਦੇਖੋ ਸਾਨੂੰ, ਅਸੀਂ ਛੋਟੇ ਹੁੰਦੇ ਸੀ ਉਦੋਂ ਸਾਨੂੰ ਕਿਹਾ ਜਾਂਦਾ ਸੀ ਵੇਖੋ ਜੀ ਪਰਸਨੈਲਿਟੀ ਜਿਹੜੀ ਆ ਉਹ ਤਾਂ 5-7 ਸਾਲ 'ਚ ਬਣ ਜਾਂਦੀ ਹੈ ਨਾ, ਪਰ ਕਿਤੇ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਮਾਂ-ਬਾਪ ਜਾਂ ਜਿਹੜੀ ਗਰੂਮਿੰਗ ਹੈ, ਚਾਹੇ ਅਸੀਂ ਹੁਣ ਅੱਜ ਮਾਂ-ਬਾਪ ਹੈਗੇ ਆ, ਕਿਤੇ ਨਾ ਕਿਤੇ ਅਸੀਂ ਉਹ ਫੈਕਟਰ, ਬੇਸ਼ੱਕ ਅਸੀਂ ਆਪ ਸੈਪਰੇਸ਼ਨ ਹੰਡਾਈ ਹੋਏ ਜਾਂ ਡਿਵੋਰਸ ਹੰਡਾਇਆ, ਕਿਤੇ ਨਾ ਕਿਤੇ ਅਸੀਂ ਗਾਂਹ ਜਿਹੜੀ ਇੱਕ ਸਰਕਲ ਦੇਈ ਜਾ ਰਹੇ ਹਾਂ, ਜਿੱਥੇ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਦਾ ਚਾਈਲਡਹੁੱਡ ਜਿਹੜਾ ਆ ਇਸੇ ਕੁਐਸਚਨ ਦੇ ਨਾਲ ਚੱਲੇਗਾ। ਦਰ ਚਾਈਲਡਹੁੱਡ ਤੇ ਖਤਮ ਹੋ ਜਾਏਗਾ, ਪਰ ਚਾਈਲਡਹੁੱਡ ਨੇ ਨਾਲ ਕਦੀ ਨਹੀਂ ਖਤਮ ਹੋਣਾ। ਤੇ ਤੁਹਾਡੇ ਇਹਦੇ ਉੱਤੇ ਕੀ ਐਕਸਪਰਟ ਕਮੈਂਟਸ ਨੇ ਕਿ ਹਾਊ ਮੱਚ ਜਿਹੜਾ ਚਾਈਲਡਹੁੱਡ ਹੈ, ਬਚਪਨ ਜਿਹੜਾ ਉਹਦਾ ਇਸ ਹਾਲਾਤਾਂ ਦੇ ਜੋ ਹਾਲਾਤ ਬਣਦੇ, ਜੋ ਇਹਦੇ ਅੱਗੇ ਅਸੀਂ ਗੱਲ ਕਰਾਂਗੇ ਸੈਪਰੇਸ਼ਨ ਔਰ ਡਿਵੋਰਸ ਦੀ, ਉਹਦੇ 'ਚ ਬਚਪਨ ਦਾ ਕੀ ਰੋਲ ਹੈ? ਬਹੁਤ ਵੱਡਾ, ਜੋ ਤੁਸੀਂ ਗੱਲ ਕਹਿ ਹੀ ਦਿੱਤੀ ਕਿ ਸਾਡਾ ਬਚਪਨ ਸਾਨੂੰ ਕਦੇ ਨਹੀਂ ਛੱਡਦਾ ਔਰ ਅਸੀਂ ਉਸ ਬਚਪਨ ਨੂੰ ਨਾਲ ਲੈ ਕੇ ਚੱਲਦੇ ਹਾਂ। ਬਿਲਕੁਲ ਸਹੀ ਗੱਲ, ਕਿਉਂਕਿ ਸਾਡੀ ਜਿਹੜੀ ਡਿਵੈਲਪਮੈਂਟ ਹੈ ਜਾਂ ਸਾਡੀ ਫਾਊਂਡੇਸ਼ਨ ਹੈ ਉਹ ਤਾਂ ਸਾਡੀ ਬਚਪਨ ਤੋਂ ਸ਼ੁਰੂ ਹੋਈ, ਜਦੋਂ ਅਸੀਂ ਪੈਦਾ ਹੋਏ। ਉਹ ਜੋ ਸਾਡੀ ਪਰਵਰਿਸ਼ ਸਾਨੂੰ ਮਿਲੀ, ਹੁਣ ਪਰਵਰਿਸ਼ ਦੇ ਵਿੱਚ ਬਹੁਤ ਕੁਝ ਆਉਂਦਾ ਹੈ, ਸਿਰਫ ਮਾਂ-ਬਾਪ ਹੀ ਨਹੀਂ ਆਉਂਦੇ, ਮਾਂ-ਬਾਪ ਦਾ ਬਹੁਤ ਵੱਡਾ ਰੋਲ ਹੈਗਾ ਹੀ ਹੈ। ਤੁਹਾਡੇ ਘਰ ਦਾ ਐਨਵਾਇਰਨਮੈਂਟ, ਤੁਹਾਡੇ ਅਰਾਊਂਡਿੰਗ ਜਿਹੜਾ ਐਨਵਾਇਰਨਮੈਂਟ ਹੈ, ਤੁਹਾਡੇ ਰਿਲੇਸ਼ਨਸ਼ਿਪ, ਫਿਰ ਤੁਹਾਡਾ ਐਜੂਕੇਸ਼ਨ, ਫਿਰ ਤੁਹਾਡੀਆਂ ਜਿਹੜੀਆਂ ਸਰਕਮਟਾਂਸਿਸ ਆਉਂਦੀਆਂ, ਜੋ ਤੁਹਾਡੇ ਪੇਰੈਂਟਸ ਡੀਲ ਕਰਦੇ ਹੈ, ਜੋ ਤੁਹਾਡੇ ਉੱਤੇ ਆਉਂਦੀ ਹੈ, ਤੁਸੀਂ ਕਿਵੇਂ ਡੀਲ ਕਰਦੇ ਹੋ। ਯਾਨੀ ਕਿ ਅਗਰ ਤੁਹਾਡੇ ਉੱਤੇ ਪ੍ਰੋਬਲਮਸ ਆਈ ਤਾਂ ਤੁਹਾਡੇ ਪੇਰੈਂਟਸ ਤੁਹਾਨੂੰ ਕੀ ਟੀਚ ਕਰਦੇ, ਹਾਊ ਦੇ ਹੈਲਪ ਤੁਹਾਨੂੰ ਕਰਦੇ ਹੈ ਕਿ ਇਹ ਸਿਚੁਏਸ਼ਨਸ ਨਾਲ ਕਿਵੇਂ ਡੀਲ ਕੀਤਾ ਜਾਵੇ। ਸੋ ਉਹ ਫਾਊਂਡੇਸ਼ਨਸ ਤਿਆਰ ਹੋ ਰਹੀਆਂ, ਉਹ ਨਾਲ ਨਾਲ ਵੈਲਿਊ ਵੀ ਤਿਆਰ ਹੋ ਰਹੀਆਂ। ਮਾਂ-ਬਾਪ ਜਿਹੜੇ ਹੈਗੇ ਹੈ ਉਸ ਟਾਈਮ ਦੇ ਵਿੱਚ ਜਿਸ ਸਿਚੁਏਸ਼ਨ ਨੂੰ ਉਹ ਆਪਣੇ ਹਿਸਾਬ ਨਾਲ ਦੇਖ ਰਹੇ ਹੈ, ਬੱਚੇ ਦੇ ਹਿਸਾਬ ਨਾਲ ਦੇਖ ਰਹੇ ਹੈ। ਉਸ ਟਾਈਮ ਮਾਂ-ਬਾਪ ਦੀ ਉਮਰ 20 ਸਾਲ ਹੈ, ਸ਼ਾਇਦ 30 ਸਾਲ ਹੈ, 25 ਸਾਲ ਹੈ, ਲੇਕਿਨ ਜਿਹੜੇ ਬੱਚੇ ਉਹਨਾਂ ਦੀ ਉਮਰ ਦੇਖੋ ਬਹੁਤ ਛੋਟੀ ਹੈ। ਲੇਕਿਨ ਜਦੋਂ ਮਾਂ-ਬਾਪ ਉਹਨਾਂ ਨੂੰ ਟੀਚ ਕਰਨ ਲੱਗਦੇ ਆ, ਜਦੋਂ ਉਹਨਾਂ ਦੇ ਲੇਵਲ ਤੇ ਆ ਕੇ ਉਹਨੂੰ ਟੀਚ ਨਹੀਂ ਕਰ ਪਾਉਂਦੇ, ਦੇਰ ਆਰ ਮੈਨੀ ਥਿੰਗਸ ਜਿਹੜੀਆਂ ਹੈਗੀਆਂ ਉੱਥੇ ਡੈਮੇਜ ਹੋਣੀਆਂ ਸ਼ੁਰੂ ਹੁੰਦੀਆਂ। ਸੋ ਮੇਰੀ ਐਕਸਪਰਟੀਜ਼ ਦੇ ਹਿਸਾਬ ਨਾਲ ਮੈਂ ਅੱਗੇ ਜਾ ਕੇ ਵੀ ਇਹੀ ਗੱਲ ਬੋਲੂੰਗੀ ਕਿ ਲੈਕ ਆਫ ਕਮਿਊਨੀਕੇਸ਼ਨ ਸਕਿੱਲ ਇਹ ਬਹੁਤ ਵੱਡਾ ਪਾਰਟ ਹੈਗਾ। ਇਸ ਸ਼ੁਰੂਆਤ ਤੋਂ ਲੈ ਕੇ ਅੱਗੇ ਤੱਕ ਆਪਾਂ ਇਹਦੇ ਉੱਤੇ ਗੱਲਬਾਤ ਹੋਰ ਕਰਾਂਗੇ। ਦੇਖੋ ਸੋ ਇਹਦਾ ਮਤਲਬ, ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਉਹ ਫੈਕਟਰਸ ਨੇ ਜਿਹਦੇ ਕਰਕੇ ਸੈਪਰੇਸ਼ਨ ਔਰ ਡਿਵੋਰਸ ਹੁੰਦਾ, ਮਗਰ ਉਹ ਜਿਹੜੀ ਉਹ ਸਿਚੁਏਸ਼ਨ ਆਉਂਦੀ ਹੈ ਜਾਂ ਉਹ ਫੈਕਟਰਸ ਜਿਹੜੇ ਬਣਦੇ ਆ ਉਹ ਕਿਸੇ ਪਰਸਨੈਲਿਟੀ ਕਰਕੇ ਬਣਦੇ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਬਹੁਤ ਜ਼ਰੂਰੀ ਚੀਜ਼ ਹੈ ਕਿ ਅਸੀਂ ਬੱਚਿਆਂ ਨੂੰ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਗਾਂ ਜਿਹੜੇ ਆ ਉਹ ਡਿਵੋਰਸ ਜਾਂ ਸਿਚੁਏਸ਼ਨ ਸੈਪਰੇਸ਼ਨ ਵਿੱਚ ਨਾ ਵੜਨ, ਉਹ ਹੈਂਡਲ ਕਰ ਸਕਣ ਵਧੀਆ ਉਸ ਤਰੀਕੇ ਨੂੰ, ਸੋ ਸਾਨੂੰ ਉਹਨਾਂ ਨੂੰ ਐਸਾ ਬਚਪਨ ਦੇਣਾ ਚਾਹੀਦਾ ਕਿ ਜਿਹੜਾ ਕਿ ਉਹਨਾਂ 'ਤੇ ਪੋਜ਼ੀਟਿਵ ਇੰਪੈਕਟ ਰੱਖੇ, ਜਿਹੜਾ ਕਿ ਉਹਨਾਂ ਨੂੰ ਘੱਟ ਤੋਂ ਘੱਟ ਡੈਮੇਜ ਦੇ ਨਾਲ ਉਹਨਾਂ ਨੂੰ ਅਡਲਟਹੁੱਡ 'ਚ ਵਾੜੇ, ਰਾਈਟ। ਕਿਉਂਕਿ ਇੱਕ ਵੇਖੋ ਬਹੁਤ ਵੱਡੀ ਕਹਾਵਤ ਹੈਗੀ ਆ ਸਾਈਕੋਲੋਜੀ 'ਚ, ਤੁਸੀਂ ਵੀ ਬੜੀ ਵਾਰੀ ਸੁਣੀ ਹੋਏਗੀ, ਕਿ ਕਹਿੰਦੇ ਆ ਵੀ ਸਾਡੇ ਰਿਲੇਸ਼ਨਸ਼ਿਪ ਜਿਹੜੇ ਆ ਆਰ ਅਲਟੀਮੇਟਲੀ ਅਬਾਊਟ ਹੀਲਿੰਗ ਆਰ ਵੂੰਡਸ। ਮਤਲਬ ਜੀ ਹਰ ਰਿਸ਼ਤਾ ਆਪਣੇ ਕਿਸੇ ਪੁਰਾਣੇ ਜ਼ਖਮ ਨੂੰ ਮਿਟਾਉਣ ਵਾਸਤੇ ਬਣਾਉਂਦੇ ਆ, ਠੀਕ ਹੈ। ਸੋ ਇਹ ਕਿਹਾ ਜਾਂਦਾ ਹੈ ਕਿ ਜੇ ਮੈਂ ਬਚਪਨ 'ਚ ਫੋਰ ਐਗਜ਼ਾਮਪਲ ਇਹ ਵੇਖਿਆ ਕਿ ਮੇਰੀ ਮਦਰ ਬਹੁਤ ਸਟ੍ਰਿਕਟ ਸੀਗੇ, ਰਾਈਟ, ਤੇ ਮੇਰਾ ਵਿਆਹ ਜਿਹੜਾ ਆ ਉਹ ਇੱਕ ਐਸੀ ਔਰਤ ਨਾਲ ਹੋਇਆ ਜਾਂ ਲੇਡੀ ਨਾਲ ਹੋਇਆ ਜਿਹੜੀ ਉਹਦੇ ਨਾਲੋਂ ਘੱਟ ਸਟ੍ਰਿਕਟ ਹੈ, ਤਾਂ ਮੈਨੂੰ ਲੱਗਿਆ ਕਿ ਯਾਰ ਦਿਸ ਇਜ਼ ਦ ਬੈਸਟ, ਰਾਈਟ। ਵੇਅਰ ਐਜ਼ ਹੈ ਉਹ ਸਿਚੁਏਸ਼ਨ ਕਰੈਕਟ ਨਹੀਂ ਹੈਗੀ, ਇਟਸ ਸਟਿਲ ਅ ਬੈਡ ਸਿਚੁਏਸ਼ਨ, ਮਗਰ ਅਸੀਂ ਪੁਰਾਣੇ ਵੂੰਡ ਨੂੰ ਕਵਰ ਕਰਨ ਵਾਸਤੇ ਇੱਕ ਨਵਾਂ ਰਿਲੇਸ਼ਨਸ਼ਿਪ ਬਣਾਉਂਦੇ ਹਾਂ, ਰਾਈਟ। ਸੋ ਇਹ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਇਹ ਇੱਕ ਬੜਾ ਵੱਡਾ ਸਾਈਕਲ ਹੈ ਜਿਹਨੂੰ ਸਮਝਣ ਦੀ ਲੋੜ ਹੈ, ਕਿਉਂਕਿ ਅਸੀਂ ਜਦੋਂ ਫੈਕਟਰਾਂ ਦੀ ਗੱਲ ਕਰਾਂਗੇ ਉਹਦੇ ਵਿੱਚ ਸਾਰਾ ਹੀ ਇਹ ਆਏਗਾ। ਸੋ ਤੁਸੀਂ ਇੰਨੇ ਕੇਸ ਡੀਲ ਕੀਤੇ ਆ, ਤੁਹਾਨੂੰ ਕੀ ਲੱਗਦਾ ਵੀ ਕਿਤੇ ਨਾ ਕਿਤੇ ਸਾਡੀ ਖਾਸ ਤੌਰ 'ਤੇ ਸਾਊਥ ਏਸ਼ੀਅਨ ਭਾਈਚਾਰੇ ਵਿੱਚ, ਕਿਉਂਕਿ ਅਸੀਂ ਸਾਈਕੋਲੋਜੀ ਉੱਤੇ ਜਿਹੜਾ ਆ ਬਹੁਤ ਘੱਟ ਐਂਫੈਸਿਸ ਦਿੰਦੇ ਆ, ਅਸੀਂ ਕਾਉਂਸਲਿੰਗ ਉੱਤੇ ਬਹੁਤ ਘੱਟ ਐਂਫੈਸਿਸ ਦਿੰਦੇ ਆ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਇਸ ਚੀਜ਼ ਮਾਰ ਖਾ ਰਹੇ ਹਾਂ ਜਿਹਦੇ ਨਾਲ ਅਸੀਂ ਬੱਚਿਆਂ ਦੀ ਪਰਸਨੈਲਿਟੀ ਜਿਹੜੀ ਆ ਅਡਲਟਹੁੱਡ ਤੋਂ ਪਹਿਲਾਂ ਹੀ ਕਾਫੀ ਹੱਦ ਤੱਕ ਡੈਮੇਜ ਕਰ ਦਿੰਦੇ? ਦੇਖੋ ਹੁਣ ਤੁਸੀਂ ਆਪਾਂ ਦੋ ਸਿਨੈਰੀਓ ਨੂੰ ਲੈ ਕੇ ਚੱਲ ਰਹੇ ਹਾਂ। ਇੱਕ ਪਾਸੇ ਅਸੀਂ ਇੱਕ ਲੈ ਕੇ ਚੱਲ ਰਹੇ ਹਾਂ ਕਿ ਮਾਂ-ਬਾਪ, ਔਰ ਇੱਕ ਪਾਸੇ ਹੈ ਸਾਡੇ ਬੱਚੇ।
ਯੈਸ ਬੱਚਿਆਂ ਦੀ ਪਰਸਨੈਲਿਟੀ ਨੂੰ ਅਸੀਂ ਡੈਮੇਜ ਕਰਦੇ ਨੇ ਐਜ਼ ਏ ਪੇਰੈਂਟਸ। ਹੁਣ ਅਗਰ ਮੈਂ ਤੁਸੀਂ ਐਜ਼ ਏ ਕਾਉਂਸਲਰ ਐਜ਼ ਏ ਥੈਰੇਪਿਸਟ ਮੇਥੋਂ ਪੁੱਛੋ ਤਾਂ ਮੇਰੇ ਕੋਲ ਦਿਨ ਰਾਤ ਇਹ ਫੋਨ ਆਉਂਦੇ ਹੈ ਜਿਹਦੇ ਵਿੱਚ ਪੇਰੈਂਟਸ ਕਹਿੰਦੇ ਆ ਕਿ ਦੇਖੋ ਮੇਰਾ ਬੇਟਾ ਡਰੱਗਸ ਦੇ ਵਿੱਚ ਜਾ ਰਿਹਾ ਜਾਂ ਮੇਰਾ ਬੇਟਾ ਇਸ ਐਂਗਜ਼ਾਈਟੀ ਸਟ੍ਰੈਸ ਦੇ ਵਿੱਚ ਜਾ ਰਿਹਾ ਯੈਸ, ਲੇਕਿਨ ਉਹ ਲੈਣ ਨੂੰ ਤਿਆਰ ਨਹੀਂ ਹੈ, ਉਹ ਸੈਸ਼ਨ ਲੈਣ ਨੂੰ ਤਿਆਰ ਨਹੀਂ ਹੈ। ਲੇਕਿਨ ਜਦੋਂ ਮੈਂ ਕਹਿੰਦੀ ਹਾਂ ਕਿ ਪੇਰੈਂਟਸ ਤੁਸੀਂ ਥੋੜ੍ਹੇ ਜਿਹੇ ਸਮ ਸੈਸ਼ਨਸ ਤੁਸੀਂ ਲੈ ਲਓ ਜਿਹਦੇ ਨਾਲ ਤੁਸੀਂ ਅੰਡਰਸਟੈਂਡ ਕਰ ਸਕੋ ਜਾਂ ਤੁਸੀਂ ਉਹ এনवायरमेंट ਕ੍ਰੀਏਟ ਕਰ ਸਕੋ ਘਰ ਦੇ ਵਿੱਚ ਜਾਂ ਤੁਸੀਂ ਹੈਲਪ ਕਰ ਸਕੋ ਦੈਟ ਸਪੋਰਟ ਕਿ ਅੱਜ ਉਹ ਬੱਚਾ ਨਿਕਲ ਕੇ ਨਹੀਂ ਆ ਰਿਹਾ ਤਾਂ ਉੱਥੇ ਪੇਰੈਂਟਸ ਦਾ 100% ਦੇ ਵਿੱਚੋਂ ਮੈਂ ਕਹਾਂ ਵੈਰੀ 1 or 2% ਪੇਰੈਂਟਸ ਹੋਣੇ ਆ ਜਿਹੜੇ ਕਹਿੰਦੇ ਕਿ ਯੈਸ ਇਹ ਤਾਂ ਬਹੁਤ ਅੱਛੀ ਗੱਲ ਹੈ, ਅਗਰ ਮੈਂ ਸਿੱਖ ਲੂੰਗੀ ਤਾਂ ਅਗਰ ਮੇਰੇ ਵਿੱਚ ਉਹ ਸਕਿੱਲਸ ਆ ਜਾਣ ਤਾਂ ਸ਼ਾਇਦ ਮੈਂ ਵੀ ਹੈਲਪ ਕਰ ਸਕੂੰਗੀ। ਬਹੁਤ ਰੇਅਰ ਪੇਰੈਂਟਸ ਹੈ ਜਿਹੜੇ ਆ ਕੇ ਇਹ ਚੀਜ਼ ਨੂੰ ਸਮਝਦੇ ਆ ਯੈਸ, ਕਿਉਂਕਿ ਹੁਣ ਉਹ ਸਮਝਣ ਦੀ ਕਮੀ ਹੈ ਦੈਟ ਲਾਈਕ ਯੂ ਨੋ ਦ ਲੈਕ ਆਫ ਅੰਡਰਸਟੈਂਡਿੰਗ ਕਿ ਇਹ ਮੈਂ ਕ੍ਰੀਏਟ ਕਰ ਰਿਹਾ, ਇਹ ਮੇਰੇ ਘਰ ਦਾ এনवायरमेंट ਹੀ ਕ੍ਰੀਏਟ ਕਰ ਰਿਹਾ ਇਹੋ ਜਿਹਾ ਕਿ ਜਿਹਦੇ ਨਾਲ ਮੇਰੇ ਬੱਚੇ ਜਿਹੜੇ ਹੈਗੇ ਉਹ ਡੈਮੇਜ ਹੋ ਰਹੇ ਆ। ਪਰ ਉਹ ਦੈਟਸ ਕਾਲਡ ਕਿ ਅਕਨੋਲੇਜਮੈਂਟ ਹੀ ਨਹੀਂ ਹੈਗੀ। ਇਹ ਨਹੀਂ ਪਤਾ ਉਹ ਬੱਚਾ ਸਟ੍ਰੈਸ ਦੇ ਵਿੱਚ ਜਾ ਰਿਹਾ ਜਾਂ ਉਹ ਡਰੱਗ ਲੈ ਰਿਹਾ ਜਾਂ ਉਹ ਡੈਮੇਜ ਹੋ ਰਿਹਾ ਹੈ, ਇਹਦੀ ਐਕਨੋਲੇਜਮੈਂਟ ਹੀ ਨਹੀਂ ਹੋ ਰਹੀ। ਲੇਕਿਨ ਅਗਰ ਉਹ ਕਾਉਂਸਲਰ ਨੂੰ ਕਹਿੰਦੇ ਆ ਕਿ ਤੁਸੀਂ ਮੇਰੇ ਬੱਚੇ ਨੂੰ ਟਰੀਟ ਕਰ ਦਿਓ, ਮੇਰੇ ਬੱਚੇ ਨੂੰ ਠੀਕ ਕਰ ਦਿਓ, ਇਟਸ ਨਾਟ ਲਾਈਕ ਕਿ ਅਸੀਂ ਕਾਉਂਸਲਰ ਨਹੀਂ ਕਰਨਾ ਚਾਹੁੰਦੇ, ਪਰ ਬੱਚੇ ਨੂੰ ਵੀ ਤਾਂ ਐਕਨੋਲੇਜਮੈਂਟ ਨਹੀਂ ਹੋ ਰਹੀ ਨਾ। ਬੱਚਾ ਤਾਂ ਆਲਰੇਡੀ ਪਹਿਲਾਂ ਸਟ੍ਰੈਸ ਦੇ ਵਿੱਚ ਹੈ, ਆਲਰੇਡੀ ਡੈਮੇਜ ਲਾਈਨ ਦੇ ਵਿੱਚ ਹੈਗਾ ਹੀ ਹੈ। ਜੀ ਜੀ। ਤੇ ਸਿੰਦਰ ਜੀ ਮੈਂ ਹੁਣ ਅਸੀਂ ਇਹ ਤੇ ਗੱਲ ਕਰ ਲਈ ਹੈ, ਵੇਖੋ ਕਿ ਜਿਹੜੀ ਪਰਸਨੈਲਿਟੀ ਸਾਡੀਆਂ ਬਣਦੀਆਂ ਨੇ ਉਹਦਾ ਸਾਡਾ ਬੇਸਿਕਲੀ ਅਸੀਂ ਆਪਣਾ ਚਾਈਲਡਹੁੱਡ ਮੈਮਰੀਜ਼ ਜਿਹੜੀਆਂ ਨੇ ਔਰ ਬੈਡ ਟ੍ਰਿਗਰਸ ਨੇ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੀ ਉਹ ਪਰਸਨੈਲਿਟੀ ਬਣਾ ਦਿੰਦੀਆਂ ਜਿਹੜੀਆਂ ਕਿ ਸਾਨੂੰ ਬਾਅਦ ਵਿੱਚ ਰਿਲੇਸ਼ਨਸ਼ਿਪ ਬਣਾਉਣੇ ਜਿਹੜੇ ਆ ਉਹਦੇ ਵਿੱਚ ਉਹ ਇਸ਼ੂਜ਼ ਆਉਂਦੇ ਆ। ਠੀਕ ਹੈ, ਤੇ ਇਹ ਤੇ ਇੱਕ ਚਾਈਲਡਹੁੱਡ ਜਿਹੜਾ ਆ ਉਹਦੀ ਇਹ ਇੰਪੋਰਟੈਂਸ ਹੈਗੀ ਆ ਵੀ ਬੱਚੇ ਨੂੰ ਜਿੰਨਾ ਪੋਜ਼ੀਟਿਵ ਚਾਈਲਡਹੁੱਡ ਦੇ ਸਕਦੇ ਹੋ ਔਰ ਖਾਸ ਤੌਰ ਤੇ ਜਿੱਥੇ ਕਿ ਫੈਮਿਲੀ ਜਿਹੜੀਆਂ ਨੇ ਜਿਨ੍ਹਾਂ ਦੀ ਆਲਰੇਡੀ ਬ੍ਰੇਕਡਾਊਨ ਹੋਇਆ ਜਾਂ ਉੱਥੇ ਸਿਚੁਏਸ਼ਨ ਇਹੋ ਜਿਹੀ ਚੱਲ ਰਹੀ ਆ, ਮਾਹੌਲ ਘਰ ਦਾ ਜਿਹੜਾ ਐਟਮੋਸਫੀਅਰ ਐਸਾ ਹੈ, ਤੇ ਡੈਫੀਨੇਟਲੀ ਜਿਹੜੇ ਆ ਉਹ ਬੱਚਿਆਂ ਨੂੰ ਜ਼ਰੂਰ ਜਿਹੜਾ ਆ ਕਿਤੇ ਨਾ ਕਿਤੇ ਉਹ ਨੈਗੇਟਿਵ ਅਸਰ ਹੋਏਗਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਫੈਕਟਰਸ ਜਿਹੜੇ ਆ ਆਈਡੈਂਟੀਫਾਈ ਹੋਏ ਨੇ ਕਿ ਜਿਹਦੇ ਕਾਰਨ ਬਣ ਜਾਂਦੇ ਆ ਕਿ ਕਿਉਂ ਜਿਹੜੇ ਰਿਲੇਸ਼ਨਸ਼ਿਪਸ ਨੇ ਜਿਹੜੇ ਆ ਉਹ ਨਹੀਂ ਚੱਲਦੇ। ਓਕੇ, ਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਜਿਹੜਾ ਆ ਉਹ ਪਹਿਲਾ ਜਿਹੜਾ ਟੌਪ ਮੋਸਟ ਕਾਰਨ ਆਈ ਜਾਂਦਾ, ਉਹ ਕਹਿੰਦੇ ਆ ਕਿ ਜਿੱਦਾਂ ਫੇਡਿੰਗ ਇਨਥਿਊਜ਼ੀਆਜ਼ਮ, ਰਾਈਟ, ਕਿ ਜਿਹੜਾ ਇੱਕ ਜੋਸ਼ ਹੁੰਦਾ ਆ ਰਿਲੇਸ਼ਨਸ਼ਿਪ ਦਾ ਉਹ ਜਿਹੜਾ ਉਹਦੀ એનર્ਜੀ ਜਾਂ ਉਹ ਜਿਹੜੀ ਚੀਜ਼ ਆ ਉਹ ਜਿਹੜੀ ਆ ਉਹ ਇੱਕ ਪੀਰੀਅਡ ਬਾਅਦ ਘਟ ਜਾਂਦੀ ਹੈ। ਔਰ ਅਕਸਰ ਉਹਦੇ ਵਿੱਚ ਇਹ ਵੀ ਇੱਕ ਮੇਜਰ ਫੈਕਟਰ ਜਿਹੜਾ ਆ ਜਿਹੜੀਆਂ ਸਟੱਡੀਜ਼ ਦੱਸਦੀਆਂ ਨੇ ਉਹ ਇਹ ਦੱਸਦੀਆਂ ਨੇ ਕਿ ਜਿੱਥੇ ਵੀ ਕਪਲਸ ਜਿਹੜੇ ਆ ਉਹ ਰੂਟੀਨ ਦੇ ਨਾਲ ਸਟਰਗਲ ਕਰ ਰਹੇ ਆ, ਰਾਈਟ, ਉੱਥੇ ਉਹ ਜਿਹੜਾ ਆ ਉਹਨਾਂ ਦੇ ਬਹੁਤ ਜ਼ਿਆਦਾ ਚਾਂਸਸ ਨੇ ਕਿ ਉਹ ਜਿਹੜਾ ਇਨਥਿਊਜ਼ੀਆਜ਼ਮ ਜਾਂ ਜਿਹੜਾ એનર્ਜੀ ਆ ਉਸ ਰਿਲੇਸ਼ਨਸ਼ਿਪ ਦੀ ਉਹ ਜਿਹੜੀ ਆ ਉਹ ਫੇਡ ਹੋ ਜਾਂਦੀ ਹੈ। ਸੋ ਤੁਹਾਡੇ ਐਕਸਪਰਟ ਮੈਂ ਕਮੈਂਟ ਇਹ ਲੈਣਾ ਚਾਹੁੰਦਾ ਕਿ ਤੁਸੀਂ ਕੀ ਟਿਪ ਦਿਓਗੇ ਜਿਹੜੇ ਆ ਕਪਲਸ ਨੂੰ ਕਿ ਬਈ ਜੇ ਉਹਨਾਂ ਨੂੰ ਲੱਗੇ ਕਿ ਉਹਨਾਂ ਦੇ ਰਿਸ਼ਤੇ ਦੇ ਵਿੱਚ ਉਹ ਇਨਥਿਊਜ਼ੀਆਜ਼ਮ ਜਿਹੜਾ ਉਹ ਜੋਸ਼ ਜਿਹੜਾ ਉਹ ਖਤਮ ਹੋ ਰਿਹਾ, ਸੋ ਕਿਵੇਂ ਉਹਨਾਂ ਨੂੰ ਉਹਨੂੰ ਰੈਕਟੀਫਾਈ ਕਰਨਾ ਚਾਹੀਦਾ? ਤੁਸੀਂ ਬਿਲਕੁਲ ਹੀ ਪੁਆਇੰਟ ਹੀ ਕਰਤਾ ਉਸ ਚੀਜ਼ ਤੋਂ ਕਿ ਰੂਟੀਨ ਦੀ ਕਮੀ ਹੋ ਜਾਂਦੀ ਹੈ ਐਂਡ ਐਬਸੋਲੂਟਲੀ ਰਾਈਟ। ਸਟ੍ਰੈਸ, ਐਂਗਜ਼ਾਇਟੀ ਐਂਡ ਡਿਪਰੈਸ਼ਨ ਜਿਹੜਾ ਹੈਗਾ ਉਹ ਐਕਚੁਅਲੀ ਸਟਾਰਟ ਹੀ ਉੱਥੇ ਤੋਂ ਹੁੰਦਾ ਹੈ। ਯੈਸ, ਇਹ ਕਿ ਸਾਡੀ ਪਰਵਰਿਸ਼ ਅੱਛੀ ਹੋ ਨਹੀਂ ਪਾ ਰਹੀ ਜਾਂ ਸਾਡਾ ਜਿਹੜਾ ਦਿਨ ਦੇ ਵਿੱਚ ਅਸੀਂ ਜੋ ਵੀ ਸਾਡੀ ਰਿਸਪੌਂਸਿਬਿਲਿਟੀਜ਼ ਹੈ ਜਾਂ ਸਾਡੀਆਂ ਐਕਟੀਵਿਟੀਜ਼ ਹੈਗੀਆਂ ਉਹ ਪ੍ਰੋਪਰ ਤਰੀਕੇ ਨਾਲ ਅਸੀਂ ਉਹਨੂੰ ਕੰਪਲੀਟ ਨਹੀਂ ਕਰ ਪਾ ਰਹੇ ਜਾਂ ਫੁੱਲਫਿਲ ਨਹੀਂ ਕਰ ਪਾ ਰਹੇ ਜਾਂ ਉਹਨੂੰ ਇੰਨਾ ਕਰ ਪਾ ਰਹੇ ਕਿ ਸਾਡੇ ਤੋਂ ਮੈਨੇਜ ਨਹੀਂ ਹੋ ਰਹੀਆਂ ਕਿ ਅਸੀਂ ਪੂਰੇ ਦਿਨ ਦੇ ਵਿੱਚ ਜਾਂ ਤਾਂ ਰਿਕਮੈਂਡ ਹੀ ਬਹੁਤ ਕਰ ਲੈਂਦੇ ਆਪਣੇ ਆਪ ਨੂੰ ਜਾਂ ਕਮਿਟਮੈਂਟ ਬਹੁਤ ਜ਼ਿਆਦਾ ਕਰ ਲੈਂਦੇ ਜਾਂ ਸਾਡੀ ਐਕਸਪੈਕਟੇਸ਼ਨ ਹੀ ਬਹੁਤ ਜ਼ਿਆਦਾ ਆਪਾਂ ਆਪਣੇ ਨਾਲ ਰੱਖ ਲੈਂਦੇ ਹਾਂ ਕਿ ਉਹਨੂੰ ਖਤਮ ਕਰਦੇ ਕਰਦੇ ਖੁਦ ਦੀ એનર્ਜੀ ਖਤਮ ਹੋ ਜਾਂਦੀ ਹੈ। ਹੁਣ ਜਦੋਂ ਦੇਖੋ ਆਪਣੇ ਲਈ ਆਪਣੀ એનર્ਜੀ ਖਤਮ ਹੋ ਗਈ ਤੇ ਜਿਹੜੇ ਰਿਲੇਸ਼ਨਸ਼ਿਪ ਸਾਡੇ ਨਾਲ ਜੁੜੇ ਹੋਏ ਹੈ ਉਹ ਬੱਚੇ ਹੋ ਜਾਂ ਪਤੀ ਹੈਗਾ ਜਾਂ ਬਾਕੀ ਇਨ-ਲॉज ਹੈਗੇ ਜਾਂ ਬਾਕੀ ਤੁਹਾਡੇ ਰਿਲੇਸ਼ਨਸ਼ਿਪ ਹੈ ਉਹਨਾਂ ਵਾਸਤੇ ਤਾਂ ਤੁਹਾਡੀ એનર્ਜੀ ਬਚੀ ਨਹੀਂ। ਤਾਂ ਇੱਥੇ ਬਿਲਕੁਲ ਸ਼ੁਰੂਆਤ ਤੁਹਾਡੇ ਆਪ ਦੇ ਰੂਟੀਨ ਤੋਂ ਹੈ ਕਿ ਅਗਰ ਤੁਸੀਂ ਉਹਨੂੰ ਮੈਨੇਜ ਕਰ ਲਿਆ, ਉਹ ਰੂਟੀਨ ਦੇ ਵਿੱਚ ਤੁਸੀਂ ਆਪਣੇ ਆਪ ਦੀ ਸੈਲਫ ਕੇਅਰ ਵੀ ਕਰ ਲਈ, ਤੁਸੀਂ ਆਪਣੇ ਵਰਕ ਦੇ ਉੱਤੇ ਜੋ ਟਾਈਮ ਦੇਣਾ ਉਹ ਵੀ ਦੇਤਾ, ਆਪਣੀ ਆਪਣੀ ਵੈਲਬਿੰਗ ਦੇ ਉੱਤੇ ਧਿਆਨ ਦੇਤਾ, ਤਾਂ ਤੁਸੀਂ ਖੁਦ ਦੇਖੋਗੇ ਕਿ ਤੁਸੀਂ ਹੈਪੀ ਹੋ। ਤੁਹਾਡੀ એનર્ਜੀ ਜਿਹੜੀ ਹੈਗੀ ਹੈ ਤੁਸੀਂ ਉਹਨੂੰ ਬੈਲੈਂਸ ਕਰਕੇ ਰੱਖਿਆ ਹੋਇਆ ਹੈ। ਹੁਣ એનર્ਜੀ ਜਿਹੜੀ ਹੈਗੀ ਤੁਹਾਡੀ ਚੰਗੀ ਹੈ ਤਾਂ ਤੁਸੀਂ ਅੱਗੇ ਬਹੁਤ ਆਰਾਮ ਨਾਲ ਦੇ ਪਾਓਗੇ। ਸੋ ਯੂ ਆਰ ਐਬਸੋਲੂਟਲੀ ਰਾਈਟ, ਇਹ ਤਾਂ ਬਹੁਤ ਵੱਡੀ ਚੀਜ਼ ਹੈਗੀ ਹੈ। ਜਿੱਥੇ ਰੂਟੀਨ ਦੀ ਕਮੀ ਉੱਥੇ ਸਟ੍ਰੈਸ, ਐਂਗਜ਼ਾਇਟੀ ਨੇ ਆਉਣਾ ਤੇ ਅੱਗੇ ਜਾ ਕੇ ਰਿਲੇਸ਼ਨਸ਼ਿਪ ਦੇ ਵਿੱਚ ਖਿੱਚਾਤਾਨੀ ਜਿਹੜੀ ਹੈਗੀ ਉਹ ਸ਼ੁਰੂ ਹੋਣੀ ਹੈ। ਸੋ ਇਸੇ ਤੋਂ ਹੀ ਜਿਹੜਾ ਦੂਜਾ ਮੈਂ ਗੱਲ ਕਰ ਰਿਹਾ ਜੋ ਬੇਸਿਕਲੀ ਸਾਈਕੋਲੋਜੀ ਦੀ ਸਟੱਡੀ ਕਹਿੰਦੀ ਹੈ ਜੋ ਔਨ ਸੈਪਰੇਸ਼ਨਸ ਐਂਡ ਡਿਵੋਰਸਿਸ ਐਂਡ ਰਿਲੇਸ਼ਨਸ਼ਿਪਸ, ਦੂਜਾ ਜਿਹੜਾ ਮੇਜਰ ਫੈਕਟਰ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਵੀ ਦੂਸਰਾ ਇੱਕ ਮੇਜਰ ਐਸਾ ਫੈਕਟਰ ਹੈ ਉਹ ਹੈਗਾ ਕਿ ਕੈਰੀਅਰ
ਬਿਫੋਰ ਰਿਲੇਸ਼ਨਸ਼ਿਪ ਕਿ ਜਿਹੜੇ ਕਪਲ ਦੇ ਵਿੱਚ ਕੋਈ ਵੀ ਪਾਰਟਨਰ ਹੈ ਜਾਂ ਦੋਵੇਂ ਜਾਂ ਇੱਕ ਜਣਾ ਜਿਹੜਾ ਵੀ ਜਿੱਥੇ ਵੀ ਲੌਂਗ ਵਰਕਿੰਗ ਆਵਰਸ ਨੇ ਜਾਂ ਉਹਨਾਂ ਦਾ ਕੈਰੀਅਰ ਜਿਹੜਾ ਪ੍ਰਾਇਰਟੀ ਹੈਗਾ ਓਵਰ ਰਿਲੇਸ਼ਨਸ਼ਿਪ, ਉਹ ਵੀ ਜਿਹੜੇ ਰਿਲੇਸ਼ਨਸ਼ਿਪਸ ਨੇ ਉਹ ਜਿਹੜੇ ਆ ਉਹਨਾਂ ਦੇ ਹਾਈ ਚਾਂਸਿਸ ਨੇ ਕਿ ਦੇ ਐਂਡ ਅਪ ਇਨ ਸੈਪਰੇਸ਼ਨ ਔਰ ਡਿਵੋਰਸ, ਰਾਈਟ? ਸੋ ਵਾਟ ਇਜ਼ ਤੁਹਾਡਾ ਜਿਹੜਾ ਆ ਕੀ ਐਸਾ ਟਿਪ ਹੈ ਐਜ਼ ਐਨ ਐਕਸਪਰਟ ਜਾਂ ਤੁਸੀਂ ਜਿਹੜੇ ਕੇਸਿਸ ਰੋਜ਼ ਡੀਲ ਕਰਦੇ ਹੋ ਕਿ ਕੀ ਐਡਵਾਈਸ ਦਿਓਗੇ ਤੁਸੀਂ ਕਿ ਬਈ ਹਾਊ ਕੈਨ ਦੇ ਮੇਕ ਦੈਟ ਬੈਲੈਂਸ? ਬਹੁਤ ਕੁਐਸਚਨ ਐਕਚੁਅਲੀ ਬਹੁਤ ਹਾਰਡ ਹੈ ਔਰ ਬਹੁਤ ਆਉਂਦੇ ਆ। ਰੀਸੈਂਟਲੀ ਮੇਰੇ ਕੋਲ ਕਪਲ ਆਇਆ ਹੋਇਆ ਜੋ ਕਿ ਆਪਣੀ ਇੰਨੀ ਸੋਹਣੀ ਮੈਰਿਡ ਲਾਈਫ ਤੋਂ ਬਾਅਦ ਅੱਛੇ 20 ਸਾਲ ਕੱਢਣ ਤੋਂ ਬਾਅਦ ਅੱਜ ਕਹਿੰਦੇ ਕਿ ਅਸੀਂ ਸੈਪਰੇਟ ਹੋਣਾ ਹੈ। ਯੈਸ, ਸੋ ਇਹ ਹੁਣ ਥੋੜ੍ਹਾ ਜਿਹਾ ਆਪਾਂ ਪਿੱਛੇ ਚੱਲੀਏ ਤੇ ਜਿਵੇਂ ਪਹਿਲਾਂ ਦੀ ਲਾਈਫ ਹੁੰਦੀ ਸੀ ਕਿ ਹਸਬੈਂਡ ਕਮਾ ਰਿਹਾ ਤੇ ਔਰਤ ਘਰ ਨੂੰ ਟੇਕ ਕੇਅਰ ਕਰ ਰਹੀ ਹੈ। ਇਹਦੇ ਨਾਲ ਹੁੰਦਾ ਕੀ ਸੀ ਕਿ ਹਸਬੈਂਡ ਸਿਰਫ ਆਪਣੀ ਪੂਰੀ એનર્ਜੀ ਕੰਮ ਤੇ ਦੇ ਪਾ ਰਿਹਾ ਸੀ ਤੇ ਔਰਤ ਆਪਣੇ ਘਰ ਨੂੰ ਦੇ ਪਾ ਰਹੀ ਸੀ। ਤੇ ਜਦੋਂ ਦੋਨੋਂ ਜਾਣੇ ਇੱਕ ਦੂਜੇ ਦੇ ਨਾਲ ਮਿਲਦੇ ਸੀ ਤੇ ਇੱਕ ਅੱਛੀ એનર્ਜੀ ਦੇ ਨਾਲ ਮਿਲ ਪਾਉਂਦੇ ਸੀ ਕਿਉਂਕਿ ਬੈਲੈਂਸ ਸੀਗਾ। ਅੱਜ ਲੇਕਿਨ ਜਿੱਥੇ ਹਸਬੈਂਡ ਵਾਈਫ ਦੋਨੋਂ ਕੰਮ ਕਰ ਰਹੇ ਹੈ ਉੱਥੇ ਥੋੜੀ ਜੀ ਤੇ ਨਹੀਂ ਐਕਚੁਅਲੀ ਮੋਰ ਦੈਨ 100% ਇਹ ਪ੍ਰੋਬਲਮ ਆ ਰਹੀ ਹੈ। ਯੈਸ, ਲੇਕਿਨ ਅਗੇਨ ਜਿਨ੍ਹਾਂ ਨੇ ਇਹਨੂੰ ਮੈਨੇਜ ਕਰ ਲਿਆ ਦੈਟ ਮੈਨੇਜਮੈਂਟ ਸਕਿੱਲ ਵਿਦ ਦ ਟਾਈਮ ਐਂਡ ਰਿਸਪੌਂਸਿਬਿਲਿਟੀਜ਼, ਯੈਸ, ਫਿਰ ਹੈ ਕਿ ਜਿੱਥੇ ਤੁਸੀਂ ਇਸ ਚੀਜ਼ ਨੂੰ ਬੈਠ ਕੇ ਦੂਜੇ ਦੇ ਨਾਲ ਗੱਲਬਾਤ ਕੀਤੀ, ਮੈਨੂੰ ਕੀ ਚਾਹੀਦਾ ਹੈ, ਮੇਰੇ ਕੀ ਗੋਲਸ ਹੈ, ਮੇਰੇ ਕੀ ਕਮਿਟਮੈਂਟਸ ਹੈ ਲਾਈਫ ਨਾਲ, ਮੇਰੇ ਕੀ ਕਮਿਟਮੈਂਟਸ ਇਸ ਰਿਲੇਸ਼ਨਸ਼ਿਪ ਦੇ ਨਾਲ ਹੈ, ਮੇਰੇ ਕੀ ਐਕਸਪੈਕਟੇਸ਼ਨਸ ਹੈਗੀਆਂ, ਯੈਸ, ਟੂਗੈਦਰ ਵਿਦ ਦ ਆਲ ਟੂਗੈਦਰ ਫੈਮਿਲੀ ਦੇ ਨਾਲ। ਇਹ ਸਾਰੀਆਂ ਚੀਜ਼ਾਂ ਜਦੋਂ ਬੈਠ ਕੇ ਵਰਕਆਊਟ ਹੋਣ ਤਾਂ ਬਿਲਕੁਲ ਇਹ ਚੀਜ਼ਾਂ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਸੋ ਡੂ ਯੂ ਥਿੰਕ ਕਿ ਜਿਵੇਂ ਹੁਣ ਅਸੀਂ ਵਰਕਿੰਗ ਕਪਲਸ ਨੇ ਸਾਰੇ ਔਰ ਬਹੁਤ ਸਾਰੀ ਉਹ ਜਿਹੜੇ ਆ ਉਹਨਾਂ ਦੇ ਕੈਰੀਅਰ ਵੀ ਨੇ, ਕਈਆਂ ਨੇ ਮਿਹਨਤ ਕਰਕੇ ਕੋਈ ਲਾਇਰ ਬਣਿਆ, ਕੋਈ ਡਾਕਟਰ ਬਣਿਆ, ਉਹ ਚਾਹੁੰਦੇ ਆ ਕਿ ਉਹ ਵਧੀਆ ਕਰਨ। ਸੋ ਡੂ ਯੂ ਥਿੰਕ ਇਹਦੇ ਨਾਲ ਇਹ ਵੀ ਜਿਹੜਾ ਆ ਖਾਸ ਤੌਰ 'ਤੇ ਸਾਡੀ ਕਮਿਊਨਿਟੀ ਦੇ ਵਿੱਚ ਇਹ ਵੀ ਅਵੇਅਰਨੈਸ ਲਿਆਉਣੀ ਬਹੁਤ ਜ਼ਰੂਰੀ ਹੈ ਕਿ ਮਿਡਵੇ ਕਿਤੇ ਨਾ ਕਿਤੇ ਰੈਗੂਲਰ ਜਿਹੜੀ ਆ ਜਿਵੇਂ ਆਪਾਂ ਸਪਲੀਮੈਂਟਸ ਲੈਂਦੇ ਆ, ਮੈਰਿਜ ਕਾਉਂਸਲਿੰਗ ਜਿਹੜੀ ਆ ਇੱਕ ਕੰਟੀਨਿਊਸ ਅਫੇਅਰ ਹੋਣਾ ਚਾਹੀਦਾ ਤਾਂ ਕਿ ਤੁਹਾਨੂੰ ਕੋਈ ਤੀਸਰਾ ਬੰਦਾ ਥੋੜਾ ਟੈਪ ਕਰਕੇ ਰਸਤੇ ਤੇ ਰੱਖੀ ਜਾਏ ਤਾਂ ਕਿ ਇਟਸ ਲਾਈਕ ਅ ਰਿਮਾਈਂਡਰ। ਕਿਉਂਕਿ ਸੋ ਤੁਹਾਨੂੰ ਲੱਗਦਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਕੋਈ ਵੋਲੰਟਰੀਲੀ ਕਾਉਂਸਲਿੰਗ ਵੀ ਹੋ ਰਹੀ ਹੈ ਜਾਂ ਵੋਲੰਟੀਅਰ ਕਾਉਂਸਲਿੰਗ ਲਈ ਲੋਕ ਆ ਰਹੇ ਨੇ ਜਾਂ ਉਹਨਾਂ ਨੂੰ ਆਉਣਾ ਚਾਹੀਦਾ ਕਿ ਕਿਉਂਕਿ ਅਸੀਂ ਅਫੋਰਡ ਕਰ ਸਕਦੇ ਹਾਂ ਜੇ ਅਸੀਂ 2 ਜਣੇ ਅਰਨ ਕਰ ਰਹੇ ਹਾਂ। ਸੋ ਸਮ ਟਾਈਮ ਆਈ ਥਿੰਕ ਜਿਹੜਾ ਆ ਉਹ ਤੁਹਾਨੂੰ ਡੂ ਯੂ ਰਿਕਮੈਂਡ ਐਜ਼ ਅ ਕਾਉਂਸਲਰ ਕਿ ਦੇ ਸ਼ੁੱਡ ਕਮ ਅਪ ਐਜ਼ ਕਪਲ ਕਿ ਵੀ ਮੇਬੀ ਸਾਲ 'ਚ ਇੱਕ ਵਾਰੀ ਜਿਵੇਂ ਤੁਸੀਂ ਮੈਡੀਕਲ ਟੈਸਟ ਕਰਾਉਂਦੇ ਹੋ ਕਿ ਵੀ ਤੁਹਾਡੇ ਸਾਰਾ ਕੁਝ ਸਹੀ ਹੈਗਾ। ਸੋ ਆਈ ਥਿੰਕ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਆ ਵਿਚ ਆਈ ਪਰਸਨਲੀ ਫੀਲ ਕਿ ਡਜ਼ਨਟ ਐਗਜ਼ਿਸਟ ਸਾਡੀ ਕਮਿਊਨਿਟੀ ਦੇ ਵਿੱਚ ਇਹ ਰਿਵਾਜ ਨਹੀਂ ਹੈਗਾ। ਸਡਨਲੀ ਜਦੋਂ ਚੀਜ਼ ਜਿਹੜੀ ਆ ਉਹ ਪਾਣੀ ਜਿਹੜਾ ਸਿਰ ਤੋਂ ਉੱਤੇ ਚੱਲ ਜਾਂਦਾ ਦੈਟਸ ਦਾ ਟਾਈਮ ਅਸੀਂ ਸਾਰੀਆਂ ਚੀਜ਼ਾਂ ਕਾਉਂਸਲਿੰਗ ਇਹ ਚੀਜ਼ਾਂ ਬਾਰੇ ਸੋਚਦੇ ਹਾਂ ਉਸ ਤੋਂ ਪਹਿਲਾਂ ਅਸੀਂ ਉਹਦੀ ਇੰਪੋਰਟੈਂਸ ਨਹੀਂ ਦਿੰਦੇ। ਵਾਟ ਇਜ਼ ਯੋਰ ਰਿਕਮੈਂਡੇਸ਼ਨ? ਇੱਥੇ ਜੋ ਤੁਸੀਂ ਕੀਤਾ ਹੈ ਉਹਦੇ ਲਈ ਮੈਂ ਕਹੂੰਗੀ ਕਿ ਅਗਰ ਬੋਲਿਆ ਵੀ ਜਾਵੇ ਨਾ ਕਿ ਤੁਸੀਂ ਕਾਉਂਸਲਿੰਗ ਸੈਸ਼ਨ ਲੈ ਲਓ ਤਾਂ ਤੁਸੀਂ ਸਹੀ ਕਿਹਾ ਕਿ ਇਹ ਅਵੇਅਰਨੈਸ ਦੀ ਕਮੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਥਰਡ ਪਰਸਨ ਮੇਰਾ ਜਿਹੜਾ ਘਰ ਪਰਿਵਾਰ ਹੈ ਮੇਰਾ ਉਹਨੂੰ ਕੀ ਸਮਝੂਗਾ, ਮੈਂ ਜੋ ਫੀਲ ਕਰ ਰਿਹਾ ਉਹਨੂੰ ਕੀ ਸਮਝੂਗਾ। ਇਸ ਚੀਜ਼ ਦੀ ਕਮੀ ਕਰਕੇ ਲੈਂਦੇ ਨਹੀਂ ਔਰ ਲੈਣਾ ਚਾਹੀਦਾ ਹੈ। ਪਰ ਇੱਥੇ ਮੈਂ ਦੱਸੂਗੀ ਕੁਝ ਮੇਰੇ ਕਲਾਇੰਟਸ ਹੈ ਜੋ ਕਿ ਮੇਰੇ ਨਾਲ ਕਾਫੀ ਲੰਬੇ ਟਾਈਮ ਤੋਂ ਜੁੜੇ ਹੋਏ ਨੇ ਐਂਡ ਕੰਟੀਨਿਊਸ ਹੈ ਐਂਡ ਉਹਨਾਂ ਦੀ ਅਗਰ ਪ੍ਰੋਗਰੈਸ ਦੇਖੀਏ ਉਹਨਾਂ ਦੀ ਲਾਈਫ ਦੇ ਵਿੱਚ, ਉਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚ, ਸੋ I can definitely say ਕਿ ਉਹਨਾਂ ਨੂੰ ਅੱਛਾ ਲੱਗ ਰਿਹਾ ਹੈ ਔਰ they are actually succeeded. Yes, so ਉਹ ਅਗਰ ਕਿਸੇ ਹੋਰ ਨੂੰ ਕਿਹਾ ਜਾਵੇ ਕਿ ਕਲਾਇੰਟਸ ਮੇਰੇ ਨਾਲ ਇੰਨੇ ਟਾਈਮ ਤੋਂ ਹੈ ਤਾਂ they have also again ਨੈਗੇਟਿਵਿਟੀ ਆ ਗਈ ਕਿ ਇਹਦਾ ਮਤਲਬ ਠੀਕ ਨਹੀਂ ਹੋਇਆ, ਉਹ ਅੱਜ ਵੀ ਉਹ ਯੈਸ ਉਹ ਮੈਂਟਲ ਉਹਦੇ ਵਿੱਚ ਹੈਗਾ। ਲੇਕਿਨ ਉਹਦਾ ਜਿਹੜਾ ਪਲੱਸ ਪੁਆਇੰਟ ਹੈ ਉਹ ਕਲਾਇੰਟ ਹੀ ਦੇਖ ਰਿਹਾ ਕਿਉਂਕਿ ਉਸ ਕਲਾਇੰਟ ਨੂੰ ਅੱਛਾ ਲੱਗ ਰਿਹਾ ਤੇ ਉਹ ਕਲਾਇੰਟ ਆਪਣੀ ਲਾਈਫ ਔਰ ਆਪਣੀ ਰਿਲੇਸ਼ਨਸ਼ਿਪ ਨੂੰ ਬਹੁਤ ਅੱਛੇ ਤਰੀਕੇ ਨਾਲ ਲੈ ਕੇ ਚੱਲ ਰਿਹਾ। ਜੋ ਤੁਸੀਂ ਬੋਲਿਆ ਕਿ ਜਿਵੇਂ ਸਾਨੂੰ ਡਾਕਟਰ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ, ਫਿਜ਼ੀਕਲ ਟੈਸਟ ਬਹੁਤ ਜ਼ਰੂਰੀ ਹੈ, ਟਾਈਮ ਟੂ ਟਾਈਮ ਸਾਨੂੰ ਸਾਰੀਆਂ ਚੀਜ਼ਾਂ ਸਾਡੀ ਸੈਲਫ ਕੇਅਰ ਇਜ਼ ਵੈਰੀ ਇੰਪੋਰਟੈਂਟ। ਯਾ ਸੋ ਕਾਉਂਸਲਿੰਗ ਇਜ਼ ਨੋਟ ਲਾਈਕ ਕਿ ਤੁਸੀਂ ਆਪਣੀ ਗੱਲ ਜਾ ਕੇ ਦੱਸ ਰਹੇ। ਕਾਉਂਸਲਿੰਗ ਇਜ਼ ਐਕਚੁਅਲੀ ਅਬਾਊਟ ਠੀਕ ਹੈ ਕਿ ਤੁਸੀਂ ਆਪਣੀ ਗੱਲ ਆ ਕੇ ਸ਼ੇਅਰ ਕਰਦੇ ਹੋ ਜਿੱਥੇ ਨੌਨ ਜਜਮੈਂਟਲ ਹੈ, ਕੌਨਫੀਡੈਂਸ਼ੀਅਲਿਟੀ ਕੰਪਲੀਟ ਹੈ, ਇਹ ਤਾਂ ਹੈ, ਪਰ ਉਹਦੇ ਨਾਲ ਨਾਲ ਤੁਸੀਂ ਇੱਕ ਸਕਿੱਲ ਲੈ ਜਾਂਦੇ ਹੋ। ਸਮ ਆਫ ਦਾ ਕਲਾਇੰਟ ਜੋ ਮੇਥੋਂ ਅੱਜ ਵੀ 30 ਮਿੰਟ ਦੀ ਸੈਸ਼ਨ ਲੈਂਦੇ ਆ, ਉਹ 30 ਮਿੰਟਸ ਦੇ ਵਿੱਚ ਕਹਿੰਦੇ ਸਤਿੰਦਰ ਜੀ ਹੋਇਆ ਔਰ ਐਟ ਦਾ ਐਂਡ ਮੈਂ ਸੈਸ਼ਨ ਦੇ ਵਿੱਚ ਸਿਰਫ ਇਹ ਕਹਿੰਦੀ ਵਾਟ ਇਜ਼ ਯੋਰ ਟੇਕ ਅਵੇ। ਯੈਸ, ਸਿਰਫ ਇਹ ਲਾਈਨ ਛੱਡ ਕੇ ਉਹ ਲੈ ਕੇ ਜਾਂਦੇ ਆ ਔਰ ਉਹਦੇ ਨਾਲ ਉਹਨਾਂ ਦਾ ਵੀਕ ਕਹੋ, 2 ਵੀਕਸ ਕਹੋ ਜਾਂ 3 ਵੀਕ ਕਹੋ, ਇੱਕ ਐਨਰਜੀ ਤੇ ਨਾਲ ਨਿਕਲਦਾ ਐਂਡ ਵੀ ਆਲ ਨੀਡ। ਸਹੀ ਗੱਲ ਆ।
ਨਾਲ ਹੀ ਦਵਿੰਦਰ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਕਾਉਂਸਲਿੰਗ ਵੀ ਚਾਹੀਦੀ ਹੈ, ਮਗਰ ਵੇਖੋ ਭੱਜ ਦੌੜ ਦੀ ਜ਼ਿੰਦਗੀ ਵਿੱਚ ਇਹ ਬਹੁਤ ਜਿਹੜਾ ਇੱਕ ਇੰਪੋਰਟੈਂਟ ਅੱਜ ਦੇ ਦਿਨ 'ਚ ਫੈਕਟਰ ਹੈਗਾ, ਜਿਹਦੇ ਕਾਰਨ ਇਹ ਵੀ ਇੱਕ ਮੇਜਰ ਕਾਰਨ ਹੈ ਜਿਹਦੇ ਕਰਕੇ ਰਿਲੇਸ਼ਨਸ਼ਿਪ ਜਿਹੜੇ ਆ ਉਹ ਖਰਾਬ ਹੋ ਰਿਹਾ। ਉਹ ਕਹਿ ਰਹੇ ਆ ਕਿ ਇੱਕ ਪਰਸਨਲ ਟਾਈਮ ਜਿਹੜਾ ਮੀ ਟਾਈਮ ਜਿਹਨੂੰ ਕਹਿੰਦੇ ਆ ਵੀ ਮੇਰਾ ਟਾਈਮ ਜਿਹਦੇ 'ਚ ਮੈਂ ਭਾਵੇਂ ਅਖਬਾਰ ਪੜ੍ਹਾਂ ਜਾਂ ਮੈਂ ਸੌਂ ਜਾਂ ਮੈਂ ਵਟ ਐਵਰ ਆਈ ਵਾਂਟ ਟੂ ਡੂ, ਹਰ ਇੰਡੀਵਿਜੂਅਲ ਨੂੰ ਇੱਕ ਮੀ ਟਾਈਮ ਚਾਹੀਦਾ, ਠੀਕ ਹੈ, ਕਿ ਵੀ ਇਹ ਮੇਰਾ ਇੱਕ ਪਰਸਨਲ ਟਾਈਮ ਹੈ ਜਿਹਦੇ 'ਚ ਉਹ ਬੰਦਾ ਉਹ ਬਿਨਾਂ ਕਿਸੇ ਹੋਰ ਚੀਜ਼ ਦਾ ਇਨਵੋਲਵ ਹੋਏ ਆਪਣਾ ਕੁਛ ਕਰ ਸਕਦਾ। ਸੋ ਕਿਤੇ ਤੁਹਾਨੂੰ ਲੱਗਦਾ ਹੈ ਕਿ ਵੀ ਇਸ ਚੀਜ਼ ਦੇ ਉੱਤੇ ਅਸੀਂ ਜਿਹੜਾ ਆ ਗੱਲ ਨਹੀਂ ਕਰਦੇ, ਕਿਉਂਕਿ ਕਿਤੇ ਨਾ ਕਿਤੇ ਉਹ ਫੀਲਿੰਗ ਆ ਜਾਂਦੀ ਆ ਕਿ ਤੁਸੀਂ ਸਫੋਕੇਟਡ ਹੋ ਜਾਂ ਤੁਸੀਂ ਉਹ ਚੀਜ਼ ਪਰਸਿਊ ਨਹੀਂ ਕਰ ਸਕਦੇ ਜੋ ਤੁਸੀਂ ਕਰਨਾ ਚਾਹੁੰਦੇ ਹੋ, ਠੀਕ ਹੈ, ਜਾਂ ਕਿ ਮੇ ਬੀ ਬਿਕੋਜ਼ ਤੁਹਾਡੇ ਪਾਰਟਨਰ ਕਰਕੇ, ਵਾਈਫ ਕਰਕੇ, ਬੱਚਿਆਂ ਕਰਕੇ। ਸੋ ਸਾਡੇ ਇਹ ਕਲਚਰ 'ਚ ਮੈਨੂੰ ਲੱਗਦਾ ਅਸੀਂ ਮੀ ਟਾਈਮ ਬਾਰੇ ਗੱਲ ਹੀ ਨਹੀਂ ਕਰਦੇ। ਡੂ ਯੂ ਥਿੰਕ ਸਰ ਕਿ ਵੀ ਤੁਹਾਨੂੰ ਕੀ ਲੱਗਦਾ? ਯਾ ਜੋ ਤੁਸੀਂ ਬੋਲਿਆ ਮੀ ਟਾਈਮ, ਉਹਦੇ ਵਿੱਚ ਮੇਰੇ ਕਲਾਇੰਟਸ ਦੇ ਬਹੁਤ ਅੱਛੇ ਫੀਡਬੈਕ ਇਸੀ ਚੀਜ਼ ਤੋਂ ਲੈ ਕੇ ਹੈ ਕਿ ਸਾਨੂੰ ਜਦੋਂ ਉਹ ਮੇਰੇ ਨਾਲ ਗੱਲ ਵੀ ਕਰਦੇ ਆ ਕਾਉਂਸਲਿੰਗ, ਕਿਉਂਕਿ ਮੈਂ ਆਪਣੀ ਗੱਲ ਕਰ ਸਕਦੀ ਹਾਂ, ਕਿਉਂਕਿ ਜੋ ਮੇਰੇ ਨਾਲ ਫੀਡਬੈਕ ਮੈਨੂੰ ਮਿਲਦਾ ਹੈ ਤਾਂ ਉਹ ਕਹਿੰਦੇ ਕਿ ਸਾਡਾ ਮੀ ਟਾਈਮ ਹੁੰਦਾ ਹੈ। ਸੋ ਇਸ ਲਈ ਮੈਨੂੰ ਇਸੀ ਗੱਲ 'ਤੇ ਕਾਫੀ ਅੰਦਰੋਂ ਇਹ ਲੱਗ ਰਿਹਾ ਸੀ ਕਿ ਇਹ ਤਾਂ ਸੇਮ ਥਿੰਗ ਦ ਰਿਲੇਟਡ ਟੂ ਮੀ। ਸੋ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਤਿੰਦਰ ਮੀ ਟਾਈਮ ਹੈ, ਸੋ ਮੈਂ ਆਪਣੀ ਹਰ ਦਿਲ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਹਾਂ ਔਰ ਮੈਂ ਅੱਜ ਕੁਛ ਨਾ ਕੁਛ ਟੇਕ ਅਵੇ ਕਰਕੇ ਲੈ ਕੇ ਜਾਊਂਗੀ, ਸੋ ਮੈਂ ਅੱਗੇ ਵੀ ਮੋਟੀਵੇਟਡ ਰਵਾਂ। ਸੋ ਐਬਸੋਲੂਟਲੀ ਇਹ ਵੀ ਇੱਕ ਮੀ ਟਾਈਮ ਹੈ ਔਰ ਇਹ ਪਹਿਲਾਂ ਹੁੰਦਾ ਸੀ, ਅੱਜ ਵੀ ਘਰਾਂ ਦੇ ਵਿੱਚ ਹੁੰਦਾ ਹੈ ਸਮ ਆਫ ਦੀ, ਜਿੱਥੇ ਉਹ ਕਹਿੰਦੇ ਆ ਕਿ ਨੋ ਟੀਵੀ, ਨੋ ਲਾਈਕ ਅ ਕੰਪਿਊਟਰ, ਨੋ ਫੋਨ, ਮੀ ਟਾਈਮ ਔਰ ਅਸ ਟਾਈਮ ਐਜ਼ ਅ ਫੈਮਿਲੀ, ਮੀ ਟਾਈਮ ਲਾਈਕ ਅਲੋਨ, ਕੁਛ ਕਰਾਂ ਮੈਂ ਆਪਣੇ ਲਈ, ਔਰ ਅਸ ਟਾਈਮ ਜਿੱਥੇ ਅਸੀਂ ਸਾਰੀਆਂ ਗੱਲਾਂ ਸਿਰਫ ਖੁੱਲ ਕੇ ਬਿਨਾਂ ਜਜਮੈਂਟ ਤੋਂ ਕਰ ਸਕੀਏ। अगर वो चीज़ हो जाए तो वो तो बहुत पॉजिटिविटी है। एब्सोल्युटली वी विल टॉक अबाउट इन आवर नेक्स्ट। ये डेफिनेटली। और क्योंकि बहुत वारी ये ਜਿਹੜਾ ਆ ਫੈਕਟਰ ਵੀ ਆਉਂਦਾ ਆ ਕਿ ਤੁਹਾਨੂੰ ਇਹ ਲੱਗਦਾ ਕਿ ਤੁਹਾਡਾ ਜਿਹੜਾ ਪਾਰਟਨਰ ਆ ਉਹ ਜਿੱਦਾਂ ਨਾ ਜਿਹਨੂੰ ਕਹਿੰਦੇ ਆ ਵੀ ਲਗਾਤਾਰ ਕੋਈ ਟੋਕਾ ਟਾਕੀ, ਨੈਗਿੰਗ ਜਿਹਨੂੰ ਕਹਿ ਦਿੰਦੇ ਆ ਵੀ ਆਹ ਕੋ ਕੀਤਾ, ਇਸ ਤਰ੍ਹਾਂ ਕੋ ਰੱਖਿਆ, ਤੌਲੀਆ ਇੱਥੇ ਕੋ ਪਹੁੰਚਿਆ, ਇੱਧਰ ਨੂੰ ਕੋ ਵੇਖਿਆ, ਰਾਈਟ। ਸੋ ਦੇਰ ਇਜ਼ ਆਲਵੇਜ਼ ਸਮਬਡੀ, ਉਹ ਬੰਦੇ ਇਵੇਂ ਲੱਗਣ ਲੱਗ ਪੈਂਦਾ। ਸੋ ਡੂ ਯੂ ਥਿੰਕ ਜਿਹੜਾ ਇਹ ਬ੍ਰੇਕ ਟਾਈਮ ਹੈਗਾ ਜਿਹਨੂੰ ਆਪਾਂ ਕਹਿੰਦੇ ਨੇ, ਜਿੱਦਾਂ ਸਕੂਲ ਦੇ ਵਿੱਚ ਵੀ ਇੱਕ ਲੰਚ ਬ੍ਰੇਕ ਜਾਂ ਰਿਸੈਸ ਦਾ ਟਾਈਮ ਦਿੱਤਾ ਜਾਂਦਾ, ਇਵੇਂ ਜਿਹੜਾ ਆ ਇਹ ਰੋਜ਼ ਜਿਹੜਾ ਜੇ ਕੋਈ ਕਪਲ ਆਪਣੇ ਲਈ ਟਾਈਮ ਕੱਢਦਾ ਇੰਡੀਵਿਜੂਅਲੀ, ਜੋ ਉਹਦਾ ਦਿਲ ਕਰਦਾ, ਕਿਸੇ ਨੇ ਐਕਸਰਸਾਈਜ਼ ਕਰਨੀ ਹੈ, ਕਿਸੇ ਨੇ ਕਿਸੇ ਨਾਲ ਗੱਲਬਾਤ ਕਰਨੀ ਹੈ, ਕਿਸੇ ਆਲ ਦੋਸ ਥਿੰਗਸ, ਇਟਸ ਇੰਪੋਰਟੈਂਟ, ਰਾਈਟ। ਸੋ ਅਗਲਾ ਫੈਕਟਰ ਜਿਹੜਾ ਇਹਦੇ ਉੱਤੇ ਜਿਹੜੀ ਚੀਜ਼ ਆ ਰਹੀ ਹੈ ਉਹ ਹੈਗਾ ਕਿ ਕਈ ਵਾਰ ਜਿਹੜਾ ਰਿਲੇਸ਼ਨਸ਼ਿਪਸ ਨੇ ਉਹਦੇ ਵਿੱਚ ਜਿਹੜਾ ਤੁਹਾਡਾ ਆਪਣਾ ਕਰੈਕਟਰ ਬਣ ਜਾਂਦਾ, ਉਹ ਵੀ ਇੱਕ ਮੇਜਰ ਜਿਹੜਾ ਰੋਲ ਅਦਾ ਕਰਦਾ। ਜਿਵੇਂ ਅਸੀਂ ਗੱਲ ਕੀਤੀ ਹੈ ਵੀ ਕਈ ਵਾਰ ਸਾਡੀ ਪਰਸਨੈਲਿਟੀ ਇਵੇਂ ਦੀ ਬਣ ਜਾਂਦੀ ਹੈ, ਰਾਈਟ। ਕਈ ਵਾਰ ਜਿਹੜੀ ਉਹ ਪਰਸਨੈਲਿਟੀ ਹੈ ਉਹ ਸੈਲਫ ਸੈਂਟਰਡ ਜੀ ਹੋ ਜਾਂਦੀ ਹੈ, ਰਾਈਟ। ਤੇ ਕਈ ਵਾਰ ਜਿਹੜੀ ਆ ਉਹ ਕਈ ਜਿਹੜਾ ਮੇਜਰ ਫੈਕਟਰ ਜਿਹੜੀਆਂ ਸਟੱਡੀਜ਼ ਕਹਿ ਰਹੀਆਂ, ਉਹ ਕਹਿ ਰਹੀਆਂ ਨੇ ਕਿ ਉੱਥੇ ਵੀ ਰਿਲੇਸ਼ਨਸ਼ਿਪ ਜਿਹੜਾ ਨਹੀਂ ਚੱਲਦਾ ਜਿੱਥੇ ਕਿ ਕੋਈ ਵੀ ਪਾਰਟਨਰ ਕੰਪਲੇਨਿੰਗ ਨੇਚਰ ਦਾ ਹੋਏ, ਕਿ ਲਗਾਤਾਰ ਜਿਹੜਾ ਆ ਮੈਂ ਅੰਡਰਸਟੈਂਡ ਕਰ ਸਕਦਾ ਐਜ਼ ਅ ਲੇਮੈਨ ਜੇ ਕੋਈ ਕੰਪਲੇਨ ਹੀ ਕਰੀ ਜਾ ਰਿਹਾ ਤੇ ਇਹਦਾ ਮਤਲਬ ਹੈ ਕਿ ਵੀ ਜਿਹੜਾ ਇੰਡੀਵਿਜੂਅਲ ਆ ਦੂਜੇ ਬੰਦੇ ਨੂੰ ਸਟ੍ਰੈਸ ਹੋਣੀ ਹੈ, ਰਾਈਟ। ਤੇ ਸਾਡੇ ਨਾਲ ਇੱਕ ਸ਼ਾਇਦ ਕਾਲਰ ਵੀ ਜੁੜ ਚੁੱਕੇ ਆ, ਤੇ ਉਹਨਾਂ ਦੀ ਮੈਂ ਕਾਲ ਲੈ ਲਾਂ। ਹਾਂਜੀ, ਤੁਸੀਂ ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ ਮੇਰੀ ਕਾਲ ਲੈਣ ਲਈ। ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਭ ਸੁਣਨ ਵਾਲਿਆਂ ਨੂੰ ਮੈਂ ਤਾਂ ਸਤਿ ਸ਼੍ਰੀ ਅਕਾਲ ਬੁਲਾਊਂਗਾ, ਕਿਉਂਕਿ ਤੁਸੀਂ ਵੀ ਤੇ ਅਸੀਂ ਵੀ ਇੱਧਰ ਬਾਹਰ ਸੁਣ ਰਹੇ ਤੁਹਾਨੂੰ। ਐਨੀਵੇ, ਜਿੱਥੋਂ ਤੱਕ ਜਿਹੜਾ ਜਿੰਨੇ ਵੀ ਤੁਸੀਂ ਇਸ਼ੂ ਲਿਆਉਂਦੇ ਆ ਨਾ, ਸਲੂਟ ਕਰਦਾ ਮੈਂ ਤੁਹਾਨੂੰ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ। ਜਿਹੜੇ ਅੱਜ ਦੀ ਜਿਹੜਾ ਇਸ਼ੂ ਹੈ ਨਾ ਜੀ, ਜੇ ਮਾਸਿਸ ਦੀ ਆਪਾਂ ਗੱਲ ਕਰੀਏ ਨਾ, ਜਿਹੜੇ ਆਪਾਂ ਇਮੀਗ੍ਰੈਂਟ ਆਏ ਹਾਂ ਜੀ ਜੀ, ਸਾਡਾ ਜਿਹੜਾ ਨਾ ਸੋਚ ਸਾਡੀ ਜਾਂ ਇੱਛਾਵਾਂ ਅਸੀਂ ਲੈ ਕੇ ਆਏ ਹਾਂ ਜੀ, ਇਟਸ ਟੋਟਲੀ ਕਲੈਪਸਡ ਜੀ, ਟੋਟਲੀ। ਮੈਂ ਮਾਸਿਸ ਦੀ ਗੱਲ ਕਰ ਰਿਹਾ, ਮੈਂ ਸਮ ਜਿਹੜੇ ਹੈਗੇ ਪ੍ਰੋਫੈਸ਼ਨਲ ਇੰਡੀਵਿਜੂਅਲ ਦੀ ਨਹੀਂ ਗੱਲ ਕਰ ਰਿਹਾ ਜੀ। ਉਹ ਟੋਟਲੀ ਕਲੈਪਸ ਕਿਉਂ ਹੋਇਆ? ਕਿਉਂਕਿ ਸਾਡੇ ਲਗਭਗ ਹਰ ਇਨਸਾਨ ਦੀ ਸੇਮ ਸਟੋਰੀ ਜਦੋਂ ਅਸੀਂ ਉੱਥੋਂ ਇੰਡੀਆ ਤੋਂ ਚੱਲੇ ਹਾਂ, ਚਾਹੇ ਮੈਂ 1960 ਦੀਆਂ ਗੱਲਾਂ ਕਰਾਂ ਜੀ, ਜਾਂ 1984, 85, 86 ਦੀਆਂ ਗੱਲਾਂ ਕਰਾਂ, ਜਾਂ ਫਿਰ ਮੈਂ ਅੱਜ ਦੇ ਦੌਰ ਦੀਆਂ। ਮੈਂ ਤਾਂ ਇਹ ਈਅਰ ਗਿਣੇ ਆ, ਅਨਪੜ੍ਹ ਵੀ ਆਏ ਆ, ਕੁਛ ਮਿਡਲ ਕਲਾਸ ਫਿਰ ਆਈ ਹੈ, ਹੁਣ
ਜਿਹੜੀ ਹੈ ਉਹ ਮਿਡਲ ਕਲਾਸ ਐਂਡ ਕੁਛ ਜਿਹੜੇ ਜਿਨ੍ਹਾਂ ਲੋਕਾਂ ਨੇ ਬਾਹਰ ਆ ਕੇ ਤਰੱਕੀ ਕੀਤੀ ਉਹਨਾਂ ਨੇ ਜਿਹੜਾ ਪੈਸਾ ਭੇਜਿਆ ਉੱਥੇ ਇੱਕ ਰੈਵੋਲੂਸ਼ਨ ਆਇਆ ਜੀ, ਉਸ ਰੈਵੋਲੂਸ਼ਨ ਦੇ ਵਿੱਚੋਂ ਨਿਕਲ ਕੇ ਵੀ ਇਮੀਗ੍ਰੈਂਟ ਆਏ ਆ ਜੀ ਜੀ। ਉਹਨਾਂ ਦੀ ਐਜੂਕੇਸ਼ਨ ਜਾਂ ਉਹਨਾਂ ਦੀ ਸੋਚ 'ਚ ਜ਼ਮੀਨ ਅਸਮਾਨ ਦਾ ਫਰਕ ਉੱਥੇ ਸੀ ਜਿਹੜਾ ਕਿ 1960 ਵਾਲੇ ਲੋਕ ਆਏ ਆ। ਹੁਣ ਆ ਜਾਓ ਇੱਥੇ। ਮੈਂ ਇੰਨੇ ਕੇਸਿਸ ਨੂੰ ਜਾਣਦਾ ਜਿਹੜਾ ਆਦਮੀ ਆ ਉਹ ਤੁਸੀਂ ਮੈਂਸ਼ਨ ਵੀ ਕੀਤਾ ਗੱਲਾਂ ਕਰਦੇ ਆ ਜੀ, ਆਦਮੀ ਬਾਹਰ ਕੰਮ ਕਰ ਰਿਹਾ, ਔਰਤ ਘਰ ਨੂੰ ਦੇਖ ਰਹੀ ਆ। ਜਿਹੜੇ ਬੱਚੇ ਔਰਤ ਨੇ ਪਾਲੇ ਆ ਉਹਨਾਂ ਦੀ ਲਾਈਫ ਡਿਸਟੋਰਟ ਕਿੱਦਾਂ ਹੋ ਗਈ ਆ? ਉਹ ਇਦਾਂ ਹੋ ਗਈ ਆ ਜੀ ਕਿ ਜਿਹੜੀ ਔਰਤ ਨੇ ਉਹ ਬੱਚੇ ਪਾਲੇ ਆ ਨਾ ਉਹ ਮਾਂ ਦੇ ਜ਼ਿਆਦਾ ਨੇੜੇ, ਬਾਪ ਦੇ ਤੋਂ ਦੂਰ, ਕਿਉਂਕਿ ਬਾਪ ਨੇ ਜੇ ਕੋਈ ਮਾੜੀ ਮੋਟੀ ਨੋਕ ਝੋਕ ਵੀ ਕੀਤੀ ਆ ਉਹ ਇੰਡੀਅਨ ਸਟੈਂਡਰਡ ਦੇ ਜਾਂ ਇੰਡੀਆ 'ਚ ਜੋ ਕੁਛ ਉਹ ਸਿੱਖ ਕੇ ਆਇਆ ਸੀਗਾ ਕਿ ਮੇਰੀ ਵਾਈਫ ਨੂੰ ਨਹੀਂ ਕਰਨਾ ਚਾਹੀਦਾ ਸੀ, ਘਰ ਦੀ ਸਫਾਈ ਇਹ ਉਹ ਜਿਹੜੀ ਨੋਕ ਝੋਕ ਆ ਨਾ ਉਹਨੂੰ ਔਰਤ ਨੇ ਬੱਚਿਆਂ ਨੂੰ ਇੱਕ ਡਿਫੈਂਸ ਦੇ ਤੌਰ ਤੇ ਵਰਤਿਆ ਜੀ। ਉਹ ਉਸ ਨੂੰ ਇੱਕ ਉਹ ਬੰਦਾ ਜਿਹੜਾ ਆ ਨਾ ਉਹ ਇੱਕ ਡੋਂਕੀ ਵਰਕ ਕਰਨ ਵਾਲਾ ਬੰਦਾ ਰਹਿ ਗਿਆ ਉਸ ਘਰ ਦੇ ਵਿੱਚ। ਪਹਿਲੀ ਤਾਂ ਗੱਲ ਹੈ ਕਲੈਪਸ ਸਾਡਾ ਇੱਥੇ ਸਮਾਜ, ਔਰ ਮੈਂ ਤੁਹਾਨੂੰ ਰਿਪੀਟ ਇਹ ਕਰ ਰਿਹਾ ਕਿ ਮਾਸਿਸ ਦੀ ਗੱਲ ਕਰ ਰਹੇ ਆਪਾਂ ਜੀ ਜੀ, ਮੈਂ ਥੋੜੇ ਲੋਕਾਂ ਦੀ ਨਹੀਂ ਗੱਲ ਕਰ ਰਿਹਾ, ਮਾਸਿਸ ਦੇ ਵਿੱਚ ਇਹ ਹਾਲ ਹੈ। ਉਹੀ ਚੀਜ਼ ਸਿੱਖ ਕੇ ਉਹੀ ਜਿਹੜੇ ਮੁੰਡੇ ਪੜ੍ਹੇ ਲਿਖੇ ਵੀ ਆਏ ਆ ਉਹਨਾਂ ਦੇ ਘਰ ਵੀ ਮਾਂ-ਬਾਪ ਦੀ ਨੂੰਹ ਦੇ ਨਾਲ ਨਹੀਂ ਬਣਦੀ। ਜਿਹੜੀ ਮਾਂ ਆ ਉਹ ਧੀ ਦੇ ਜ਼ਿਆਦਾ ਨੇੜੇ ਆ, ਮੁੰਡਿਆਂ ਦੇ ਨਾਲ ਉਹ ਮੁੰਡੇ ਉਹਨੂੰ ਪਛਾਣਦੇ ਨਹੀਂ ਜੀ। ਮੈਂ ਤਾਂ ਇਹ ਗੱਲ ਕਰ ਰਿਹਾ, ਮੈਂ ਪ੍ਰੋਫੈਸ਼ਨਲ ਨਹੀਂ ਕਿਸੇ ਦਾ, ਲੇਕਿਨ ਮੈਂ ਜੋ ਕੁਛ 1964 ਦਾ ਮੈਂ ਇਹਨਾਂ ਮੁਲਕਾਂ ਦੇ ਵਿੱਚ ਆਇਆ, ਮੈਂ ਜੋ ਕੁਛ ਦੇਖਿਆ ਮੈਂ ਉਹਦੀ ਗੱਲ ਕਰ ਰਿਹਾ। ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਸਮਾਜ ਜਿਹੜਾ ਨਾ ਕਲੈਪਸ ਹੋ ਗਿਆ। ਔਰ ਗਾਹਾਂ ਹੁਣ ਬੱਚਿਆਂ ਦੇ ਉਹ ਸਾਡੇ ਵੇਲੇ ਤਾਂ ਡਰੱਗ ਦਾ ਕੋਈ ਚੱਕਰ ਨਹੀਂ ਸੀ ਜੀ। ਉਸ ਵੇਲੇ ਪੱਬ ਨੂੰ ਜਾਣਾ, ਮੈਂ ਇੰਗਲੈਂਡ ਤੋਂ ਮੂਵ ਇੱਥੇ ਹੋਇਆ, ਮੈਂ ਪੱਬ ਨੂੰ ਜਾਣਾ ਜ਼ਿਆਦਾ ਤੋਂ ਜ਼ਿਆਦਾ ਉਹ ਸ਼ਰਾਬ ਪੀਣੀ ਗਿੱਝ ਗਿਆ ਸੀਗਾ। ਲੇਕਿਨ ਜਿਹੜੇ ਬੱਚੇ ਸੀਗੇ ਉਹਨਾਂ ਨੇ ਥੋੜਾ ਬਹੁਤ ਆਪਣੇ ਆਪ ਨੂੰ ਕਾਮਯਾਬ ਕੀਤਾ, ਲੇਕਿਨ ਹਸਬੈਂਡ ਐਂਡ ਵਾਈਫ ਦੀ ਜਿਹੜੀ ਰਿਲੇਸ਼ਨਸ਼ਿਪ ਉਹ ਲਗਭਗ ਕਲੈਪਸ ਸੀ ਉਸ ਵੇਲੇ ਜੀ। ਹੁਣ ਆ ਜਾਓ ਅੱਜ ਦੇ ਜ਼ਮਾਨੇ ਦੇ ਵਿੱਚ ਹੂ-ਬਹੂ ਉਹੀ ਸਟੋਰੀ, ਕਿਉਂਕਿ ਜਿਹੜੀਆਂ ਸਾਡੀਆਂ ਖੁਆਇਸ਼ ਆ ਪਿੱਛੋਂ ਲੈ ਕੇ ਆਏ ਆ ਉਹ 60 ਚ ਵੀ ਉਹੀ ਸੀ ਤੇ ਇਸ ਵੇਲੇ ਵੀ ਉਹੀ ਜੀ। ਸਾਡੀਆਂ ਖੁਆਇਸ਼ਾਂ ਜਿਹੜੀਆਂ ਨਾ ਕਿ ਅਸੀਂ ਵੱਡੇ ਬਣਨਾ, ਅਸੀਂ ਰਿਚ ਬਣਨਾ, ਓਵਰਨਾਈਟ ਸਕਸੈਸ ਹੋਣੀ ਚਾਹੀਦੀ ਹੈ। ਟਰੱਕਾਂ ਵਾਲਾ ਟਰੱਕਾਂ ਤੇ ਤੁਰਿਆ ਫਿਰਦਾ ਦਿਨ ਰਾਤ, ਲੇਡੀ ਹੈ ਉਹ ਪੈਸੇ ਖਰਚਦੀ ਹੈ, ਉਹਦੇ ਕੋਲ ਵੀ ਕਾਰ ਹੈ, ਉਹ ਬੱਚਿਆਂ ਨੂੰ ਵੀ ਖਰਚਾ ਰਹੀ ਪੈਸੇ। ਉਹ ਬੱਚੇ ਜਿਹੜੇ ਆ ਜੇ ਪੜ੍ਹ ਵੀ ਗਏ ਆ ਉਹਦੇ ਬਲਦੇ, ਉਹ ਲੇਡੀ ਬਲਦੇ ਆ, ਉਹ ਜ਼ਿਆਦਾ ਉਹਦਾ ਪੱਖ ਪੂਰਦੇ ਆ। ਜਦੋਂ ਉਹ ਘਰ ਆਉਂਦਾ ਆ ਮੈਂ ਉਹਨੂੰ ਵਿਚਾਰਾ ਨਹੀਂ ਕਹਿ ਰਿਹਾ ਹੈਗਾ, ਲੇਕਿਨ ਮੈਂ ਇਹ ਕਹਿ ਰਿਹਾ ਕਿਉਂਕਿ ਉਹ ਵੀ ਇੱਕ ਇੰਨਾ ਹੀ ਲਾਲਚੀ ਇਨਸਾਨ ਹੈ। ਉਹ ਇੰਡੀਆ 'ਚ ਜੋ ਕੁਛ ਉਹ ਦੇਖ ਕੇ ਆਇਆ ਸੀਗਾ ਕਿ ਮੈਂ ਦਬ ਕੋਠੀਆਂ ਬਣਾਉਣੀਆਂ। ਤੁਸੀਂ ਪੰਜਾਬ ਦੇ ਵਿੱਚ ਐਗਜ਼ਾਮਪਲਾਂ ਲੈ ਸਕਦੇ ਹੋ ਕਿ ਆਵਾਗੌਣ ਕੋਠੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਬਣੀਆਂ ਉਹ ਉਸ ਖੁਆਇਸ਼ ਦਾ ਰਿਜ਼ਲਟ ਹੈਗਾ। ਥੈਂਕ ਯੂ ਤੁਹਾਡਾ ਜੀ ਬਹੁਤ ਬਹੁਤ। ਨਹੀਂ ਮੈਂ ਬਹੁਤ ਧੰਨਵਾਦ, ਤੁਸੀਂ ਕਾਲ ਕੀਤੀ ਆ। ਅਸੀਂ ਇਸੇ ਪੁਆਇੰਟ ਉੱਤੇ ਅੱਗੇ ਜਿਹੜੀ ਆ ਆਪਣੇ ਸੁਣਨ ਵਾਲਿਆਂ ਸਾਰਿਆਂ ਲਈ ਜਿਹੜੀ ਆ ਉਹ ਡਿਸਕਸ਼ਨ ਜਾਰੀ ਰੱਖਾਂਗੇ। ਬਹੁਤ ਧੰਨਵਾਦ ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਜੀ, ਤੁਸੀਂ ਬੜੇ ਤਰਮੇ ਨਾਲ ਮੈਨੂੰ ਸੁਣਿਆ। ਥੈਂਕ ਯੂ ਜੀ, ਔਰ ਟੋਲਰੇਟ ਕੀਤਾ, ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸਵਿੰਦਰ ਜੀ, ਜਿਹੜੀ ਸਾਡੇ ਕਾਲਰ ਨੇ ਵੀ ਜਿਹੜੀ ਗੱਲ ਕੀਤੀ ਆ, ਆਈ ਥਿੰਕ ਕੁਛ ਹੱਦ ਤੱਕ ਜਿਹੜੀ ਆ ਕੁਛ ਚੀਜ਼ਾਂ ਜਿਹੜੀਆਂ ਸਹੀ ਆ ਜੋ ਆਪਾਂ ਗੱਲ ਕਰ ਰਹੇ ਹਾਂ। ਵਰਕ ਲਾਈਫ ਬੈਲੈਂਸ ਜਿਹੜਾ ਆ ਬਹੁਤ ਜ਼ਰੂਰੀ ਆ, ਮਗਰ ਰਿਲੇਸ਼ਨਸ਼ਿਪ ਜਿਹੜੇ ਆ ਸਿਰਫ ਵਰਕ ਲਾਈਫ ਬੈਲੈਂਸ ਕਰਕੇ ਨਹੀਂ, ਅਸੀਂ ਹੋਰ ਵੀ ਗੱਲ ਕਰਾਂਗੇ ਕੁਛ ਪਰਸਨੈਲਿਟੀ ਦੇ ਟ੍ਰੇਟਸ ਜਿਹੜੇ ਕਿ ਸਟੱਡੀਜ਼ ਦੱਸ ਰਹੀਆਂ ਨੇ ਕਿ ਉਹ ਵੀ ਇੱਕ ਉਹਦੇ 'ਚ ਇੱਕ ਐਸਾ ਟ੍ਰੇਟ ਆ ਸ਼ਾਇਦ ਉਹ ਕੁਛ ਹੱਦ ਤੱਕ ਤੇ ਜਿਹੜਾ ਆ ਸਾਨੂੰ ਚੰਗਾ ਵੀ ਲੱਗਦਾ, ਮਗਰ ਉਹ ਕਹਿੰਦੇ ਆ ਵੀ ਜੇ ਕੋਈ ਪਾਰਟਨਰ ਉਹਨਾਂ ਦੀ ਪਰਸਨੈਲਿਟੀ 'ਚ ਕਲਿੰਗੀਨੈਸ ਹੈਗੀ ਆ ਭਾਈ, ਕਿ ਕਹਿੰਦੇ ਨਾ ਪੰਜਾਬੀ 'ਚ ਹਰ ਟਾਈਮ ਚੰਬੜੇ ਰਹਿਣਾ, ਉਹ ਵੀ ਇੱਕ ਮੇਜਰ ਰੀਜ਼ਨ ਬਣਿਆ ਐਜ਼ ਪਰ ਦਾ ਸਟੱਡੀਜ਼ ਕਿ ਰਿਲੇਸ਼ਨਸ਼ਿਪ ਜਿਹੜੇ ਆ ਕਿਤੇ ਨਾ ਕਿਤੇ ਉਹ ਖਰਾਬ ਹੁੰਦੇ ਆ।
ਦੇਖੋ ਜਦ ਕਿ ਇਹ ਚੀਜ਼ ਵੇਖਣ ਨੂੰ ਵਧੀਆ ਲੱਗਦੀ ਹੈ, ਮਗਰ ਫੈਕਟਸ ਫਿਗਰਸ ਜੋ ਤੁਹਾਡੇ ਵਰਗੇ ਐਕਸਪਰਟ ਨੇ ਉਹਨਾਂ ਨੇ ਕਿਤਾਬਾਂ ਲਿਖੀਆਂ ਔਰ ਉਹਦੇ ਚੋਂ ਲਿਖਦੇ ਆ ਕਿ ਜਿਹੜੀ ਇਹ ਚੀਜ਼ ਹੈਗੀ ਆ, ਕਿਉਂਕਿ ਇੱਕ ਪਾਰਟਨਰ ਜਿਹੜਾ ਉਹ ਬੜਾ ਈਜ਼ੀਲੀ ਦੂਜੇ ਪਾਰਟਨਰ ਤੇ ਡਿਪੈਂਡੈਂਟ ਹੋ ਜਾਂਦਾ, ਠੀਕ ਹੈ। ਫਿਰ ਉਹ ਜਿਹੜੀ ਆ ਡਿਪੈਂਡੈਂਸ ਜਿਹੜੀ ਆ ਉਹ ਕਿਸੇ ਵੀ ਕਾਰਨ ਹੋ ਸਕਦੀ ਹੈ। ਫਿਰ ਉਹ ਆਪਾਂ ਵਾਪਸ ਜਾ ਰਹੇ ਹਾਂ ਚਾਈਲਡਹੁੱਡ ਵੱਲ, ਕਿਤੇ ਨਾ ਕਿਤੇ ਉਹ ਅੰਦਰ ਉਹ ਇੱਕ ਇਸ਼ੂ ਹੁੰਦਾ ਹੈ ਜਿਹਦੇ ਕਰਕੇ ਉਹਨਾਂ ਨੂੰ ਉਹ ਲੱਗਦਾ ਹੈ ਕਿ ਵੀ ਪੂਰੀ ਕਿਸੇ ਤੇ ਸਾਈਕੋਲੋਜੀਕਲੀ ਡਿਪੈਂਡੈਂਟ ਹੋ ਜਾਣਾ, ਜਾਂ ਉਹਨਾਂ ਨੂੰ ਇਹ ਲੱਗਣਾ ਕਿ ਵੀ ਦੂਸਰਾ ਪਾਰਟਨਰ ਜਿਹੜਾ ਉਹ ਕੰਟਰੋਲ ਐਕਸਰਸਾਈਜ਼ ਕਰਨ ਲੱਗ ਪੈਂਦਾ ਕਿ ਉਹਨਾਂ ਨੇ ਉਹ ਸੇਮ ਚੀਜ਼ ਵੇਖੀ ਹੁੰਦੀ ਹੈ ਬਚਪਨ 'ਚ ਕਿਤੇ ਨਾ ਕਿਤੇ, ਤੇ ਉਹਨਾਂ ਦੀ ਜਿਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਹੁੰਦੀ ਉਹ ਜ਼ਿਆਦਾ ਕੰਟਰੋਲ ਐਕਸਰਸਾਈਜ਼ ਕਰਦੇ ਆ, ਰਾਈਟ। ਸੋ ਮੈਂ ਤੁਹਾਡੇ ਤੋਂ ਐਕਸਪਰਟ ਕਮੈਂਟ ਇਹ ਲੈਣਾ ਚਾਹੁੰਦਾ ਵੀ ਕਿ ਤੁਹਾਡੇ ਐਡਵਾਈਸ ਦੇ ਹਿਸਾਬ ਨਾਲ is this a issue clingingness ਕਿ ਵੀ ਦੂਜੇ ਤੇ ਸਾਈਕੋਲੋਜੀਕਲੀ ਡਿਪੈਂਡੈਂਟ ਹੋਣਾ ਐਜ਼ ਅ ਪਾਰਟਨਰ, ਔਰ ਕਿਉਂ ਇਹ ਕਾਰਨ ਬਣ ਜਾਂਦਾ ਕਿ ਇਹ ਸੈਪਰੇਸ਼ਨ ਤੇ ਡਿਵੋਰਸ ਜਿਹੜਾ ਆ ਉਥੋਂ ਤੱਕ ਲੈ ਜਾਂਦਾ? ਓਕੇ, ਜੋ ਤੁਸੀਂ ਗੱਲ ਕੀਤੀ ਹੈਗੀ ਹੈ ਡਿਪੈਂਡੈਂਸੀ ਦੀ, ਯੈਸ। ਹੁਣ ਆਪਾਂ ਗੱਲ ਕਰੀਏ ਬਚਪਨ ਦੀ ਕਿ ਉਸ ਟਾਈਮ ਦੇ ਵਿੱਚ ਪੇਰੈਂਟਸ ਨੇ ਉਸ ਬੱਚੇ ਨੂੰ ਕੀ ਰਿਸਪੌਂਸਿਬਿਲਿਟੀ ਲੈਣੀ ਸਿਖਾਈ, ਕਿਉਂਕਿ ਰਿਸਪੌਂਸਿਬਿਲਿਟੀ ਲੈਣੀ ਮੀਨਸ ਉਹਨੂੰ ਕਿਸ ਗੱਲਾਂ ਦੇ ਉੱਤੇ ਕਿਹਾ ਕਿ ਤੂੰ ਡਿਪੈਂਡੈਂਟ ਰਹਿਣਾ ਔਰ ਕਿਹੜੀ ਚੀਜ਼ਾਂ ਦੇ ਉੱਤੇ ਇੰਡੀਪੈਂਡੈਂਟਲੀ ਤੂੰ ਡਿਸੀਜ਼ਨ ਲੈਣੇ ਹੈ। ਕਿਉਂਕਿ ਇਹ ਐਕਚੁਅਲੀ ਸ਼ੁਰੂਆਤ ਜਿਹੜੀ ਤੁਸੀਂ ਪਰਸਨੈਲਿਟੀ ਦੀ ਔਰ ਟ੍ਰੇਟ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਉੱਥੋਂ ਹੀ ਹੈਗੀ ਹੈ ਕਿ ਛੋਟੇ ਕੰਮ ਉਹ ਕਿ ਤੈਨੂੰ ਇਹ ਤੇਰੀ ਰਿਸਪੌਂਸਿਬਿਲਿਟੀ ਹੈ, ਤੇ ਬੱਚਾ ਵੀ ਖੁਸ਼ ਹੋ ਕੇ ਉਹ ਮੇਰੀ ਰਿਸਪੌਂਸਿਬਿਲਿਟੀ। ਅੱਜ ਕੱਲ੍ਹ ਇੱਥੇ ਸਕੂਲਾਂ ਦੇ ਵਿੱਚ ਜਿਵੇਂ ਟੀਚਰਸ ਕੁਝ ਜੌਬ ਦਿੰਦੀਆਂ, ਛੋਟੇ ਬੱਚਿਆਂ ਨੂੰ ਕੁਝ ਜੌਬ ਦਿੱਤੀ ਜਾਂਦੀ ਹੈ, ਦੈਟਸ ਮਾਈ ਰਿਸਪੌਂਸਿਬਿਲਿਟੀ। ਉਹ ਬੱਚਾ ਬੜਾ ਖੁਸ਼ੀ ਇੱਕ ਚਾਹੇ ਉਹ ਛੋਟਾ ਜਿਹਾ ਰਜਿਸਟਰ ਹੀ ਹੈ ਉਹ ਚੁੱਕ ਕੇ ਉਹਨੇ ਪ੍ਰਿੰਸੀਪਲ ਆਫਿਸ ਦੇ ਵਿੱਚ ਲੈ ਕੇ ਜਾਣਾ, ਜਾਂ ਇਹ ਮੇਰੀ ਰਿਸਪੌਂਸਿਬਿਲਿਟੀ ਹੈ। ਰਿਸਪੌਂਸਿਬਿਲਿਟੀ ਹੀ ਸਾਨੂੰ ਕੇਪੇਬਲ ਕਹਿ ਦੋ ਜਾਂ ਤੁਸੀਂ ਕਹਿ ਦੋ ਕਿ ਰਿਸਪੌਂਸਿਬਲ ਲੈਣ ਵਾਲਾ ਰਿਸਪੌਂਸਿਬਲ ਕਹਿ ਦੋ, ਯੈਸ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਡਿਵੈਲਪ ਹੋਈਆਂ ਉੱਥੋਂ ਹੀ ਜਿੱਥੋਂ ਸਾਡੇ ਪੇਰੈਂਟ ਨੇ ਸਾਡੇ ਅੰਦਰ ਉਹ ਡਿਸੀਜ਼ਨ ਪਾਵਰ ਲੈਣ ਦੀ ਜਿਹੜੀ ਡਿਸੀਜ਼ਨ ਪਾਵਰ ਕਹਿ ਦੋ ਉਹ ਲੈਣ ਵਾਸਤੇ ਬਣਾਇਆ, ਯੈਸ। ਸਾਨੂੰ ਰਿਸਪੌਂਸਿਬਿਲਿਟੀ ਸਿਖਾਤੀ, ਸਾਨੂੰ ਥੋੜੀ ਜਿਹੀ ਡਿਪੈਂਡੈਂਸੀ ਤਾਂ ਹੈ ਲੇਕਿਨ ਸਾਨੂੰ ਇੰਡੀਪੈਂਡੈਂਟ ਵੀ ਬਣਾਇਆ, ਯੈਸ। ਮੈਂ ਇੱਥੇ ਵਿੱਚ ਤੰਦਰ ਜੀ ਅੱਗੇ ਲੈ ਕੇ ਜਾਣਾ ਚਾਹੁੰਦਾ ਕਿ ਤੁਸੀਂ ਵੀ ਬਹੁਤ ਸਾਰੀ ਸਟੱਡੀ ਕੀਤੀ ਹੈ ਇਸ ਚੀਜ਼ ਉੱਤੇ, ਔਰ ਮਗਰ ਬਹੁਤ ਸਾਰੇ ਐਕਸਪਰਟਸ ਇਹ ਕਹਿੰਦੇ ਆ ਕਿ ਬਹੁਤ ਲੋਕ ਬਹੁਤ ਰਿਸਪੌਂਸਿਬਲ ਹੁੰਦੇ ਆ, ਕੈਰੀਅਰ 'ਚ ਬਹੁਤ ਵਧੀਆ ਕਰ ਰਹੇ ਆ, ਮਗਰ ਉਹ ਇਮੋਸ਼ਨਲੀ ਆਪਣੇ ਪਾਰਟਨਰ ਦੇ ਉੱਤੇ ਡਿਪੈਂਡੈਂਟ ਹੋ ਜਾਂਦੇ, ਇੰਨੇ ਜ਼ਿਆਦਾ ਓਵਰ ਡਿਪੈਂਡੈਂਟ ਹੋ ਜਾਂਦੇ ਆ ਕਿ ਆਨਸਰ ਦੇਣਾ ਚਾਹੂੰਗੀ ਉਹ ਹੀ ਇੱਕ ਕਾਰਨ ਬਣ ਜਾਂਦਾ ਹੈ ਉਹਨਾਂ ਦਾ ਡਿਵੋਰਸ ਦਾ। ਸੋ ਉਹਦੇ ਕਰਕੇ ਦੇ ਸਾਈਡ ਕਿ ਵੀ ਪਾਰਟਨਰ 'ਚ ਜੈਲਸੀ ਵੀ ਆ ਸਕਦੀ ਹੈ, ਪਾਰਟਨਰ 'ਚ ਇਨਸਿਕਿਉਰਿਟੀ ਵੀ ਆ ਸਕਦੀ ਹੈ, ਕਿਉਂਕਿ ਉਹੀ ਓਵਰ ਡਿਪੈਂਡੈਂਸ ਜਿਹੜੀ ਆ ਉਹ ਕਿਤੇ ਨਾ ਕਿਤੇ ਉਹ ਸਫੋਕੇਸ਼ਨ ਬਣ ਜਾਂਦੀ ਹੈ, ਯੈਸ। ਸੋ ਉਹ ਕੀ ਕਾਰਨ ਹੈ? ਓਕੇ, ਦੇਖਿਓ ਤੁਸੀਂ ਮੈਨੂੰ ਕਿਹਾ ਕਿ ਉਹ ਕੰਮ ਦੇ ਵਿੱਚ ਬਹੁਤ ਅੱਛੇ ਹੈ, ਜਿਵੇਂ ਆਪਾਂ ਕਹੀ ਕਿ ਵਰਕ ਲਾਈਫ ਉਹਨਾਂ ਦੀ ਬਹੁਤ ਅੱਛੀ ਚੱਲ ਰਹੀ ਹੈ, ਪਰ ਜਦੋਂ ਗੱਲ ਆਉਂਦੀ ਹੈ ਰਿਲੇਸ਼ਨਸ਼ਿਪ ਦੀ, ਘਰ ਦੇ ਰਿਲੇਸ਼ਨਸ਼ਿਪ ਦੀ, ਉਹਦੇ ਵਿੱਚ ਉਹਨਾਂ ਦੀ ਉਹ ਜਿਹੜੀ ਕਮੀ ਹੈ ਇਮੋਸ਼ਨਲ ਵੈਲਬੀਇੰਗ ਦੀ। ਓਕੇ, ਇਹ ਬਹੁਤ ਹੀ ਇਹੋ ਜਿਹਾ ਪੁਆਇੰਟ ਹੈ ਜਿਹਨੂੰ ਐਕਨੋਲੇਜ ਹੀ ਨਹੀਂ ਕੀਤਾ ਜਾਂਦਾ। ਘਰ ਦੇ ਵਿੱਚ ਮਾਂ ਕੰਮ ਤਾਂ ਦੇ ਰਹੀ ਹੈ, ਪਿਓ ਕੰਮ ਤਾਂ ਦੇ ਰਿਹਾ ਹੈ, ਲੇਕਿਨ ਨਾਲ ਇੰਨੀ ਬੁਰੀ ਤਰ੍ਹਾਂ ਡਾਂਟ ਵੀ ਮਾਰ ਰਿਹਾ। ਸੋ ਉਹਦੇ ਬੱਚੇ ਦੇ ਵਿੱਚ ਇੰਪਾਵਰਮੈਂਟ ਜਿਹੜੀ ਹੋਣੀ ਚਾਹੀਦੀ ਇਮੋਸ਼ਨਲੀ ਉਹ ਹੋ ਹੀ ਨਹੀਂ ਪਾਉਂਦੀ। ਉਹ ਕਮੀ ਜਿਹੜੀ ਹੈਗੀ ਹੈ ਉਹ ਰਹਿੰਦੀ ਹੀ ਹੈ ਔਰ ਲੌਂਗ ਟਾਈਮ ਤੱਕ ਰਹਿੰਦੀ ਹੈ। ਫਿਰ ਉਹ ਕੀ ਕਰਦੀ ਹੈ, ਉਹ ਬੱਚਾ ਉਹ ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਉਹ ਇਹ ਨਹੀਂ ਹੈ ਕਿ ਸਿਰਫ ਕੁੜੀਆਂ ਹੀ ਹੈਗੀਆਂ ਜਾਂ ਫੀਮੇਲਸ ਹੈਗੀਆਂ ਜਿਹੜੀਆਂ ਕਿ ਇਮੋਸ਼ਨਲੀ ਲਾਈਕ ਉਹਨਾਂ ਦੀ ਵੀ ਇਮੋਸ਼ਨਲ ਵੈਲਬੀਇੰਗ ਜਿਹੜੀ ਹੈਗੀ ਹੈ ਉਹ ਵੀਕ ਹੈਗੀ ਹੈ। ਨੋ, ਇੱਥੇ ਮੇਲਸ ਵੀ ਹੈਗੇ, ਦੋਨਾਂ ਵਿੱਚੋਂ ਕੋਈ ਵੀ ਹੋ ਸਕਦਾ, ਯੈਸ, ਕੋਈ ਵੀ ਪਾਰਟਨਰ ਹੋ ਸਕਦਾ ਹੈ। ਲੇਕਿਨ ਇਹ ਸ਼ੁਰੂਆਤ ਉੱਥੋਂ ਹੋਈ। ਪਰ ਹੁਣ ਕੀ ਹੋਇਆ, ਜਦੋਂ ਉਹ ਕੁੜੀ ਜਾਂ ਮੁੰਡਾ ਵਿਆਹ ਕੇ ਆਉਂਦੇ ਆ ਇਹ ਰਿਲੇਸ਼ਨਸ਼ਿਪ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਇੱਥੇ ਤਾਂ ਮੈਂ ਡਿਪੈਂਡ ਵੀ ਹੋ ਸਕਦਾ, ਇੱਥੇ ਮੈਂ ਗੱਲ ਕਹਿ ਵੀ ਸਕਦਾ। ਜਦੋਂ ਓਪਨਲੀ ਗੱਲ ਕਹਿਣ ਦੀ ਕੋਸ਼ਿਸ਼ ਵੀ ਕਰਦਾ ਕਿ ਦੇਖੋ ਜੇ ਤੁਸੀਂ ਚਲੇ ਜਾਂਦੇ ਹੋ ਨਾ ਮੈਨੂੰ ਚੰਗਾ ਨਹੀਂ ਲੱਗਦਾ, ਯੈਸ, ਤੂੰ ਜਲਦੀ ਆਇਓ, ਤੂੰ ਸਾਰਾ ਦਿਨ ਕੰਮ ਤੇ ਹੀ ਰਹਿੰਦੇ ਹੋ, ਇਹ ਥਿੰਗਸ ਐਕਚੁਅਲੀ ਇਮੋਸ਼ਨਲੀ ਹੈਗੀਆਂ ਕਿਉਂਕਿ ਉਹ ਦੂਰ ਨਹੀਂ ਰਹਿ ਸਕਦੇ, ਕਿਉਂਕਿ ਇਮੋਸ਼ਨਲ ਵੈਲਬੀਇੰਗ ਜਿਹੜੀ ਹੈਗੀ ਹੈ ਉਹ ਬਹੁਤ ਹੀ ਵੀਕ ਹੈ। ਯੈਸ, ਉਹ ਜਿਹੜੀ ਲੇਕਿਨ ਦੂਜੇ ਪਾਰਟਨਰ ਨੂੰ ਲੱਗ ਰਿਹਾ ਕਿ ਮੈਂ ਕੰਮ ਤੇ ਹੀ ਚੱਲਿਆ ਹੈ ਨਾ, ਮੈਂ ਕੰਮ ਕਰੂੰਗਾ ਨਹੀਂ ਤਾਂ ਪੈਸਾ ਕਿਵੇਂ ਕਮਾਊਂਗਾ। ਉਹਦੇ ਅੰਦਰ ਇਹ ਵੀ ਆਉਂਦਾ ਹੈ, ਇੱਕ ਐਂਗਰ ਵੀ ਆਉਂਦਾ ਤੇ ਗਿਲਟੀ ਫੀਲਿੰਗ ਸ਼ੁਰੂ ਹੋ ਜਾਂਦੀ ਹੈ ਔਰ ਇਹ ਖਿੱਚਾਤਾਨੀ ਜਿਹੜੀ ਹੈਗੀ ਹੈ ਬਹੁਤ ਲੰਬੇ ਟਾਈਮ ਤੱਕ ਚੱਲਦੀ ਹੈ ਕਿਉਂਕਿ ਮੇਲ ਨੂੰ ਜਾਂ ਪਾਰਟਨਰ ਨੂੰ ਦੂਜੇ ਪਾਰਟਨਰ ਨੂੰ ਉਹਦੀ ਇਹ ਇਮੋਸ਼ਨੈਲਿਟੀ ਇੱਕ ਦੂਜੇ ਦੀ ਇਮੋਸ਼ਨੈਲਿਟੀ ਸਮਝ ਹੀ ਨਹੀਂ ਆਉਂਦੀ। ਹੁਣ ਉਹੀ ਔਰਤ ਜਾਂ ਉਹੀ ਆਦਮੀ ਜਿਹੜਾ ਹੈ ਜਦੋਂ ਕੰਮ ਤੇ ਹੈ,
ਕਿਉਂਕਿ ਕੰਮ ਦੇ ਵਿੱਚ ਇਮੋਸ਼ਨੈਲਿਟੀ ਨਹੀਂ ਆ ਰਹੀ ਹੈ, ਉਹ ਕੰਮ ਨੂੰ ਬਿਲਕੁਲ ਪ੍ਰੋਫੈਸ਼ਨਲੀ ਲੈ ਰਿਹਾ। ਇਹ ਤਾਂ ਇੱਕ ਐਕਚੁਅਲੀ ਬਹੁਤ ਹੀ ਬਿਗ ਟੌਪਿਕ ਹੈ ਕਿ ਪ੍ਰੋਫੈਸ਼ਨਲ ਲਾਈਫ ਐਂਡ ਪਰਸਨਲ ਲਾਈਫ। ਜੀ ਬਿਲਕੁਲ। ਸੋ ਮੈਂ ਇਹ ਚੀਜ਼ ਪੁੱਛਣਾ ਚਾਹੁੰਦਾ ਸੀਗਾ ਬਿਕੋਜ਼ ਆਈ ਥਿੰਕ ਕਿਤੇ ਨਾ ਕਿਤੇ ਅਸੀਂ ਆਪਣੀ ਇਮੋਸ਼ਨਲ ਹੈਲਥ ਜਿਹੜੀ ਹੈ ਨਾ ਉਹਦੀ ਗੱਲ ਨਹੀਂ ਕਰਦੇ। ਠੀਕ ਹੈ, ਬਹੁਤ ਵਾਰੀ ਅਸੀਂ ਇਹ ਵੀ ਸੋਚਦੇ ਹਾਂ ਕਿ ਜੇ ਮੈਂ ਸਕਸੈਸਫੁਲ ਹੈਗਾ ਜਾਂ ਮੈਂ ਵਧੀਆ ਕਰ ਰਿਹਾ ਪੜ੍ਹਾਈ ਦੇ ਵਿੱਚ, ਸੋ ਆਈ ਐਮ ਇਮੋਸ਼ਨਲੀ ਹੈਲਦੀ, ਰਾਈਟ? ਸੋ ਇਹ ਸਾਡਾ ਕਿਤੇ ਗਲਤ ਫਹਿਮੀ ਹੋਇਆ, ਠੀਕ ਹੈ। ਸੋ ਆਈ ਥਿੰਕ ਸਾਡੀ ਓਵਰਆਲ ਸਾਡੀ ਸੋਸਾਇਟੀ ਦੇ ਵਿੱਚ ਨਾ ਇੱਕ ਬਹੁਤ ਵੱਡੀ ਕਮੀ ਰਹੀ ਹੈ ਕਿ ਅਸੀਂ ਉਦੋਂ ਕਾਉਂਸਲਰਸ ਕੋਲ ਗਏ ਹਾਂ ਜਾਂ ਡਾਕਟਰ ਕੋਲ ਗਏ ਹਾਂ ਜਦੋਂ ਸਾਡੇ ਸਿਰ ਤੋਂ ਪਾਣੀ ਲੰਘ ਗਿਆ ਜਾਂ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ, ਮਗਰ ਅਸੀਂ ਟਾਈਮ ਸਿਰ ਜਿਹੜਾ ਆ ਕਦੀ ਇਹ ਸਿਚੁਏਸ਼ਨ ਤੇ ਗਏ ਨਹੀਂ। ਸਾਡੇ ਨਾਲ ਇੱਕ ਹੋਰ ਵੀ ਕਾਲਰ ਜਿਹੜੇ ਆ ਜੁੜ ਚੁੱਕੇ ਆ, ਮੈਂ ਹੀ ਉਹਨਾਂ ਦੇ ਵਿਚਾਰ ਲੈ ਲਈਏ ਬਰੀਫ ਚ ਤੇ ਫਿਰ ਤੁਹਾਡੇ ਐਕਸਪਰਟ ਕਮੈਂਟ ਲੈਂਦੇ ਆ। ਜਗਤਾਰ ਜੀ, ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬੜੇ ਦਿਨਾਂ ਬਾਅਦ ਗੱਲ ਹੋ ਰਹੀ ਹੈ ਔਨ ਦੀ 에ਅਰ, ਸੋ ਗੁੱਡ ਟੂ ਨੋ ਯੂ ਬੈਕ। ਥੈਂਕ ਯੂ ਜਗਤਾਰ ਜੀ, ਵੈਲਕਮ। ਹਾਂਜੀ ਹਾਂਜੀ, ਆਪਾਂ ਜਿੱਦਾਂ ਆਫ ਦੀ 에ਅਰ ਦੀ ਗੱਲ ਕਰ ਰਹੇ ਸੀ ਇੱਕ ਦਿਨ ਦੇ ਬਾਰੇ। ਪ੍ਰੋਬਲਮ ਕੀ ਹੈ ਕਿ ਇਹ ਦੋ ਤਿੰਨ ਇਸ਼ੂਜ਼ ਹੈਗੇ ਦੇ ਵਿੱਚ। ਇੱਕ ਤੇ ਸਾਰਿਆਂ ਬੱਚਿਆਂ ਲਈ ਰੈਜ਼ਿਸਟੈਂਸ ਲੈਵਲ ਬਹੁਤ ਘਟਿਆ ਹੋਇਆ ਹੈ ਜੀ, ਹਰ ਇੱਕ ਬੰਦੇ 'ਚ, ਭਾਵੇਂ ਬੱਚੇ ਹੈ, ਪੇਰੈਂਟਸ ਹੈ, ਗ੍ਰੈਂਡ ਪੇਰੈਂਟਸ ਹੈ, ਆਈ ਡੋਨਟ ਨੋ, ਜਾਂ ਆਪਾਂ ਜੋ ਖਾ ਪੀ ਰਹੇ ਹੈ ਜਾਂ ਉਹਦੇ ਨਾਲ ਚੱਕਰ ਹੈ ਜਾਂ ਜ਼ਿੰਦਗੀ ਜਿਵੇਂ ਚੱਲ ਰਹੀ ਹੈਗੀ ਹੈ ਨਾ ਜੀ, ਹਰ ਇੱਕ ਬੰਦੇ ਕੋਲ ਟਾਈਮ ਦੀ ਸ਼ੋਰਟੇਜ ਹੈਗੀ ਹੈ ਜੀ। ਸੋ ਉਹਦੇ ਕਰਕੇ ਵੀ ਹਰ ਇੱਕ ਬੰਦਾ ਦੂਸਰੇ ਨੂੰ ਛਿੱਟ ਦੇ ਕੇ ਲੱਗਣਾ ਚਾਹੁੰਦਾ ਵੈ ਜੀ ਜੀ। ਤੇ ਇਹਦਾ ਮੇਨ ਕਾਰਨ ਹੋਰ ਵੀ ਹੈਗਾ ਕਿ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਨਾ, ਜਿਹੜਾ ਫਾਈਨੈਂਸ਼ੀਅਲ ਹੈ ਨਾ ਜੀ, ਇਹ ਸਭ ਤੋਂ ਵੱਡਾ ਸਟ੍ਰੈਸ ਲੈਵਲ ਹੈ। ਇਹ ਸਹੀ ਹੈ। ਹੁਣ ਕਿ ਦੇਖੋ ਤੁਸੀਂ ਕਾਫੀ ਦੇਰ ਤੋਂ ਹੈ, ਤੁਸੀਂ ਵੀ ਨੋਟਿਸ ਕਰਿਆ ਹੋਣਾ ਕਿ ਪਹਿਲਾਂ ਘਰਾਂ ਦੇ ਵਿੱਚ ਕਈ ਵਾਰੀ ਕਾਰ ਹੁੰਦੀ ਵੀ ਨਹੀਂ ਸੀ, ਲੋਕਾਂ ਦਾ ਗੁਜ਼ਾਰਾ ਹੋ ਜਾਂਦਾ ਸੀਗਾ। ਜਾਂ ਇੱਕ ਕਾਰ ਹੁੰਦੀ ਸੀਗੀ, ਪਰਿਵਾਰ ਦੇ 2-3 ਮੈਂਬਰ ਰਲ ਕੇ ਕਾਰ ਨਾਲ ਗੁਜ਼ਾਰਾ ਕਰ ਲੈਂਦੇ ਸੀਗੇ ਜੀ। ਹੁਣ ਕਈ ਘਰਾਂ ਦੇ ਵਿੱਚ ਮੈਂਬਰ 3 ਪਰ ਕਾਰਾਂ 4 ਹੈਗੀਆਂ ਜੀ। ਉਹਦੇ ਨਾਲ ਵੀ ਕੀ ਹੈਗਾ, ਆਪਣੇ ਐਕਸਪੈਂਸ ਵੱਧਦੇ ਆ ਜੀ। ਤੁਹਾਡੇ ਇਨਕਮ ਦੇ ਸੋਰਸ ਤੋਂ ਆਉਣ ਲਈ ਬੰਦਾ ਉਹਨੀ ਭੱਜ ਨੱਠ ਕਰਦਾ ਹੈਗਾ ਵੈ ਜੀ ਜੀ। ਕੰਪੀਟੀਸ਼ਨ ਹੋ ਜਾਂਦਾ ਜੀ, ਤੁਸੀਂ ਦੂਜਿਆਂ ਨਾਲ ਕੰਪੀਟ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਇਹ ਦੂਸਰੇ ਕੋਲ ਕੋਈ ਚੀਜ਼ ਵੱਡੀ ਹੈਗੀ ਹੈ, ਤੁਸੀਂ ਉਸ ਚੀਜ਼ ਤੇ ਪਹੁੰਚਣਾ ਚਾਹੁੰਦੇ ਆ। ਹਾਲਾਂਕਿ ਤੁਹਾਡੇ ਹਾਲਾਤ ਜਾਂ ਤੁਹਾਡੇ ਪਾਕਟ ਤੁਹਾਨੂੰ ਅਲਾਉ ਕਰਦੀ ਹੋਵੇ ਚਾਹੇ ਨਾ ਕਰਦੀ ਹੋਵੇ ਜੀ, ਸਟੇਟਸ ਸਿੰਬਲ ਤੁਹਾਨੂੰ ਕਰਨਾ ਪੈਂਦਾ ਹੋ। ਸੋ ਇਹ ਮੇਰੇ ਹਿਸਾਬ ਨਾਲ ਜੀ ਇਹ ਜਿਹੜੇ ਫੈਕਟਰ ਹੈਗੇ ਆ ਨਾ, ਇਹ ਰਿਲੇਸ਼ਨਸ਼ਿਪ ਦੇ ਵਿੱਚ ਵੀ ਬੜਾ ਡਿਫਰੈਂਸ ਪਾਉਂਦੇ ਹੈਗੇ ਆ। ਜੇ ਕਿਸੇ ਨੇ ਅਰਨਿੰਗ ਜ਼ਿਆਦਾ ਪੈਦਾ ਕਰਨੀ ਹੈ ਤਾਂ ਉਹਨੂੰ ਘਰੋਂ ਬਾਹਰ ਜ਼ਿਆਦਾ ਰਹਿਣਾ ਪੈਣਾ ਜੀ। ਤੇ ਜਿੰਨਾ ਉਹ ਇਕੱਲਾ ਰਹਿਣਾ ਕਿੱਥੇ ਜਾਂਦਾ ਬੰਦਾ, ਕਿਉਂਕਿ ਯੂ ਆਰ ਸਪੈਂਡਿੰਗ ਲੋਟ ਮੋਰ ਟਾਈਮ ਆਊਟਸਾਈਡ ਦ ਫੈਮਿਲੀ। ਜਗਤਾਰ ਜੀ ਸਹੀ ਗੱਲ ਹੈ। ਦੈਟ ਇੱਕ ਇਹ ਮੇਜਰ ਫੈਕਟਰ ਵੀ ਹੈਗਾ। ਵੇਖੋ, ਜਿੱਥੇ ਵੀ ਉਹੀ ਅੱਗੇ ਗੱਲ ਅਸੀਂ ਕੀਤੀ ਸੀ ਵੀ ਜਿੱਥੇ ਵੀ ਵਰਕ ਲਾਈਫ ਬੈਲੈਂਸ ਜਿਹੜੇ ਆ ਕਿਤੇ ਵੀ ਕਿਸੇ ਵੀ ਕਾਰਨ ਕਰਕੇ ਖਰਾਬ ਹੋ ਸਕਦੇ ਆ। ਔਰ ਜਿਵੇਂ ਸਾਡੇ ਦੂਜੇ ਕਾਲਰ ਨੇ ਵੀ ਕਿਹਾ ਕਿ ਜਿਹੜੀ ਕਿਤੇ ਨਾ ਕਿਤੇ ਪੈਸੇ ਦੀ ਸਕਸੈਸ ਦੀ ਦੌੜ ਜਿਹੜੀ ਹੈ ਉਹ ਵੀ ਜਿਹੜੀ ਆ ਬਹੁਤ ਵੱਡਾ ਕਾਰਨ ਬਣਿਆ ਹੋਇਆ ਕਿ ਅੱਜ 43 ਤੋਂ 46% ਜਿਹੜਾ ਆ ਸੈਪਰੇਸ਼ਨ ਰੇਟ ਜਾਂ ਡਿਵੋਰਸ ਰੇਟ ਜਿਹੜਾ ਹੋ ਚੁੱਕਿਆ। ਔਰ ਜਿਹੜਾ ਕੋਈ ਇਕੱਠੇ ਰਹਿ ਵੀ ਰਹੇ ਆ ਉਹਦੇ ਵਿੱਚ ਵੀ ਬਹੁਤੇ ਜਿਹੜੇ ਮੈਰਿਜਸ ਨੇ ਸਾਡੀ ਕਮਿਊਨਿਟੀ ਵਿੱਚ ਉਹ ਲਿਟਰਲੀ ਜਿਹੜੇ ਆ ਉਹ ਸੈਪਰੇਟਡ ਲਾਈਫ ਹੈਗੀ ਆ, ਪਰ ਸੋਸ਼ਲੀ ਉਹ ਇਕੱਠੇ ਰਹਿ ਰਹੇ ਆ। ਸੋ ਇਹ ਇੱਕ ਫੈਕਟਰ ਜਿਹੜਾ ਆ ਬਹੁਤ ਹਾਈ ਫੈਕਟਰ ਹੋ ਚੁੱਕਿਆ ਤੇ ਕੰਪਰੋਮਾਈਜ਼ ਕਰ ਰਹੀ ਸੀ ਫਾਈਨੈਂਸ਼ੀਅਲ ਹੀ ਸਭ ਤੋਂ ਵੱਡਾ ਵਾ। ਕਿਉਂਕਿ ਜਿਸ ਤਰ੍ਹਾਂ ਹੁਣ ਜੇ ਮੈਂ ਆਪਣੇ ਜੋ ਦੇਖਿਆ ਅਬਜ਼ਰਵ ਕੀਤਾ ਲਾਈਫ ਦੇ ਵਿੱਚ, ਕੈਨੇਡਾ 'ਚ 32-33 ਸਾਲ ਹੋ ਗਏ ਆਏ ਨੂੰ ਜੀ ਇੱਥੇ, ਤੇ ਉਦੋਂ ਲੋਕਾਂ ਦੀਆਂ ਡਿਜ਼ਾਇਰਸ ਇੰਨੀਆਂ ਜ਼ਿਆਦਾ ਨਹੀਂ ਸੀਗੀਆਂ। ਹੁਣ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਵੀ ਜੇ ਪਰਿਵਾਰ ਦੇ ਵਿੱਚ 4 ਮੈਂਬਰ ਹੈਗੇ ਆ ਤੇ ਘਰ ਦੇ ਵਿੱਚ 5 ਵਾਸ਼ਰੂਮ ਵਾਲਾ ਘਰ ਚਾਹੀਦਾ ਸਾਨੂੰ ਜੀ, ਉਹ ਇੱਕ ਗੈਸਟ ਰੂਮ ਵੀ ਚਾਹੀਦਾ ਹੁੰਦਾ ਵਾ। ਉਹ ਇਦਾਂ ਦੇ ਸਿਲਸਿਲੇ ਨਹੀਂ ਸੀਗੇ, ਲੋਕਾਂ ਦੇ ਖਰਚੇ ਘੱਟ ਸੀਗੇ ਤੇ ਖਰਚੇ ਘੱਟ ਆ, ਤੁਹਾਡੀ ਘੱਟ ਕਮਾਈ ਕਰਕੇ ਵੀ ਤੁਸੀਂ ਬਚਾ ਲੈਂਦੇ ਸੀਗੇ ਜੀ ਜੀ। ਕਰਕੇ ਬੰਦੇ ਕੋਲ ਪਤਾ ਕੁਛ ਨਹੀਂ ਗਾ ਜੀ। ਆਪਣਾ ਮੇਰੇ ਦਿਮਾਗ ਤੋਂ ਗੱਲ ਨਿਕਲ ਗਈ ਮਾਲੋ ਗਈ, ਬੜਾ ਪੁਆਇੰਟ ਵਧੀਆ ਮੇਰੇ ਦਿਮਾਗ 'ਚ ਆਇਆ ਛੋਟੇ। ਕੋਈ ਨਹੀਂ ਜਗਤਾਰ ਜੀ, ਯੂ ਮੋਸਟ ਵੈਲਕਮ ਟੂ ਗਿਵ ਕਾਲ ਬੈਕ ਅਗੇਨ, ਠੀਕ ਹੈ। ਤੇ ਅਸੀਂ ਪ੍ਰੋਗਰਾਮ ਜਿਹੜਾ ਸਾਡੇ ਜਿਹੜੇ ਐਕਸਪਰਟ ਆਏ ਆ ਉਹਨਾਂ ਦੇ ਦੂਜੇ ਪੁਆਇੰਟ ਜਿਹੜੇ ਉਹ ਵੀ ਲਈ ਜਾਂਦੇ ਆ। ਸੋ ਬੜੀ ਇਨਫੋਰਮੇਸ਼ਨ ਹੈਗੀ ਆ। ਥੈਂਕ ਯੂ ਸੋ ਮਚ ਜਗਤਾਰ ਜੀ ਫॉर योर ਕਾਲ, ਠੀਕ ਹੈ, ਮਿਹਰਬਾਨੀ। ਸਤਵਿੰਦਰ ਜੀ, ਜਿਵੇਂ ਉਹਨਾਂ ਨੇ ਗੱਲ ਕੀਤੀ ਹੈ, ਸਾਰੇ ਬੰਦਾ ਇਹੀ ਐਮਫਸਾਈਜ਼ ਕਰ ਰਿਹਾ ਬੇਸਿਕਲੀ ਕਿ ਵਰਕ ਲਾਈਫ ਬੈਲੈਂਸ, ਪਰ ਵਰਕ ਲਾਈਫ ਬੈਲੈਂਸ ਤੋਂ ਵੱਧ ਵੀ ਅਸੀਂ ਜਿਹੜੇ ਫੈਕਟਰਸ ਜਿਹੜੇ ਸਟੈਟਿਸਟਿਕਸ ਦੱਸ ਰਹੇ ਆ, ਜਿਹੜੇ ਐਕਸਪਰਟਸ ਦੱਸ ਰਹੇ ਆ, ਉਹਦੇ 'ਚ ਇੱਕ ਹੋਰ ਵੱਡਾ ਫੈਕਟਰ ਹੈਗਾ। ਉਹ ਹੈਗਾ ਕਿ ਓਵਰ ਇੰਡਲਜੈਂਸ ਬੱਚਿਆਂ ਦੇ ਨਾਲ। ਉਹ ਕਹਿੰਦੇ ਆ ਕਿ ਜੇ ਕਈ ਵਾਰ ਇੱਕ ਪੇਰੈਂਟ ਜਿਹੜਾ ਹੈ ਨਾ ਉਹ ਇੰਨਾ ਕੁ ਬੱਚਿਆਂ ਦੇ ਨਾਲ ਹੀ ਇਨਵੋਲਵ ਹੋ ਕੇ ਐਗਜ਼ੌਸਟ ਹੋ ਜਾਂਦਾ, ਥੱਕ ਜਾਂਦਾ ਕਿ ਉਹਦੇ ਕੋਲ ਰਿਲੇਸ਼ਨਸ਼ਿਪ ਲਈ ਟਾਈਮ ਨਹੀਂ ਹੁੰਦਾ ਜਾਂ ਐਨਰਜੀ ਨਹੀਂ ਹੁੰਦੀ। ਸੋ ਤੁਹਾਨੂੰ ਲੱਗਦਾ ਬੱਚਿਆਂ ਨੂੰ ਟਾਈਮ ਜ਼ਰੂਰ ਦੇਣਾ ਚਾਹੀਦਾ, ਬੱਚਿਆਂ ਨੂੰ ਲੁੱਕ ਆਫਟਰ ਵੀ ਕਰਨਾ ਚਾਹੀਦਾ, ਪਰ ਕਿਤੇ ਨਾ ਕਿਤੇ
ਕਿਸੇ ਨਾ ਕਿਸੇ ਇਨਸਿਕਿਉਰਿਟੀ ਕਰਕੇ ਜਿਹੜੀ ਓਵਰ ਇੰਡਲਜੈਂਸ ਹੈਗੀ ਆ ਬੱਚਿਆਂ ਦੇ ਨਾਲ, ਉਹ ਵੀ ਇੱਕ ਰਿਲੇਸ਼ਨਸ਼ਿਪ ਨੂੰ ਤੋੜਨ ਦਾ ਕਾਰਨ ਹੈ। ਬਹੁਤ ਵੱਡਾ ਕਾਰਨ ਹੈ। ਹੁਣ ਦੇਖੋ, ਆਪਾਂ ਇੱਕ ਪਾਸੇ ਰੂਟੀਨ ਦੀ, ਇੱਕ ਪਾਸੇ ਮੈਨੇਜਮੈਂਟ ਦੀ, ਇੱਕ ਪਾਸੇ ਬੈਲੈਂਸ ਲਾਈਫ ਦੀ ਗੱਲ ਕਰ ਰਹੇ ਹਾਂ। ਸੋ ਵਰਕ ਐਂਡ ਘਰ ਦੀ, ਹੋਮ ਐਂਡ ਵਰਕ ਲਾਈਫ ਜਿਹੜੀ ਹੈ ਉਹਦੀ ਗੱਲ ਕਰ ਰਹੇ ਹਾਂ। ਪਰ ਇੱਥੇ ਹੁਣ ਮੈਂ ਥੋੜੀ ਜਿਹੀ ਪਿੱਛੇ ਹੋੜ ਜਾਊਂਗੀ। ਇੱਥੇ ਚਾਹੇ ਦੋਨਾਂ ਵਿੱਚੋਂ ਕੋਈ ਪਾਰਟਨਰ ਹੋਵੇ, ਪਰ ਮੋਸਟਲੀ ਫੀਮੇਲਸ ਔਰ ਮੇਲਸ ਦਾ ਜਿਹੜਾ ਡਿਫਰੈਂਸ ਹੈਗਾ ਉਹ ਇੱਕ ਬਹੁਤ ਵੱਡਾ ਡਿਫਰੈਂਸ ਹੈ। ਯਾਨੀ ਕਿ ਫੀਮੇਲਸ ਨੂੰ, ਲੜਕੀ ਨੂੰ ਸ਼ੁਰੂਆਤ ਤੋਂ ਪੈਦਾ ਹੁੰਦੇ ਹੀ ਉਹ ਜਿਹੜੀ ਗੱਲਾਂ ਕਹਿਣੀਆਂ ਸ਼ੁਰੂ ਹੋ ਜਾਂਦੀ, ਤੂੰ ਘਰ ਸੰਭਾਲਣਾ ਹੈ, ਤੂੰ ਪਿਆਰ ਦੇਣਾ ਹੈ, ਤੂੰ ਬੱਚਿਆਂ ਨੂੰ ਸੰਭਾਲਣਾ ਹੈ, ਤੂੰ ਇਹ ਕਰਨਾ, ਇਹ ਚੀਜ਼ਾਂ ਉਹਦੇ ਅੰਦਰ ਡਿਵੈਲਪ ਕਰਾਉਣੀਆਂ ਹੀ ਸ਼ੁਰੂ ਕਰ ਦਿੰਦੇ ਆ। ਬੱਚੇ ਜਦੋਂ ਪੈਦਾ ਹੁੰਦੀ ਹੈ ਬੱਚੀ, ਉਹਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ। ਉਹਨੂੰ ਇਹ ਸੁਣਾ ਕੇ, ਉਹਦੇ ਘਰ ਦੇ ਵਿੱਚ ਇਹ ਦੇ ਕੇ ਵੈਲਿਊਜ਼, ਉਹਦੇ ਅੰਦਰ ਉਹ ਚੀਜ਼ ਪੈ ਜਾਂਦੀ ਹੈ। ਉਹਦੇ ਅੰਦਰ ਹੋਰ ਕੁਝ ਨਹੀਂ ਆਉਂਦਾ, ਨਾ ਹੀ ਉਹਦੇ ਅੰਦਰ ਕੰਮ ਆਉਂਦਾ, ਨਾ ਉਹਦੇ ਅੰਦਰ ਪੈਸਾ ਆਉਂਦਾ। ਉਹ ਸਿਰਫ ਘਰ ਪਰਿਵਾਰ ਨੂੰ ਸੰਭਾਲ ਕੇ ਰੱਖਣਾ ਹੈ। ਸੋਲੂਸ਼ਨ ਕੀ ਹੈ ਉਹਦਾ? ਨਹੀਂ। ਹੁਣ ਮੁੰਡੇ ਦੀ ਪਰਵਰਿਸ਼ ਜਿਹੜੀ ਕੀ ਹੁੰਦੀ ਹੈ, ਤੂੰ ਕੰਮ ਕਰਨਾ, ਉਹਨੂੰ ਤਾਂ ਘਰੇ ਰੱਖਿਆ ਨਹੀਂ ਜਾਂਦਾ, ਤੂੰ ਕੰਮ ਕਰਨਾ ਹੈ, ਬਾਹਰ ਜਾ ਕੇ ਕੰਮ ਕਰਨਾ, ਪੜ੍ਹਾਈ ਕਰ ਲਾ, ਤਾਂ ਫਿਰ ਤੈਨੂੰ ਪੈਸੇ ਕਮਾਣੇ ਹੈ, ਤੂੰ ਘਰ ਚਲਾਉਣਾ ਹੈ। ਤੇ ਘਰ ਚਲਾਉਣੇ ਦਾ ਮਤਲਬ ਉਸ ਮੇਲ ਲਈ ਸਿਰਫ ਇਹ ਆ ਜਾਂਦਾ ਕਿ ਮੈਂ ਪੈਸਾ ਕਮਾ ਕੇ ਆਉਣਾ ਹੈ। ਉਹਦੇ ਦਿਮਾਗ ਦੇ ਵਿੱਚ ਇਹ ਗੱਲ ਬੈਠੀ ਹੈ ਕਿ ਮੈਂ 10 ਘੰਟੇ ਨਹੀਂ, ਇਹਨਾਂ ਦੀਆਂ ਜ਼ਰੂਰਤਾਂ ਹੈ, ਚਲੋ ਮੈਂ 12 ਘੰਟੇ ਕੰਮ ਕਰਦਾ, ਹੋਰ ਜ਼ਰੂਰਤਾਂ ਹੈ, ਚਲੋ ਮੈਂ 16 ਘੰਟੇ ਕੰਮ ਕਰਦਾ। ਪਰ ਕਦੇ ਨਾ ਤਾਂ ਫੀਮੇਲ ਜਾਂ ਪਾਰਟਨਰ ਜਿਹੜੀ ਫੀਮੇਲ ਹੈ ਜਾਂ ਮਾਂ ਜਾਂ ਵਾਈਫ ਹੈ, ਉਹ ਇਹ ਐਕਸਪਲੇਨ ਕਰ ਪਾਉਂਦੀ ਹੈ ਕਿ ਜ਼ਰੂਰਤਾਂ ਕੀ। ਜ਼ਰੂਰਤ ਸਿਰਫ ਪੈਸਾ ਹੀ ਨਹੀਂ ਹੈਗੀ, ਜ਼ਰੂਰਤ ਤੇ ਬਹੁਤ ਕੁਝ ਹੋਰ ਹੈ। ਟਾਈਮ ਬਹੁਤ ਵੱਡੀ ਚੀਜ਼ ਹੈ। ਟਾਈਮ, ਜਦੋਂ ਤੁਸੀਂ ਟਾਈਮ ਦਿੰਦੇ ਹੋ ਨਾ, ਉੱਥੇ ਖਿਲੌਣੇ, ਆਪਾਂ ਆਮ ਕਿਹਾ ਜਾਂਦਾ ਹੈ, ਸਟੱਡੀ ਹੋਈ ਹੈ ਬਹੁਤ ਇਸ ਚੀਜ਼ ਦੇ ਉੱਤੇ ਕਿ ਇੱਕ ਬੱਚੇ ਦੇ ਸਾਹਮਣੇ ਬਹੁਤ ਖਿਲੌਣੇ ਰੱਖੇ ਗਏ ਔਰ ਇੱਕ ਬੱਚੇ ਦੇ ਸਾਹਮਣੇ ਘਰ ਦੀਆਂ ਚੀਜ਼ਾਂ ਰੱਖੀਆਂ ਗਈਆਂ, ਔਰ ਹਰ ਵਾਰ ਉਹਦੇ ਸਾਹਮਣੇ 10 ਚੀਜ਼ਾਂ ਦੇ ਵਿੱਚੋਂ ਉਹਨੇ ਹਰ ਵਾਰ ਘਰ ਦੇ ਵਿੱਚ ਯੂਜ਼ ਹੋਣ ਵਾਲੀਆਂ ਚੀਜ਼ਾਂ ਉਹ ਪਿਕ ਕੀਤੀਆਂ, ਨਾ ਕਿ ਟੌਏ। ਕਿਉਂਕਿ ਜਿਹੜੀ ਘਰ ਦੀਆਂ ਚੀਜ਼ਾਂ ਉਹਨੇ ਜਿਹੜੀਆਂ ਚੂਜ਼ ਕੀਤੀਆਂ, ਉਹਨੇ ਇਹ ਸੋਚ ਕੇ ਕੀਤੀਆਂ ਕਿ ਇੱਕ ਮੇਰੀ ਮੰਮੀ ਇਹ ਚੀਜ਼ ਨੂੰ ਜ਼ਿਆਦਾ ਹੱਥ ਲਾਉਂਦੀ ਹੈ, ਇਹਦਾ ਮਤਲਬ ਇਹ ਜ਼ਿਆਦਾ ਚੰਗੀ ਚੀਜ਼ ਹੈ। ਸੋ ਮੈਂ ਕਹਿਣਾ ਇਹ ਚਾਹੁੰਦੀ ਹਾਂ ਇੱਥੇ ਕਿ ਜਿਹੜਾ ਟਾਈਮ ਹੈ ਇੱਕ ਦੂਜੇ ਦੇ ਨਾਲ ਬਿਤਾਉਣਾ, ਔਰ ਉਹ ਤਾਂ ਹੀ ਹੋ ਜਾਊਗਾ ਜਦੋਂ ਅਸੀਂ ਬੈਲੈਂਸ ਕਰਾਂਗੇ। ਜਿਵੇਂ ਕਿ ਹੁਣ ਆਪਾਂ ਰੇਡੀਓ ਟਾਕ 'ਚ ਸੁਣੀ ਰਹੇ ਸੀ, ਜਿਹੜੀ ਉਹ ਕਾਲਰ ਗੱਲ ਕਰ ਰਹੇ ਸੀ ਕਿ ਘਰ ਇੰਨੇ ਵੱਡੇ ਬਣਾ ਲਏ, ਉਹ ਬਣਾ ਲਏ, ਪਰ ਉਹ ਕਿਉਂ ਬਣਾਏ? ਕਿਉਂਕਿ ਕਦੇ ਕੀ ਅਸੀਂ ਬੈਠ ਕੇ ਇਸ ਨੂੰ ਐਕਨੋਲੇਜ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਚਾਹੀਦਾ ਕੀ ਹੈ, ਸਾਨੂੰ ਕੀ ਚੀਜ਼ਾਂ ਚਾਹੀਦੀਆਂ ਘਰ ਦੇ ਵਿੱਚ। ਯੈਸ, ਪੈਸਾ ਜ਼ਿਆਦਾ ਚਾਹੀਦਾ ਹੈ, ਪਿਆਰ ਜ਼ਿਆਦਾ ਚਾਹੀਦਾ ਹੈ, ਜਾਂ ਰਿਲੇਸ਼ਨਸ਼ਿਪ ਬਹੁਤ ਅੱਛਾ ਚਾਹੀਦਾ। ਖਿੱਚਾ ਤਾਂ ਨਹੀਂ ਉੱਥੇ ਹੋਊਗੀ ਜਿੱਥੇ ਕਿ ਬੈਲੈਂਸ ਨਹੀਂ ਹੋਊਗਾ। ਪਰ ਇੱਥੇ ਇੱਕ ਫੈਕਟਰ ਹੋਰ ਵੀ ਆਇਆ ਕਿ ਅਕਸਰ ਇਹ ਵੇਖਿਆ ਗਿਆ ਕਿ ਕੁਝ ਲੋਕ ਤੇ ਕੈਰੀਅਰ ਕੌਸ਼ੀਅਸ ਹੁੰਦੇ ਆ, ਔਰ ਕੁਝ ਲੋਕ ਜਿੱਥੇ ਘਰ ਦੇ ਵਿੱਚ ਜਦੋਂ ਵੀ ਉਹ ਮਾਹੌਲ ਇਹੋ ਜਿਹਾ ਲੱਗਣ ਲੱਗ ਪੈਂਦਾ, ਉਹਨਾਂ ਦੀ ਵਰਕ ਜਿਹੜਾ ਆ ਜਾਂ ਕੰਮ ਜਿਹੜਾ ਉਹ ਇੱਕ ਡਿਸਟਰੈਕਸ਼ਨ ਆ। ਉਹਨਾਂ ਨੂੰ ਇਹ ਲੱਗਦਾ ਵੀ ਜਿੰਨਾ ਘਰੋਂ ਬਾਹਰ ਰਵਾਂਗੇ, ਜਿੰਨਾ ਕੰਮ ਕਰੀ ਜਾਵਾਂਗੇ, ਉਹਨਾਂ ਜਿਹੜਾ ਆ ਉਹ ਘਰ 'ਚ ਲੜਾਈ ਝਗੜਾ ਨਹੀਂ ਹੋਵੇਗਾ। ਸੋ ਇਹ ਵੀ ਇੱਕ ਦੌੜ ਜਿਹੜੀ ਆ ਡਿਫਰੈਂਟ ਲੱਗ ਜਾਂਦੀ ਆ, ਵਿਚ ਇਜ਼ ਅਬਾਊਟ ਡਿਸਟਰੈਕਸ਼ਨ। ਸੋ ਕਿਤੇ ਨਾ ਕਿਤੇ ਉਹ ਇਹ ਅੰਡਰਸਟੈਂਡ ਨਹੀਂ ਕਰਦੇ ਕਿ ਜਿਹੜੀ ਅੱਜ ਉਹ ਡਿਸਟਰੈਕਸ਼ਨ ਕਿਸੇ ਚੀਜ਼ ਨੂੰ ਅਵੋਇਡ ਕਰਕੇ ਭੱਜ ਰਹੇ ਆ, ਇਹ ਫਾਈਨਲੀ ਕਿਤੇ ਨਾ ਕਿਤੇ ਇਹਨੇ ਉਹ ਚੀਜ਼ ਨੂੰ ਦਰਾੜ ਪਾਉਣੀ ਆ। ਸੋ ਵਾਟ ਇਜ਼ ਯੋਰ ਸੁਜੈਸ਼ਨ ਕਿ ਇਹਨੂੰ ਕਿਵੇਂ, how can we solve this? ਇਹਨੂੰ ਸੋਲਵ ਕਿਵੇਂ ਕੀਤਾ ਜਾਏ? ਹੁਣ ਦੇਖੋ, ਤੁਸੀਂ ਗੱਲ ਬੋਲੀ ਕਿ ਰਨ ਅਵੇ, ਦਿਸ ਇਜ਼ ਕਾਲਡ ਸਕਿੱਲਸ। ਇਹ ਕਾਉਂਸਲਰ ਫਿਰ ਇਸ ਟਾਈਮ ਦੇ ਵਿੱਚ ਉਹ ਸਕਿੱਲ ਸਿਖਾਉਂਦੇ ਆ ਕਿ ਤੁਸੀਂ ਉਸ ਚੀਜ਼ ਤੋਂ ਰਨ ਅਵੇ ਹੋ ਰਹੇ ਹੋ, ਤੁਸੀਂ ਉਸ ਸਿਚੁਏਸ਼ਨ ਨੂੰ ਡੀਲ ਕਰਨਾ ਨਹੀਂ ਸਿੱਖ ਰਹੇ, ਤੁਸੀਂ ਉਸ ਸਿਚੁਏਸ਼ਨ ਤੋਂ ਭੱਜ ਰਹੇ ਹੋ। ਯੈਸ, ਇਹ ਭੱਜਣਾ ਹੋ ਗਿਆ ਕਿ ਮੈਨੂੰ ਘਰੇ ਮੈਂ ਬੈਠੂੰਗਾ ਤਾਂ ਮੈਨੂੰ ਬੋਲੀ ਜਾਊਗੀ, ਮੈਨੂੰ ਇਹ ਬੋਲੀ ਜਾਣਗੇ, ਬੱਚੇ ਮੈਨੂੰ ਤੰਗ ਕਰੀ ਜਾਣਗੇ, ਹੈ ਨਾ। ਪਰ ਉਹ ਇਹ ਨਹੀਂ ਸੋਚ ਰਹੇ ਕਿ ਘਰੇ ਬੈਠ ਕੇ ਉਹ ਤੰਗ ਨਹੀਂ ਕਰ ਰਹੇ, ਉਹ ਆਪਣੇ ਪਿਓ ਤੋਂ ਟਾਈਮ ਮੰਗ ਰਹੇ ਹੈ, ਉਹ ਮਾਂ ਤੋਂ ਟਾਈਮ ਮੰਗ ਰਹੇ ਹੈ ਨਾ। ਉਹਨਾਂ ਦੇ ਕੋਲ ਬਹੁਤ ਕੁਛ ਹੈ ਸ਼ੇਅਰ ਕਰਨ ਨੂੰ ਜੋ ਕਿ ਭਰ ਚੁੱਕਿਆ। ਅੱਜ ਜ਼ਿਆਦਾ ਖਿੱਚਾਤਾਨੀ ਲੱਗ ਰਹੀ ਹੈ, ਲੇਕਿਨ ਅਗਰ ਉੱਥੇ ਹੀ ਬੈਠ ਕੇ ਗੱਲ ਕੀਤੀ ਜਾਵੇ ਕਿ ਟਾਈਮ ਰੋਜ਼ ਹੀ ਅਗਰ ਬਣਾ ਲਿਆ ਜਾਵੇ, ਫਿਰ ਤੁਸੀਂ ਦੇਖੋ ਕਿ ਉਹ ਚੀਜ਼ ਆਪੇ ਘੱਟ ਹੋਣੀ ਸ਼ੁਰੂ ਹੋ ਜਾਣੀ ਹੈ। ਸੋ ਨਾਲ ਹੀ ਜਿਹੜੇ ਹੋਰ ਫੈਕਟਰਸ ਨੇ ਉਹਦੇ ਵਿੱਚ ਇੱਕ ਇਹ ਵੀ ਬਹੁਤ ਵੱਡਾ ਫੈਕਟਰ ਆਉਂਦਾ ਹੈ, ਜਿੱਥੇ ਕਿ ਇਹ ਮੰਨਿਆ ਗਿਆ ਕਿ ਜੇ ਕੋਈ ਵੀ ਪਾਰਟਨਰ ਦੂਸਰੇ ਪਾਰਟਨਰ ਦੇ ਪੇਰੈਂਟਸ ਨਾਲ, ਚਾਹੇ ਲੜਕਾ ਹੈ ਜਾਂ ਲੜਕੀ, ਪੇਰੈਂਟਸ ਨਾਲ, ਉਹਨਾਂ ਦੇ ਰਿਲੇਟਿਵਸ ਦੇ ਨਾਲ, ਜਿਹੜੇ ਉਹਨਾਂ ਦੇ ਫਰੈਂਡ ਸਰਕਲ ਹੈ ਉਹਨਾਂ ਨਾਲ ਜੇ ਉਹਨਾਂ ਦਾ ਰਿਲੇਸ਼ਨਸ਼ਿਪ ਨਹੀਂ ਸਹੀ ਹੈਗਾ, ਸੋ 99.9% ਉਹ ਕੇਸਿਸ ਜਿਹੜੇ ਆ ਉਹ ਸੈਪਰੇਸ਼ਨ ਜਾਂ ਡਿਵੋਰਸ ਵੱਲ ਗਏ ਆ। ਸੋ ਹਾਊ ਇੰਪੋਰਟੈਂਟ ਇਟ ਇਜ਼, ਤੁਹਾਡੇ ਐਜ਼ ਅ ਐਕਸਪਰਟ ਕੀ ਸੁਜੈਸ਼ਨ ਹੈਗਾ ਲੋਕਾਂ ਨੂੰ ਕਿ ਉਹ ਕਿਵੇਂ ਆਪਣੇ ਪਾਰਟਨਰ ਦੇ ਜਿਹੜੀ ਫੈਮਿਲੀ ਆ ਜਾਂ ਉਹਨਾਂ ਦੇ ਰਿਲੇਟਿਵਸ ਆ ਜਾਂ ਉਹਨਾਂ ਦੇ ਫਰੈਂਡਸ ਆ, ਹਾਊ ਇੰਪੋਰਟੈਂਟ ਇਜ਼ ਉਹਨਾਂ ਨਾਲ ਰਿਲੇਸ਼ਨਸ਼ਿਪ ਬਣਾਉਣਾ? ਬਿਕੋਜ਼ ਜੇ ਇਹ ਇੱਕ ਮੇਜਰ ਫੈਕਟਰ ਉੱਪਰ ਕੀ ਆਇਆ ਇਨ ਸਟੱਡੀਜ਼ ਓਵਰ ਲਾਸਟ 100 years, ਰਾਈਟ? ਤੁਹਾਡਾ ਕੀ ਹੈਗਾ ਸੁਜੈਸ਼ਨ ਐਜ਼ ਅ ਸੋਲੂਸ਼ਨ? ਓਕੇ, ਪਹਿਲੀ ਗੱਲ ਤਾਂ ਹੈਗੀ ਹੈ ਕਿ ਮੇਰੇ ਪਾਰਟਨਰ ਦੇ ਨਾਲ ਰਿਲੇਸ਼ਨਸ਼ਿਪ ਕਿਹੋ ਜਿਹਾ ਹੈ। ਅਗਰ ਮੇਰੇ ਪਾਰਟਨਰ ਦੇ ਨਾਲ ਰਿਲੇਸ਼ਨਸ਼ਿਪ ਓਪਨ ਹੈਗਾ, ਮੈਂ ਹਰ ਇੱਕ ਗੱਲ ਖੋਲ ਕੇ ਕਰ ਪਾ ਰਹੀ ਹਾਂ, ਮੈਂ
ਆਪਣੇ ਬਾਰੇ ਚ ਦੱਸ ਪਾ ਰਹੀ ਹਾਂ ਤੇ ਮੈਂ ਆਪਣੇ ਪਾਰਟਨਰ ਨੂੰ ਅਲਾਉ ਕਰ ਰਹੀ ਹਾਂ ਮੈਨੂੰ ਸਮਝਣ ਵਾਸਤੇ ਵੀ ਜੀ ਯੈਸ ਜਦੋਂ ਮੇਰੀ ਕਮਿਊਨੀਕੇਸ਼ਨ ਉਹਨਾਂ ਦੇ ਨਾਲ ਮੇਰੀ ਕਨਵਰਸੇਸ਼ਨ ਉਹਨਾਂ ਦੇ ਨਾਲ ਬਹੁਤ ਕਲੀਅਰ ਹੈ ਤੇ ਓਪਨ ਹੈਗੀ ਹੈ ਤਾਂ ਦੇਖੋ ਮੈਨੂੰ ਜਾਣਨ ਨੂੰ ਮਿਲੂਗਾ ਕਿ ਉਹਨਾਂ ਦੀ ਫੈਮਿਲੀ ਕਿਹੋ ਜਿਹੀ ਹੈ ਚਾਹੇ ਉਹ ਮੇਲ ਹੋਵੇ ਚਾਹੇ ਫੀਮੇਲ ਹੋਵੇ ਚਾਹੇ ਦੋਨੋਂ ਹਸਬੈਂਡ ਵਾਈਫ ਹੋਣ ਆਪਣੇ ਪੇਰੈਂਟਸ ਵਾਸਤੇ ਦੱਸ ਸਕਦੇ ਆ ਕਿ ਉਹ ਕਿਹੋ ਜਿਹੇ ਨੇ ਉਹਨਾਂ ਦੇ ਲਾਈਕ ਇੱਕ ਤਰੀਕੇ ਨਾਲ ਉਹਨਾਂ ਦੀ ਜਾਣ ਪਹਿਚਾਣ ਕਰਾ ਰਹੇ ਹੈ ਤਾਂ ਜਿੰਨੀ ਜਾਣ ਪਹਿਚਾਣ ਇੱਕ ਦੂਜੇ ਦੇ ਨਾਲ ਉਹ ਕਰਾਉਣਗੇ ਉਨੀ ਜ਼ਿਆਦਾ ਜਾਣ ਪਹਿਚਾਣ ਜਾਂ ਕਹਿ ਦੋ ਕਿ ਉਹਨਾਂ ਦੀ ਰਿਲੇਸ਼ਨਸ਼ਿਪ ਜਿਹੜੀ ਹੈਗੀ ਉਹ ਵਧੂਗੀ ਪਰ ਇੱਥੇ ਨਾਲ ਹੀ ਕੰਟਰਰੀ ਜਿਹੜਾ ਇਹਨਾਂ ਕਿਤਾਬਾਂ ਨੇ ਲਿਖਿਆ ਜਾਂ ਐਕਸਪਰਟਸ ਕਹਿੰਦੇ ਆ ਬਹੁਤ ਵਾਰ ਜਿਹੜਾ ਡਿਵੋਰਸ ਔਰ ਸੈਪਰੇਸ਼ਨ ਦਾ ਮੇਜਰ ਰੀਜ਼ਨ ਜਿਹੜਾ ਆ ਇਹ ਵੀ ਰਿਹਾ ਕਿ ਫੈਮਿਲੀ ਇੱਕ ਪਾਸੇ ਤੇ ਫੈਮਿਲੀ ਨਾਲ ਬਣਨੀ ਚਾਹੀਦੀ ਹੈ ਤੁਹਾਨੂੰ ਉਹਨਾਂ ਨਾਲ ਮਿਲਣਾ ਚਾਹੀਦਾ ਪਰ ਦੂਜੇ ਪਾਸੇ ਫੈਮਿਲੀ ਦੀ ਚਾਹੇ ਲੜਕੇ ਦੀ ਫੈਮਿਲੀ ਆ ਚਾਹੇ ਵਾਈਫ ਦੀ ਫੈਮਿਲੀ ਆ ਉਹਨਾਂ ਦੀ ਇੰਟਰਵੈਂਸ਼ਨ ਐਕਸਟਰਾ ਇੰਟਰਵੈਂਸ਼ਨ ਜਿਹੜੀ ਆ ਜਿਹਦੀ ਕਿ ਓਵਰ ਇੰਡਲਜੈਂਸ ਹੈਗੀ ਆ ਤੁਹਾਡੀ ਫੈਮਿਲੀ ਤੁਹਾਡੀ ਲਾਈਫ ਦੇ ਡਿਸੀਜਨ ਬਣਾਉਣ 'ਚ ਉਹ ਵੀ ਇੱਕ ਬਹੁਤ ਵੱਡਾ ਮੇਜਰ ਰੀਜ਼ਨ ਆ ਖਾਸ ਤੌਰ ਤੇ ਸਾਡੀ ਕਮਿਊਨਿਟੀ ਵਿੱਚ ਕਿ ਜਿੱਥੇ ਭਰਾ ਜੀ ਮੁੰਡਾ ਪਿਓ ਜਿਹੜਾ ਹਸਬੈਂਡ ਆ ਉਹ ਭੈਣ ਦੀ ਬਹੁਤ ਸੁਣਦਾ ਆ ਜਾਂ ਪਿਓ ਦੀ ਬਹੁਤ ਸੁਣਦਾ ਆ ਜਾਂ ਭਰਾਵਾਂ ਦੀ ਬਹੁਤ ਸੁਣਦਾ ਵਾਈਫ ਦੀ ਜਾਂ ਬੱਚੇ ਉਹਨਾਂ ਦੀ ਕੇਅਰ ਹੀ ਨਹੀਂ ਕਰਦਾ ਜਾਂ ਵਾਈਫ ਜਿਹੜੀ ਆ ਉਹ ਆਪਣੀ ਭੈਣ ਦੀ ਬਹੁਤ ਸੁਣਦੀ ਆ ਭਰਾ ਦੀ ਬਹੁਤ ਸੁਣਦੀ ਆ ਔਰ ਉਹਨੂੰ ਆਪਣਾ ਜਿਹੜਾ ਫੈਮਿਲੀ ਆ ਉਹਦਾ ਫੋਕਸ ਹੀ ਖਤਮ ਹੋ ਜਾਂਦਾ ਸੋ ਇਹੋ ਜਿਹੇ ਸਿਚੁਏਸ਼ਨ ਵਿੱਚ ਐਜ਼ ਐਨ ਐਕਸਪਰਟ ਤੁਹਾਡਾ ਐਜ਼ ਐਕਸਪਰਟ ਤੁਸੀਂ ਉਹੋ ਜਿਹੇ ਕਪਲਸ ਨੂੰ ਕੀ ਐਡਵਾਈਸ ਦਿਓਗੇ ਕਿ ਕਿਵੇਂ ਕੀ ਉਹਨਾਂ ਨੂੰ ਕਰਨਾ ਚਾਹੀਦਾ ਸੋ ਦੈਟ ਜਿੱਥੇ ਮਿਲਣਾ ਵੀ ਜ਼ਰੂਰੀ ਹੈ ਆਪਣੇ ਪਰਿਵਾਰ ਨੂੰ ਪਰ ਉੱਥੇ ਹੀ ਇੱਕ ਫੋਕਸ ਜਿਹੜਾ ਆਪਣੇ ਪਰਿਵਾਰ ਉੱਤੇ ਰੱਖਣਾ ਬੜਾ ਜ਼ਰੂਰੀ ਹੈ ਕਿ ਸਾਡੀ ਫੈਮਿਲੀ ਨੂੰ ਕੀ ਚਾਹੀਦਾ ਸੋ ਉਹਦਾ ਕੀ ਤੁਸੀਂ ਸੋਲੂਸ਼ਨ ਦੱਸਦੇ ਹੋ ਓਕੇ ਇੱਥੇ ਸਭ ਤੋਂ ਵੱਡੀ ਸਕਿੱਲ ਜਿਹੜਾ ਅਸੀਂ ਸਿਖਾਉਂਦੇ ਐਜ਼ ਅ ਕਾਉਂਸਲਰ ਰੋਲਸ ਐਂਡ ਰਿਸਪੌਂਸਿਬਿਲਿਟੀਜ਼ ਤੁਹਾਡੇ ਇੱਥੇ ਰੋਲਸ ਹੀ ਚੇਂਜ ਹੋ ਗਏ ਜੋ ਹਸਬੈਂਡ ਵਾਈਫ ਦਾ ਰਿਲੇਸ਼ਨ ਹੈ ਇੱਕ ਹਸਬੈਂਡ ਦਾ ਆਪਣੀ ਵਾਈਫ ਦੇ ਨਾਲ ਰਿਲੇਸ਼ਨ ਹੈ ਉਹਦੀ ਸਿਸਟਰ ਦੇ ਨਾਲ ਰਿਲੇਸ਼ਨਸ਼ਿਪ ਤਾਂ ਉਹਦੀ ਸਿਸਟਰ ਦੇ ਬ੍ਰਦਰ ਦਾ ਬਣ ਗਿਆ ਜਦੋਂ ਰੋਲ ਹੀ ਚੇਂਜ ਹੋ ਗਿਆ ਤੇ ਅੰਡਰਸਟੈਂਡਿੰਗ ਕਿਵੇਂ ਆਊਗੀ ਕਿ ਆਪਣੀ ਵਾਈਫ ਦੇ ਬਾਰੇ 'ਚ ਆਪਣੀ ਗੱਲ ਕਰ ਰਿਹਾ ਉਹਨੇ ਐਂ ਕਰਦੀ ਹੈ ਉਹ ਐਂ ਕਰਦੀ ਹੈ ਤੇ ਸਿਸਟਰ ਨੂੰ ਲਾਅ ਨੂੰ ਦੱਸ ਰਹੀ ਹੈ ਕਿ ਨਹੀਂ ਤੂੰ ਐਂ ਕਰਨਾ ਚਾਹੀਦਾ ਸੀ ਤੂੰ ਐਂ ਨਹੀਂ ਕੀਤਾ ਜਾਂ ਤੂੰ ਨਾ ਕਰ ਤੂੰ ਰਹਿਣ ਦੇ ਰੋਲਸ ਨੂੰ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈ ਡਿਫਰੈਂਟ ਰੋਲ ਦੇ ਉੱਤੇ ਤੁਹਾਡੀ ਡਿਫਰੈਂਟ ਰਿਸਪੌਂਸਿਬਿਲਿਟੀਜ਼ ਹੈਗੀਆਂ ਨਾਲ ਉਹਦੇ ਨਾਲ ਹੈਗੀ ਆ ਬਾਉਂਡਰੀਜ਼ ਤੁਹਾਡੀਆਂ ਬਾਉਂਡਰੀਜ਼ ਆਰ ਵੈਰੀ ਇੰਪੋਰਟੈਂਟ ਜਿਵੇਂ ਅਸੀਂ ਕਹਿੰਦੇ ਆ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਦੀ ਬਾਉਂਡਰੀਜ਼ ਤੁਸੀਂ ਦੇਖਣਾ ਕਿ ਤੁਸੀਂ ਕਿਹਦੇ ਨਾਲ ਤੁਸੀਂ ਡੀਲ ਕਰ ਰਹੇ ਹੋ ਜਾਂ ਤੁਹਾਡਾ ਇੰਟਰੈਕਸ਼ਨ ਕਿਹਦੇ ਨਾਲ ਹੋ ਰਿਹਾ ਹੈ ਪੇਰੈਂਟਸ ਨਾਲ ਹੋ ਰਿਹਾ ਯਾਨੀ ਕਿ ਜਾਂ ਕੁੜੀ ਦੇ ਪੇਰੈਂਟਸ ਦੇ ਨਾਲ ਅਗੇਨ ਉਹ ਇਨ-ਲॉज ਹੈਗੇ ਹੈ ਇਨ-ਲॉज ਦੇ ਨਾਲ ਮੈਂ ਕਿਹੋ ਜਿਹੀ ਗੱਲ ਕਰਨੀ ਹੈ ਕਿੱਥੋਂ ਤੱਕ ਗੱਲ ਕਰਨੀ ਹੈ ਮੈਂ ਕਿੰਨਾ ਸਪੈਸੀਫਿਕ ਹੈ ਉਸ ਚੀਜ਼ ਦੇ ਉੱਤੇ ਸੋ ਪਰ ਇਹ ਟੌਪਿਕ ਮੈਂ ਪਹਿਲਾਂ ਆਪਣੇ ਹਸਬੈਂਡ ਵਾਈਫ ਇੱਕ ਦੂਜੇ ਦੇ ਨਾਲ ਨਹੀਂ ਹੈ ਤਾਂ ਹੀ ਬਾਹਰ ਨਿਕਲਦੇ ਆ ਬਿਕੋਜ਼ ਵੀ ਹਸਬੈਂਡ ਵਾਈਫ ਜਾਂ ਦੋ ਹਸਬੈਂਡ ਵਾਈਫ ਜਿਹੜੇ ਹੈਗੇ ਨੇ ਉਹੀ ਰੂਮ ਦਿੰਦੇ ਆ ਆਪਣੀ ਗੱਲ ਨੂੰ ਬਾਹਰ ਕੱਢਣ ਦਾ ਕਿਉਂਕਿ ਉਹ ਜੋ ਵੀ ਹੋ ਜੋ ਉਹਨਾਂ ਦੇ ਪੇਰੈਂਟਸ ਦੇ ਵਿੱਚੋਂ ਕੋਈ ਵੀ ਹੈ ਅਗਰ ਕੁੜੀ ਦਾ ਪੇਰੈਂਟਸ ਹੈ ਤਾਂ ਕੁੜੀ ਦਾ ਪੇਰੈਂਟਸ ਕੁੜੀ ਦੀ ਤਰਫਦਾਰੀ ਕਰੂਗਾ ਕਿਉਂ ਕਰੂਗਾ ਕਿਉਂਕਿ ਉਹ ਆਪਣੀ ਕੁੜੀ ਦੇ ਬਾਰੇ ਜਾਣਦਾ ਹੈ ਬਚਪਨ ਤੋਂ ਉਹਨੇ ਉਹਨੂੰ ਪੈਦਾ ਕੀਤਾ ਹੈ ਉਹਦੇ ਸਾਰੇ ਮਾਹੌਲ ਦੇ ਬਾਰੇ ਸੇਫਟੀ ਕਹਿ ਦੋ ਉਹਦੀ ਖੁਸ਼ੀ ਕਹਿ ਦੋ ਉਹਦੇ ਬਾਰੇ ਚ ਉਹ ਕਹੂਗਾ ਕਿ ਮੇਰੀ ਕੁੜੀ ਠੀਕ ਹੈ ਜੀ ਪਰ ਮੈਂ ਜਿਹੜੀ ਗੱਲ ਕਰ ਰਿਹਾ ਕਿ ਇਹ ਇੱਕ ਬੜਾ ਵੱਡਾ ਫੈਕਟਰ ਹੈ ਕਿਉਂਕਿ ਸਾਡੀਆਂ ਜੁਆਇੰਟ ਫੈਮਿਲੀਜ਼ ਆ ਔਰ ਕਿਤੇ ਨਾ ਕਿਤੇ ਤਰੀਕੇ ਨਾਲ ਬੇਸ਼ੱਕ ਅਸੀਂ ਇੰਡੀਪੈਂਡੈਂਟ ਵੀ ਰਹਿ ਰਹੇ ਹਾਂ ਸਾਡੇ ਇੱਕ ਦੂਜੇ ਨਾਲ ਮੇਲ ਮਿਲਾਪ ਜ਼ਿਆਦਾ ਹੈ ਤੇ ਔਰ ਗੱਲ ਸ਼ੇਅਰ ਕਰਨੀ ਵੀ ਜਿਹੜੀ ਆ ਉਹ ਸਾਡੀ ਰਿਵਾਜ ਬਹੁਤ ਹੈ ਕਿ ਅਸੀਂ ਸ਼ੇਅਰ ਗੱਲ ਕਰਦੇ ਹਾਂ ਤੇ ਤੁਸੀਂ ਕੀ ਐਡਵਾਈਸ ਦਿੰਦੇ ਹੋ ਕਿ ਇਹ ਫੈਕਟਰ ਕਪਲ ਵਿੱਚ ਨਾ ਆਏ ਜਿੱਥੇ ਕਿ ਉਹਨਾਂ ਦੀ ਫੈਮਿਲੀ ਜਿਹੜੀਆਂ ਨੇ ਉਹਨਾਂ ਦੀ ਲਾਈਫ ਡਿਸਾਈਡ ਕਰ ਲਾ ਪੈਣ ਸੋ ਵਾਟ ਇਜ਼ ਯੂਰ ਬੈਸਟ ਐਡਵਾਈਸ ਕਿ ਬਈ ਕਿਵੇਂ ਉਹ ਬਾਉਂਡਰੀ ਡਰਾ ਕਰਨ ਜੇ ਹੁਣ ਵੇਖੋ ਮੈਂ ਆਪਣੇ ਫਾਦਰ ਨੂੰ ਇਹ ਕਹਿੰਦਾ ਵੀ ਤੁਸੀਂ ਜੀ ਇਹ ਤੋਂ ਅੱਗੇ ਨਹੀਂ ਆਉਣਾ ਸੋ ਇਹ ਵੀ ਕਲੈਸ਼ ਹੋ ਸਕਦਾ ਇਹ ਵੀ ਇੱਕ ਪ੍ਰੈਸ਼ਰ ਆ ਜੇ ਕੋਈ ਬ੍ਰਦਰ ਆਪਣੀ ਸਿਸਟਰ ਨੂੰ ਕਹਿੰਦਾ ਵੀ ਤੂੰ ਬਈ ਮੇਰੇ ਪਰਿਵਾਰ 'ਚ ਇੰਟਰਫੇਅਰ ਨਾ ਕਰ ਉਹ ਉੱਥੇ ਵੀ ਇਮੋਸ਼ਨਲ ਬਲੈਕਮੇਲਿੰਗ ਹੈ ਜੇ ਵਾਈਫ ਜਿਹੜੀ ਆ ਉਹ ਆਪਣੀ ਸਿਸਟਰ ਨੂੰ ਕਹਿ ਦੇ ਕਿ ਨਹੀਂ ਜੀ ਮੇਰੀ ਫੈਮਿਲੀ ਆ ਤੂੰ ਵਿੱਚ ਦਖਲਅੰਦਾਜ਼ੀ ਨਾ ਕਰ ਉਹ ਵੀ ਇੱਕ ਉੱਥੇ ਵੀ ਰਿਸ਼ਤੇ ਦਾ ਇੱਕ ਇਮੋਸ਼ਨਲ ਬਲੈਕਮੇਲਿੰਗ ਸ਼ੁਰੂ ਹੋ ਜਾਂਦੀ ਹੈ ਇੱਕ ਇਸ਼ੂ ਆ ਜਾਂਦੇ ਸੋ ਤੁਹਾਡਾ ਐਕਸਪਰਟ ਟਿਪ ਕੀ ਹੈਗਾ ਉਸ ਕਪਲ ਨੂੰ ਕਿ ਵੀ ਆਪਣੀ ਬਾਉਂਡਰੀ ਲਾਈਨ ਕਿੱਥੇ ਖਿੱਚਣ ਦੇਖੋ ਪਹਿਲੀ ਗੱਲ ਤਾਂ ਅਸੀਂ ਆਲਵੇਜ਼ ਇਹ ਸਿਖਾਉਂਦੇ ਕਿ ਜਿਹੜਾ ਕਿ ਬਾਹਰ ਦਾ ਦੂਜਾ ਇਨਸਾਨ ਹੈ ਕਹਿ ਰਿਹਾ ਭੈਣ ਹੈ ਜਾਂ ਭਰਾ ਜਾਂ ਸਿਸਟਰ ਲੋ ਜੋ ਵੀ ਤੁਹਾਨੂੰ ਕੁਝ ਕਹਿ ਰਿਹਾ ਕਿ ਤੂੰ ਨਾ ਐਂ ਕਰਿਆ ਕਰ ਤੂੰ ਨਾ ਐਂ ਕਰਿਆ ਕਰ ਓਕੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਨਾਲ ਤੁਹਾਨੂੰ ਗੱਲ ਕਹਿਤੀ ਉਹਨੇ ਗੱਲ ਕੀਤੀ ਹੁਣ ਤੁਹਾਡੀ ਬਾਉਂਡਰੀ ਹੈ ਕਿ ਤੁਸੀਂ ਆਪਣੇ ਅੱਗੇ ਉਹ ਗੱਲ ਕਰਨੀ ਹੈ ਕਿ ਨਹੀਂ ਕਿਉਂਕਿ ਤੁਸੀਂ ਸ਼ੇਅਰ ਕਿਉਂ ਕੀਤਾ ਕਿਉਂਕਿ ਕਿਸੇ ਕਾਰਨ ਤੁਸੀਂ ਆਪਣੇ ਹਸਬੈਂਡ ਨਾਲ ਆਪਣੇ ਪਰਿਵਾਰ ਨਾਲ ਉਹ ਸ਼ੇਅਰ ਨਹੀਂ ਕਰ ਸਕੇ ਕਿਉਂਕਿ ਦੇਖੋ ਚੀਜ਼ ਬਾਹਰ ਕਿਦੋਂ ਆਉਂਦੀ ਹੈ ਜਦੋਂ ਮੈਂ ਅਲਾਉ ਕੀਤਾ ਜੀ ਇਹ ਮੇਰੀ ਅਲਾਉਨੈਸ ਹੈ ਪਹਿਲਾਂ ਤਾਂ ਮੈਂ ਉਸ ਚੀਜ਼ ਨੂੰ ਰੱਖਣਾ ਕਿ ਮੈਂ ਇਹ ਗੱਲ ਬਾਹਰ ਕਰਨੀ ਹੈ ਮੈਂ ਆਪਣੀ ਸਿਸਟਰ ਨੂੰ ਕਰਨੀ ਅਗਰ ਮੈਂ ਕਰ ਰਹੀ ਹਾਂ ਤਾਂ ਫਿਰ ਮੈਨੂੰ ਰੈਡੀ ਹੋਣਾ ਪਊਗਾ ਉਹਦੀ ਜੋ ਵੀ ਉਹਦੀ ਤਰਫੋਂ ਕਹਿ ਦੋ ਆਪਾਂ ਸਟ੍ਰੈਟਜੀ ਕਹਿ ਦੋ ਜਾਂ ਉਹਦਾ ਐਕਸਪੀਰੀਅੰਸ ਕਹਿ ਦੋ ਉਹ ਮੈਨੂੰ ਦੱਸਣ ਨੂੰ ਤਿਆਰ ਹੈ ਤਾਂ ਮੈਨੂੰ ਸੁਣਨਾ ਪਊਗਾ ਸੋ ਦ ਬੈਸਟ ਸੋਲੂਸ਼ਨ ਬੇਸਿਕਲੀ ਘੁੰਮ ਕੇ ਫਾਈਨਲੀ ਇਹੋ ਹੀ ਆ ਜਾਂਦਾ ਕਿ ਟੇਕ ਕੇਅਰ ਆਫ ਬਾਉਂਡਰੀਜ਼ ਆਪਣੀਆਂ ਬਾਉਂਡਰੀ ਬਣਾਓ
ਔਰ ਬੈਸਟ ਹੈ ਕਿ ਆਪੋ ਚ ਗੱਲ ਕਰੋ। ਆਪਸ ਠੀਕ ਹੈ, ਕਮਿਊਨੀਕੇਸ਼ਨ ਇਜ਼ ਦਾ ਕੀ। Oh, yeah. ਇੱਥੇ ਵੀ ਕਮਿਊਨੀਕੇਸ਼ਨ ਜਿਹੜਾ ਆ ਉਹ ਇੰਨਾ ਕੁ ਹੋਣਾ ਚਾਹੀਦਾ। ਆਈ ਥਿੰਕ ਜਿਵੇਂ ਐਕਸਪਰਟਸ ਵੀ ਕਹਿੰਦੇ ਆ ਕਿ ਗੁੱਡ ਰਿਲੇਸ਼ਨਸ਼ਿਪ ਇਜ਼ ਮਲਟੀਪਲ ਰਿਲੇਸ਼ਨਸ਼ਿਪ। ਉਹਦੇ ਚ ਦੋਸਤ ਵੀ ਹੋ ਤੁਸੀਂ, ਉਹਦੇ ਚ ਕੁਲੀਗ ਵੀ ਹੋ ਸਕਦੇ ਹੋ, ਉਹਦੇ ਚ ਤੁਸੀਂ ਹਸਬੈਂਡ ਵਾਈਫ ਵੀ ਹੋ, ਤੁਸੀਂ ਸਿਰਫ ਇੱਕ ਹਸਬੈਂਡ ਵਾਈਫ ਨਹੀਂ ਹੋ। ਸੋ ਜੇ ਸਾਰੇ ਰਿਲੇਸ਼ਨਸ਼ਿਪ ਇੱਕ ਚ ਮਿਲਦੇ ਆ ਤਾਂ ਆਈ ਥਿੰਕ ਕਿਤੇ ਨਾ ਕਿਤੇ ਉਹ ਜਿਹੜਾ ਆ ਇਟਸ ਮੋਰ ਫਨ, ਰਾਈਟ? ਯੈਸ, ਇੱਕ ਚੀਜ਼ ਥੋੜੀ ਜਿਹੀ ਐਡ ਕਰੂੰਗੇ ਇੱਥੇ, ਜਿੱਥੇ ਕਿ ਕਮਿਊਨੀਕੇਸ਼ਨ ਉਹਦੇ ਨਾਲ ਨਾਲ ਲਿਸਨਿੰਗ। ਇਹ ਗੱਲ ਕਹੀ ਜਾਂਦੀ ਹੈ ਕਿ ਸਾਡੇ ਕੋਲ ਬੋਲਣ ਵਾਸਤੇ ਇੱਕ ਮੂੰਹ ਹੈ ਪਰ ਸੁਣਨ ਵਾਸਤੇ ਦੋ ਕੰਨ ਹੈ ਜੀ। ਪਰ ਜਦੋਂ ਸਾਡੀ ਰਿਸਪੈਕਟਫੁਲ ਲਿਸਨਿੰਗ ਹੋ ਜਾਂਦੀ ਹੈ ਨਾ, ਉਹਦੇ ਨਾਲ ਬਹੁਤ ਸਾਰੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ, ਕਿਉਂਕਿ ਸਾਨੂੰ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ ਕਿ ਦੂਜਾ ਇਨਸਾਨ ਕੀ ਫੀਲ ਕਰ ਰਿਹਾ ਹੈ। ਇਹਦੇ ਨਾਲ ਸਾਡੇ ਅੰਦਰ ਅੰਡਰਸਟੈਂਡਿੰਗ ਪੈਦਾ ਹੁੰਦੀ ਹੈ। ਜਿੰਨੀ ਜ਼ਿਆਦਾ ਅੰਡਰਸਟੈਂਡਿੰਗ ਪੈਦਾ ਹੋਊਗੀ, ਤੁਸੀਂ ਦੇਖੋ ਕਿ ਸੋਲੂਸ਼ਨ ਜਿਹੜਾ ਹੈਗਾ ਇੱਥੇ ਹੀ ਹੋ ਜਾਣਾ, ਸਾਰਾ ਕੁਝ ਸੋਲਵ ਇੱਥੇ ਹੋ ਜਾਣਾ ਹੈ। ਕਿਉਂਕਿ ਜਦੋਂ ਅਸੀਂ ਦੂਜੇ ਭੈਣ ਭਰਾਵਾਂ ਦੇ ਨਾਲ ਮਿਲਾਂਗੇ, ਹੱਸਾਂ ਖੇਡਾਂਗੇ, ਗੱਲਾਂ ਬਾਤਾਂ ਕਰਾਂਗੇ, ਕੁਝ ਸਿੱਖਾਂਗੇ, ਕੁਝ ਸਿਖਾਵਾਂਗੇ। ਇਹਦੇ ਨਾਲ ਹੀ ਦੋ ਹੋਰ ਫੈਕਟਰ ਆ ਸਾਡੇ ਕੋਲ ਸਮੇਂ ਦੀ ਜਿਹੜੀ ਆ ਕਮੀ ਆ। ਇੱਕ ਜਿਹੜਾ ਆ ਅਲਕੋਹਲ ਡਿਪੈਂਡੈਂਸ, ਜਾਂ ਕਈ ਵਾਰ ਰਿਲੇਸ਼ਨਸ਼ਿਪ ਜਿਹੜਾ ਆ ਤੁਹਾਡੇ ਨਸ਼ੇ ਕਰਕੇ, ਜਾਂ ਕਈ ਵਾਰ ਜਿਹੜੀਆਂ ਤੁਸੀਂ ਜਿਹੜਾ ਫਿਜ਼ੀਕਲ ਮੈਂਟਲ ਅਬਿਊਜ਼ ਆ ਤੁਸੀਂ ਉਹਦੇ ਕਰਕੇ ਵੀ ਇਹ ਜਿਹੜੇ ਰਿਸ਼ਤੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ, ਕਿਉਂਕਿ ਦੈਟਸ ਨਾਟ ਪਾਰਟ ਆਫ ਪਰਸਨੈਲਿਟੀ। ਦੇਖੋ ਉਹ ਤਾਂ ਜਿਹੜੀ ਆ ਇਨਹਿਊਮਨ ਚੀਜ਼ ਹੈਗੀ ਆ। ਤੁਸੀਂ ਚਾਹੇ ਫਿਜ਼ੀਕਲ ਅਬਿਊਜ਼ ਕਰਦੇ ਹੋ, ਉਹਦੇ ਕਰਕੇ ਵੀ ਰਿਲੇਸ਼ਨਸ਼ਿਪ ਟੁੱਟਦੇ ਆ। ਤੇ ਸੁਰਿੰਦਰ ਜੀ ਬਹੁਤ ਬਹੁਤ ਧੰਨਵਾਦ, ਅਸੀਂ ਬ੍ਰੇਕ ਵੀ ਨਹੀਂ ਲੈ ਸਕੇ। ਐਂਡ ਅਗਲੀ ਵਾਰੀ ਜਿਹੜਾ ਸੈਕੰਡ ਪਾਰਟ ਆ, ਪਾਰਟ 2 ਜਿਹੜਾ ਆ, ਉਹਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜੇ ਸੈਪਰੇਸ਼ਨ ਔਰ ਡਿਵੋਰਸ ਜਿਹੜਾ ਹੋ ਜਾਂਦਾ ਹੈ, ਉਦੋਂ ਸਾਈਕੋਲੋਜੀਕਲੀ, ਇਮੋਸ਼ਨਲੀ ਜੋ ਵੀ ਚੀਜ਼ਾਂ ਸਾਡੇ ਨਾਲ ਹੁੰਦੀਆਂ ਆ, ਮੇਲ ਫੀਮੇਲ ਵਰਸਸ, ਉਹਨੂੰ ਕਿਵੇਂ ਹੈਂਡਲ ਕਰਨਾ ਹੈ। ਔਰ ਜਾਂਦਿਆਂ ਜਾਂਦਿਆਂ ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਇੱਕ ਸੀਰੀਅਸ ਟੌਪਿਕ ਤੋਂ ਇੱਕ ਲਾਈਟਰ ਮਾਈਂਡ ਦੇ ਉੱਤੇ ਕਿ ਇੱਕ ਰਿਲੇਸ਼ਨਸ਼ਿਪ ਬਣਾਉਣ ਵਾਸਤੇ ਕੁਝ ਚੰਗਾ ਸੰਗੀਤ ਜ਼ਰੂਰੀ ਹੈ, ਉਹ ਵੀ ਜਿਹੜਾ ਆ ਸਾਨੂੰ ਸੁਣਨਾ ਚਾਹੀਦਾ। ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਥੈਂਕ ਯੂ। ਵਾਲੇ ਟੋਏ ਮੈਨੂੰ ਨਾ ਕੀ ਕਰੂ, ਜਦੋਂ ਜੀ ਕੀਤਾ ਤੇਰੀ ਮਾਂ ਕੀ ਕਰੂ। ਵੇ ਦੇਖ ਗੱਲਾਂ ਵਾਲੇ ਟੋਏ ਮੈਨੂੰ ਨਾ ਕੀ ਕਰੂ, ਵੇ ਜਦੋਂ ਜੀ ਕੀਤਾ ਤੇਰੀ ਮਾਂ ਕੀ ਕਰੂਗੀ। ਜੀ ਦੱਸ ਦੇ ਪਸੰਦ ਕਿਹੜੀ ਪਸੰਦ, ਜੱਟੀ ਆਪੇ ਆ ਜਾਊ। ਵੇ ਤੇਰਾ ਮੰਮੀ ਨਾ ਮਿਲਾ ਦੇ ਮੈਨੂੰ ਤੇਰੀ ਪਸੰਦ, ਜੱਟੀ ਆਪੇ ਆ ਜਾਊ। ਵੇ ਇਸ ਗੱਲ ਦੀ ਗਾਰੰਟੀ ਜੱਟਾ ਮੇਰੀ ਪਸੰਦ, ਜੱਟੀ ਆਪੇ ਆ ਜਾਊ। ਵੇ ਤੇਰਾ ਮੰਮੀ ਨੂੰ ਮਿਲਾ ਦੇ ਮੈਨੂੰ ਤੇਰੀ ਪਸੰਦ, ਜੱਟੀ ਆਪੇ ਆ ਜਾਊ। ਮੂਨ ਜਿਹਾ ਹੈਗਾ ਕਿ ਨੀ ਮੂੰਹ ਦੱਸ ਦੇ, ਕਿਸੇ ਪਾਸਿਓਂ ਕਮੀ ਤਾਂ ਜੱਟਾ ਤੂੰ ਦੱਸ ਦੇ। ਮੇਰਾ ਮੂਨ ਜਿਹਾ ਹੈਗਾ ਕਿ ਨੀ ਮੂੰਹ ਦੱਸ ਦੇ, ਕਿਸੇ ਪਾਸਿਓਂ ਕਮੀ ਤਾਂ ਜੱਟਾ ਤੂੰ ਦੱਸ ਦੇ। ਛੱਡ ਗੁੱਚੀ ਵਰਸਾਚੇ ਸੂਟ ਵੀ ਮੈਂ ਪਾ ਲੂੰਗੀ। The views expressed on the preceding program may not necessarily be those